ਕਲਗੀ ਵਾਲਿਆ ਦਿਲਾਂ ਦੇ ਮਹਿਰਮਾਂ ਵੇ ਕਲਗੀ ਵਾਲਿਆ ਦਿਲਾਂ ਦੇ ਮਹਿਰਮਾਂ ਵੇ ਉਸਤਤ ਕਿਸ ਤਰ੍ਹਾਂ ਕਰਾਂ ਬਿਆਨ ਤੇਰੀ ਇਸ ਕਲਮਾ ਵਿਚਾਰੀ ਨੇ ਕੀ ਲਿਖਣੀ ਦਰਦਾਂ ਭਰੀ ਦਾਤਾ ਦਾਸਤਾਨ ਤੇਰੀ ਮਾਤਾ ਪਿਤਾ ਤੇ ਪੁੱਤਾਂ ਨੂੰ ਵਾਰ ਕੇ ਵੀ ਮਾਤਾ ਪਿਤਾ ਤੇ ਪੁੱਤਾਂ ਨੂੰ ਵਾਰ ਕੇ ਵੀ ਰਹੀ ਚੜ੍ਹਦੀਆਂ ਕਲਾ ਵਿੱਚ ਸ਼ਾਨ ਤੇਰੀ ਰਾਖੀ ਸਦਾ ਮਜਲੂਮਾਂ ਦੀ ਰਹੀ ਕਰਦੀ ਨੂਰੀ ਦਾਤਿਆ ਨੂਰੀ ਕਿਰਪਾਨ ਤੇਰੀ ਨੂਰੀ ਦਾਤਿਆ ਨੂਰੀ ਕਿਰਪਾਨ ਤੇਰੀ ਖੇਰੂ ਖੇਰੂ ਹੋਏ ਹਿੰਦ ਨੂੰ ਖੇਰੂ ਖੇਰੂ ਹੋਏ ਹਿੰਦ ਨੂੰ ਏਕਤਾ ਵਿੱਚ ਪਰੋਣਾ ਕਲਗੀਧਰ ਦਸ਼ਮੇਸ਼ ਪਿਤਾ ਦਾ ਨਾ ਹੋਇਆ ਨਾ ਹੋਣਾ ਕਲਗੀਧਰ ਦਸ਼ਮੇਸ਼ ਪਿਤਾ ਦਾ ਛੱਡ ਪਟਨੇ ਦੀ ਧਰਤੀ ਡੇਰੇ ਆਣ ਆਨੰਦਪੁਰ ਲਾਏ ਲੈ ਕੇ ਫੀਸ ਸੀਸ ਦੀ ਗੁਰ ਨੇ ਪਿਆਰੇ ਪੰਜ ਸਜਾਏ ਛੱਡ ਪਟਨੇ ਦੀ ਧਰਤੀ ਡੇਰੇ ਆਣ ਆਨੰਦਪੁਰ ਲਾਏ ਲੈ ਕੇ ਫੀਸ ਸੀਸ ਦੀ ਗੁਰ ਨੇ ਪਿਆਰੇ ਪੰਜ ਸਜਾਏ ਅਣਖ ਆਜ਼ਾਦੀ ਨਾਲ ਜਿਉਣਾ ਅਣਖ ਆਜ਼ਾਦੀ ਨਾਲ ਜਿਉਣਾ ਨਾ ਹੱਕ ਕਿਸੇ ਦਾ ਖੋਣਾ ਕਲਗੀਧਰ ਦਸ਼ਮੇਸ਼ ਪਿਤਾ ਦਾ ਨਾ ਹੋਇਆ ਨਾ ਹੋਣਾ ਕਲਗੀਧਰ ਦਸ਼ਮੇਸ਼ ਪਿਤਾ ਦਾ ਹਿੰਦ ਦੀ ਖਾਤਰ ਪਿਤਾ ਇਸ ਦੇ ਦਿੱਲੀ ਸੀਸ ਕਟਾਇਆ ਜ਼ਾਲਮ ਦੇ ਜ਼ੁਲਮੀ ਦਰਿਆ ਚੋਂ ਡੁੱਬਦਾ ਧਰਮ ਬਚਾਇਆ ਹਿੰਦ ਦੀ ਖਾਤਰ ਪਿਤਾ ਇਸ ਦੇ ਦਿੱਲੀ ਸੀਸ ਕਟਾਇਆ ਜ਼ਾਲਮ ਦੇ ਜ਼ੁਲਮੀ ਦਰਿਆ ਚੋਂ ਡੁੱਬਦਾ ਧਰਮ ਬਚਾਇਆ ਦਿਲ ਉਹਦੇ ਤੋਂ ਜਰ ਨਾ ਹੋਇਆ ਦਿਲ ਉਹਦੇ ਤੋਂ ਜਰ ਨਾ ਹੋਇਆ ਸੁਣ ਪੰਡਤਾਂ ਦਾ ਰੋਣਾ ਕਲਗੀਧਰ ਦਸ਼ਮੇਸ਼ ਪਿਤਾ ਦਾ ਨਾ ਹੋਇਆ ਨਾ ਹੋਣਾ ਕਲਗੀਧਰ ਦਸ਼ਮੇਸ਼ ਪਿਤਾ ਦਾ
दो दो करके ਵੱਡੇ ਛੋਟੇ ਪੁੱਤਰ ਵਾਰੇ ਚਾਰੇ ਰਹਿੰਦੀ ਦੁਨੀਆ ਦੇ ਤੱਕ ਰਹਿਣੇ ਸਿੱਖੀ ਮੈਲੀ ਉਸਾਰੇ ਦੋ ਦੋ ਕਰਕੇ ਵੱਡੇ ਛੋਟੇ ਪੁੱਤਰ ਵਾਰੇ ਚਾਰੇ ਰਹਿੰਦੀ ਦੁਨੀਆ ਦੇ ਤੱਕ ਰਹਿਣੇ ਸਿੱਖੀ ਮੈਲ ਮੁਸਾਰੇ ਲੱਗਾ ਦਾਗ ਗੁਲਾਮੀ ਵਾਲਾ ਲੱਗਾ ਦਾਗ ਗੁਲਾਮੀ ਵਾਲਾ ਨਾਲ ਖੂਨ ਦੇ ਧੋਣਾ ਕਲਗੀਧਰ ਦਸ਼ਮੇਸ਼ ਪਿਤਾ ਜਾ ਨਾ ਹੋਇਆ ਨਾ ਹੋਣਾ ਕਲਗੀਧਰ ਦਸ਼ਮੇਸ਼ ਪਿਤਾ ਜਾ ਛੋੜਾ ਨਾ ਕੋੜਾ ਨਾ ਪੈਰੀ ਜੋੜਾ ਨਾ ਕਲਗੀ ਨਾ ਤੋੜਾ ਤਖਤਾਂ ਤੇ ਤਾਜਾਂ ਦਾ ਮਾਲਕ ਤਖਤਾਂ ਤੇ ਤਾਜਾਂ ਦਾ ਮਾਲਕ ਤੁਰਿਆ ਪਾ ਵਿਛੋੜਾ ਨਾ ਘੋੜਾ ਨਾ ਨਾ ਕਲਗੀ ਨਾ ਤੋੜਾ ਉਹ ਦਸਵੇਂ ਪਿਤਾ ਨੇ ਪਿਤਾ ਦੀ ਬਲੀ ਦੇ ਕੇ ਤੇ ਸਿਰ ਤੇ ਲੱਖ ਮੁਸੀਬਤਾਂ ਜਾਲੀਆਂ ਨੇ ਉਹ ਰਾਹ ਜੰਗਲੀ ਵਿਖੜੇ ਪੈੜੀਆਂ ਤੇ ਖੌਫਨਾਕ ਰਾਤਾਂ ਘੋਰ ਕਾਲੀਆਂ ਨੇ ਤੇ ਮਾਤਾ ਪਿਤਾ ਤੇ ਪੁੱਤਰ ਸ਼ਹੀਦ ਹੋ ਗਏ ਤੇ ਉਹਦੇ ਚਿਹਰੇ ਤੇ ਅਜੇ ਵੀ ਲਾਲੀਆਂ ਨੇ ਓਏ ਉਹਨੇ ਆਪਣੇ ਦੀਵੇ ਬੁਝਾ ਕੇ ਤੇ ਦੇਸ਼ ਵਿੱਚ ਦੀਵਾਲੀਆਂ ਬਾਲੀਆਂ ਨੇ ਛੋੜਾ ਨਾ ਕੋੜਾ ਨਾ ਪੈਰੀ ਜੋੜਾ ਨਾ ਕਲਗੀ ਨਾ ਤੋੜਾ ਸਾਗਰ ਛੱਡ ਮਖਮਲੀ ਸੇਜਾਂ ਸਾਗਰ ਛੱਡ ਮਖਮਲੀ ਸੇਜਾਂ ਜਾ ਕੰਢਿਆਂ ਤੇ ਸੋਣਾ ਕਲਗੀਧਰ ਦਸ਼ਮੇਸ਼ ਪਿਤਾ ਜਾ ਨਾ ਹੋਇਆ ਨਾ ਹੋਣਾ ਕਲਗੀਧਰ ਦਸ਼ਮੇਸ਼ ਪਿਤਾ ਜਾ ਨਾ ਹੋਇਆ ਨਾ ਹੋਣਾ ਕਲਗੀਧਰ ਦਸ਼ਮੇਸ਼ ਪਿਤਾ ਜਾ ਕਲਗੀਧਰ ਦਸ਼ਮੇਸ਼ ਪਿਤਾ ਜਾ ਨਾ ਹੋਇਆ ਨਾ ਹੋਣਾ। ਮਹਾਨ ਸਤਿਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਜੁੜ ਬੈਠੇ ਸੱਜ ਬੈਠੇ ਖਾਲਸਾ ਜੀ, ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਮਹਾ ਰਹਿਮਤ ਕੀਤੀ ਹੈ। ਜੇ ਭਾਗ ਚੰਗੇ ਹੋਣ ਤੇ ਗੁਰੂ ਦੇ ਸਨਮੁਖ ਬੈਠਿਆ ਜਾਂਦਾ ਹੈ ਤੇ ਗੁਰੂ ਦੇ ਸਨਮੁਖ ਉਹ ਬਹਿੰਦੇ ਨੇ ਜਿਹੜੇ ਪ੍ਰਵਾਨ ਹੋ ਜਾਂਦੇ ਨੇ। ਇਹ ਮੈਂ ਨਹੀਂ ਕਹਿੰਦਾ, ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਕਹਿੰਦਾ ਤਰਸ ਪਿਆ ਮਾਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ।
ਜਦੋਂ ਗੁਰੂ ਦੀ ਨਜ਼ਰੇ ਪ੍ਰਵਾਨ ਚੜ ਜਾਵੇ ਤੇ ਫਿਰ ਗੁਰੂ ਦੇ ਸਨਮੁਖ ਬੈਠਿਆ ਜਾਂਦਾ ਏ, ਕਿਉਂਕਿ ਜਿੱਥੇ ਗੁਰੂ ਦਾ ਦਰਬਾਰ ਹੈ ਸੱਚਖੰਡ ਬਸੇ ਨਿਰੰਕਾਰ, ਤੇ ਨਿਰੰਕਾਰ ਦੇ ਦਰਬਾਰ ਵਿੱਚ ਉਹ ਬੈਠਦੇ ਨੇ ਜਿਹੜੇ ਉਹਦੇ ਰੂਪ ਹੋ ਜਾਂਦੇ ਨੇ। ਮਹਾਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਵਰਗਾ ਸੰਸਾਰ ਦੇ ਉੱਤੇ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਹੈ, ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ। ਪਰ ਸਿੱਖਾ, ਉਹ ਘੜੀ ਉਹ ਵੇਲਾ ਕਦੇ ਆਉਣਾ ਹੀ ਨਹੀਂ ਚਾਹੀਦਾ ਵੀ ਤੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਵਿਸਰ ਜਾਵੇਂ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਰਉਪਕਾਰਾਂ ਨੂੰ ਭੁੱਲ ਜਾਵੇਂ। ਮੇਰੀ ਯਾਦ ਦੀ ਪੱਟੀ ਤੇ ਲਿਖੇ ਹੋਏ ਨੇ, ਤੇਰੇ ਚੋਜ ਐ ਚੋਧੀਆ ਭੁੱਲਦੇ ਨਹੀਂ, ਤੇਰੇ ਪਿਆਰ ਦੇ ਪਾਏ ਜੋ ਪੇਚ ਪੀਚੇ ਨੌਹਾਂ ਸਮੇਂ ਦਿਆਂ ਨਾਲ ਵੀ ਖੁੱਲਦੇ ਨਹੀਂ। ਛਤਰ ਧਾਰੀਆਂ ਦੇ ਸਿਰ ਤੇ ਛਤਰ ਜਿਹੜੇ ਤੇਰੇ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ, ਤੇਰੀ ਬਾਂਕੀ ਕਮਾਨ ਦੇ ਗੋਸ਼ਿਆਂ ਨੂੰ ਜਿੱਤ ਵੀਰ ਦਾ ਆਣ ਪ੍ਰਣਾਮ ਕਰਦੀ, ਤੇਰੇ ਸੇਵਕਾਂ ਦੇ ਜਿੱਥੇ ਲੈਣ ਜੋੜੇ ਮੁਕਤੀ ਉਸ ਥਾਂ ਆਣ ਵਿਸ਼ਰਾਮ ਕਰਦੀ। ਪਰਬਤ ਵੀਰਤਾ ਦਾ ਟਿੱਲਾ ਕਰਨੀਆਂ ਦਾ ਤੇਰੇ ਤੀਰ ਦੀ ਨੋਕ ਤੇ ਤੁਲ ਜਾਵੇ, ਸੱਤਾਂ ਪੀੜ੍ਹੀਆਂ ਦੀ ਜੱਦੀ ਬਾਦਸ਼ਾਹੀ ਦਾਤਾ ਤੇਰੇ ਘੋੜੇ ਦੇ ਕਦਮਾਂ ਵਿੱਚ ਰੁਲ ਜਾਵੇ। ਮਹਾਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਵਰਗਾ ਕੋਈ ਸੰਸਾਰ ਦੇ ਉੱਤੇ ਕੋਈ ਦੂਜਾ ਨਹੀਂ ਹੈ। ਤੇ ਭਾਈ ਗੁਰਦਾਸ ਸਿੰਘ ਜੀ ਲਿਖਦੇ ਨੇ, ਕਹਿੰਦੇ ਸੰਸਾਰ ਦੇ ਉੱਤੇ ਬੜੇ ਯੋਧੇ ਹੋਏ ਤੇ ਬੜੇ ਆਪਣੇ ਆਪ ਨੂੰ ਮਰਦ ਅਖਵਾਉਣ ਵਾਲੇ ਪੈਦਾ ਹੋਏ, ਪਰ ਜਿਹੋ ਜਿਹਾ ਮਰਦ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਉਹਨਾਂ ਵਰਗਾ ਹੋਰ ਕੋਈ ਨਹੀਂ ਹੈ। ਬਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਉਸ ਮਹਾਨ ਸਤਿਗੁਰਾਂ ਨੂੰ ਯਾਦ ਕਰਨ ਵਾਸਤੇ ਔਰ ਉਹਨਾਂ ਦੇ ਪਰਉਪਕਾਰਾਂ ਨੂੰ ਸਾਜਦਾ ਕਰਨ ਵਾਸਤੇ ਜੁੜ ਕੇ ਬੈਠੇ ਹੋ। ਔਰ ਉਸ ਮਹਾਨ ਆਤਮਾ ਮਹਾਪੁਰਖ ਸ਼੍ਰੀ ਮਾਨ ਸੰਤ ਬਾਬਾ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਵੱਡੀ ਬਖਸ਼ਿਸ਼ ਵੱਡੀ ਰਹਿਮਤ ਕੀਤੀ, ਆਪਣਾ ਸਾਰਾ ਜੀਵਨ ਗੁਰੂ ਨੂੰ ਸਮਰਪਿਤ ਕਰ ਦਿੱਤਾ। ਕੋਈ 2 ਦਿਨ, ਕੋਈ 4 ਦਿਨ, ਕੋਈ 10 ਦਿਨ, ਕੋਈ 6 ਮਹੀਨੇ, ਕੋਈ ਸਾਲ, ਕੋਈ 2 ਸਾਲ ਸੇਵਾ ਕਰ ਦਵੇ ਤੇ ਕਹਿੰਦਾ ਮੇਰੇ ਵਰਗਾ ਕੋਈ ਸੇਵਾਦਾਰ ਨਹੀਂ ਹੈ। ਪਰ ਆ ਜੋ ਕੁਝ ਆਪਾਂ ਵੇਖਦੇ ਪਏ ਆ, ਇਹ ਐਡਾ ਵੱਡਾ ਅੱਕਾ ਠਾਠਾ ਮਾਰਦਾ ਵੇਖਦੇ ਪਏ ਆ, ਇਹ ਨਾ ਮੇਰਾ ਕਰਕੇ ਤੇ ਨਾ ਰਾਗੀਆਂ ਕਰਕੇ ਬੈਠੇ ਹੋ, ਇਹ ਉਹਨਾਂ ਦੀ ਭਗਤੀ ਦੇ ਬਿਠਾਏ ਬੈਠੇ ਹੋ, ਉਹਨਾਂ ਦੇ ਬਿਠਾਏ ਬੈਠੇ ਹੋ। ਔਰ ਸਾਖਸ਼ਾਤ ਪ੍ਰਤੱਖ ਗੁਰੂ ਬੈਠਾ ਹੈ, ਗੁਰੂ ਕਿਰਪਾ ਕਰ ਰਿਹਾ, ਗੁਰੂ ਰਹਿਮਤ ਕਰ ਰਿਹਾ, ਰਹਿਮਤਾਂ ਦਾ ਮੀਂਹ ਬਰਸਦਾ ਪਿਆ ਤੇ ਭਾਗਾਂ ਵਾਲੇ ਆਨੰਦ ਪ੍ਰਾਪਤ ਕਰਦੇ ਪਏ ਨੇ। ਆਓ ਫਿਰ ਆਨੰਦ ਪ੍ਰਾਪਤ ਕਰੀਏ, ਗੁਰੂ ਦੇ ਚਰਨਾਂ ਵਿੱਚ ਜੁੜ ਬੈਠੇ ਸੱਜ ਬੈਠੇ ਖਾਲਸਾ ਜੀ। ਇਹ ਆਨੰਦ, ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਤੇ ਗੁਰੂ ਦੀ ਪਾਵਨ ਗੋਦ ਵਿੱਚ ਆ ਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਆਓ ਜਿੰਨੇ ਜੁੜ ਕੇ ਬੈਠੇ ਹੋ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਪੁਰਖ ਸ਼੍ਰੀ ਮਾਨ ਸੰਤ ਬਾਬਾ ਰਜਿੰਦਰ ਸਿੰਘ ਜੀ, ਜਿਨ੍ਹਾਂ ਨੇ ਕਿ ਹੁਕਮ ਲਾਇਆ ਤੇ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਨ ਦਾ ਇਹ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ। ਖਾਲਸਾ ਜੀ, ਜਿੰਨਾ ਚਿਰ ਸੰਗਤ ਨਾ ਚਾਹਵੇ ਉਹਨਾਂ ਚਿਰ ਸੰਸਾਰ ਦੇ ਉੱਤੇ ਆਇਆ ਨਾ ਆਇਆ ਇੱਕ ਬਰਾਬਰ ਹੀ ਹੈ। ਜਿੰਨਾ ਚਿਰ ਚੰਗੇ ਮਹਾਪੁਰਖ ਦੀ ਸ਼ਰਨ ਵਿੱਚ ਨਹੀਂ ਆਉਂਦੇ, ਯਾਦ ਰੱਖੋ ਸਾਡੇ ਵਰਗੇ ਬੁਲਾਰੇ ਅਨੇਕਾਂ ਹੀ ਤੁਰੇ ਫਿਰਦੇ ਨੇ, ਪਰ ਉਹਨਾਂ ਦਾ ਮੁੱਲ ਉਦੋਂ ਹੀ ਪੈਂਦਾ ਸੱਚੇ ਮਹਾਪੁਰਖਾਂ ਦੇ ਚਰਨਾਂ ਵਿੱਚ ਆ ਕੇ, ਮਹਾਨ ਗੁਰੂ ਦੀ ਉਸਤਤ ਕਰਕੇ ਔਰ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਕੇ। ਤੇ ਜੇ ਆਪਾਂ ਗੁਰੂ ਦੀ ਉਹ ਸੱਚ ਦੇ ਮਾਰਗ ਉੱਤੇ ਚੱਲਣ ਵਾਲੀ ਗੱਲ ਨੂੰ ਵਿਸਾਰ ਬੈਠੇ ਤੇ ਖਾਲਸਾ ਜੀ, ਫਿਰ ਨਾ ਆਏ ਤੇ ਆਏ ਇੱਕ ਬਰਾਬਰ ਹੀ ਹੈ। ਤੇ ਮਹਾਂਪੁਰਖ ਉਸ ਰਸਤੇ ਉੱਤੇ ਸਾਨੂੰ ਚੱਲਣ ਵਾਸਤੇ ਉਪਦੇਸ਼ ਦੇ ਕੇ ਗਏ ਤੇ ਅੱਜ ਵੀ ਉਪਦੇਸ਼ ਦਿੰਦੇ ਪਏ ਨੇ, ਕਿਉਂਕਿ ਸੰਸਾਰ ਦੇ ਉੱਤੇ ਆਏ ਬਚਨ ਕੀਤਾ ਸੀ ਉਹਦੇ ਨਾਲ ਕਿ ਮਹਾਰਾਜ ਇੱਕ ਵਾਰੀ ਸੰਸਾਰ ਤੇ ਭੇਜ ਦੇ, ਤੇਰਾ ਹੀ ਨਾਮ ਜਪਾਂਗਾ, ਤੇਰਾ ਹੀ ਸਿਮਰਨ ਕਰਾਂਗਾ, ਤੇਰੀ ਭਗਤੀ ਕਰਾਂਗਾ। ਮਹਾਰਾਜ ਉਹ ਘੜੀ ਉਹ ਵੇਲਾ ਕਦੇ ਆਵੇਗਾ ਨਹੀਂ ਜਿੱਦਣ ਮਹਾਰਾਜ ਤੁਹਾਨੂੰ ਯਾਦ ਨਾ ਕਰਾਂ। ਉਦੋਂ ਤੇ ਤਰਲੇ ਕਰਦਾ, ਮਿੰਨਤਾਂ ਕਰਦਾ, ਪਰ ਸੰਸਾਰ ਤੇ ਆ ਕੀ ਕਰਦਾ ਹੈ, ਵਿਸਰ ਜਾਂਦਾ ਹੈ। ਚੌਧਰ ਪੁਣੇ ਹਕੂਮਤ ਦੇ ਨਸ਼ੇ ਅੰਦਰ 4 ਦਿਨ ਸਰੂਰ ਜ਼ਰੂਰ ਹੁੰਦਾ ਮਾਇਆ ਦੇ ਜਿੰਨਾ ਨਜ਼ਦੀਕ ਬੰਦਾ ਰੱਬ ਤੋਂ ਉਨਾ ਹੀ ਦੂਰ ਹੁੰਦਾ। ਤਾਰੇ ਤੋੜ ਆਕਾਸ਼ ਦੇ ਲਿਆ ਦਿਆਂਗਾ,
ਐਵੇਂ ਬੰਦੇ ਨੂੰ ਗਲਤ ਫਤੂਰ ਹੁੰਦਾ। ਜੋਸ਼ੀ ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ ਹੁੰਦਾ, ਸੋਝ ਉਹਨੂੰ ਮਨਜ਼ੂਰ ਹੁੰਦਾ। ਜੋ ਗੁਰੂ ਨੂੰ ਭਾਉਂਦਾ ਹੁੰਦਾ ਉਹੀ ਹੈ। ਸੋ ਗੁਰੂ ਕਿਰਪਾ ਕਰੇ ਇੱਥੇ ਜਿੰਨੇ ਸੱਜ ਕੇ ਬੈਠੇ ਹੋ ਨਾ, ਮੈਂ ਇੱਕ ਅਰਦਾਸ ਕਰਨੀ ਹੈ, ਬਾਅਦ ਜਿੰਨਾ ਕੁ ਸਮਾਂ ਮੇਰੇ ਕੋਲ ਮੈਂ ਆਪਣੇ ਸਮੇਂ ਵਿੱਚ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ। ਭਾਵੇਂ ਬਾਹਰਲੇ ਦੇਸ਼ਾਂ ਵਿੱਚ ਵੀ ਜਾਣ ਦਾ ਮੌਕਾ ਮਿਲਿਆ, ਮੈਂ ਆਰੰਭ ਵਿੱਚ ਤੇ ਲਾਸਟ ਵਿੱਚ ਅਰਦਾਸ ਕਰਦਾ ਉਹ ਇਸ ਕਰਕੇ ਕਿਉਂਕਿ ਜਦੋਂ ਆਪਾਂ ਕੋਈ ਪ੍ਰਕਰਮ ਨੂੰ ਆਰੰਭ ਕਰਦੇ ਹਾਂ ਕਿਸੇ ਦੀ ਬਿਰਤੀ ਨਾ ਟੁੱਟੇ। ਮੈਂ ਬੜੀ ਵਾਰ ਬੇਨਤੀ ਕੀਤੀ ਹੈ ਵੀ ਗੁਰੂ ਨਾਨਕ ਦਾ ਘਰ ਸੱਚ ਦਾ ਸੁਨੇਹਾ ਦਿੰਦਾ ਹੈ, ਤੇ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਦੱਸਣ ਦੀ ਲੋੜ ਨਹੀਂ ਪੈਂਦੀ। ਸਿੱਖਾ ਤੂੰ ਜਦੋਂ ਘਰੋਂ ਤੁਰਦਾ ਤੂੰ ਮਨ ਵਿੱਚ ਧਾਰ ਕੇ ਵੇਖ ਵੀ ਸੱਚੇ ਪਾਤਸ਼ਾਹ ਮੈਂ ਝੋਲੀ ਖਾਲੀ ਕਰਕੇ ਤੇਰੇ ਗਾੜੀ ਅੱਡ ਕੇ ਪਾਤਸ਼ਾਹ ਝੋਲੀ ਭਰਨ ਵਾਸਤੇ ਆ ਰਿਹਾ, ਤੇ ਕਿਰਪਾ ਕਰ ਮਾਲਕਾ, ਤੂੰ ਦੁਨੀਆ ਦਾ ਮਾਲਕ ਹੈ, ਤੂੰ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ। ਸੱਚੇ ਪਾਤਸ਼ਾਹ ਮੇਰੀ ਜੀਵਨ ਨਈਆ ਇਹਨੂੰ ਪਾਰ ਵੀ ਤੂੰ ਲਾਉਣ ਵਾਲਾ ਹੈ। ਜੇ ਮੇਰਾ ਕੋਈ ਸਹਾਰਾ ਹੈ ਸੰਸਾਰ ਤੇ ਉਹ ਪਾਤਸ਼ਾਹ ਤੂੰ ਹੈ। ਜਿਹੜਾ ਸਿੱਖ ਤੇ ਘਰੋਂ ਆਵੇਗਾ ਸਿੱਖਣ ਵਾਸਤੇ ਉਹ ਤੇ ਝੋਲੀ ਭਰ ਕੇ ਲੈ ਕੇ ਜਾਂਦਾ ਜੀ, ਤੇ ਜਿਹੜਾ ਆਖਿਆ ਵੀ ਮੈਂ ਗੁਰੂ ਨੂੰ ਜਾ ਕੇ ਸਿੱਖਿਆ ਦੇਣੀ ਹੈ ਉਹ ਘਰੋਂ ਵੀ ਖਾਲੀ ਆਉਂਦਾ ਤੇ ਇੱਥੋਂ ਵੀ ਖਾਲੀ ਜਾਂਦਾ ਜੀ। ਸੋ ਗੁਰੂ ਕਿਰਪਾ ਕਰੇ, ਆਏ ਆਪਾਂ ਕੁਝ ਨਾ ਕੁਝ ਪਾਉਣ ਵਾਸਤੇ ਹੀ ਆ ਇੱਥੋਂ। ਜੇ ਕੋਈ ਆਖੇ ਵੀ ਅਸੀਂ ਇੱਥੋਂ ਕੁਝ ਪਾ ਕੇ ਨਹੀਂ ਜਾਣਾ ਜਾਂ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਮਹਿਲ ਮਾੜੀਆਂ ਦੇ ਨਾਲ ਮਾਇਆ ਦੇ ਨਾਲ ਕਦੇ ਜੀਵਨ ਸੰਪੂਰਨ ਨਹੀਂ ਜਿਉਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੀਵਨ ਸੰਪੂਰਨ ਉਦੋਂ ਹੀ ਹੁੰਦਾ ਹੈ ਜਦੋਂ ਸ਼ਬਦ ਦਾ ਪ੍ਰਕਾਸ਼ ਹਿਰਦੇ ਵਿੱਚ ਹੋ ਜਾਵੇ। ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਤੇ ਜਿੰਨਾ ਚਿਰ ਭਜਨ ਨਹੀਂ ਕਰਦੇ, ਜਿੰਨਾ ਚਿਰ ਗੁਰੂ ਦੀ ਗੱਲ ਨਹੀਂ ਮੰਨਦੇ, ਯਾਦ ਰੱਖੋ ਉਹਨਾਂ ਚਿਰ ਸਾਡਾ ਇਹ ਜਿੰਨੇ ਵੀ ਸਵਾਸ ਨੇ ਇਹ ਵਿਅਰਥ ਨੇ। 24,600 ਸਵਾਸ ਸਿੱਖਾ ਇੱਕ ਦਿਨ ਵਿੱਚ ਲੈਣਾ, ਤੇ 24,600 ਸਵਾਸਾਂ ਦੇ ਵਿੱਚੋਂ ਜੇ ਤੂੰ ਇੱਕ ਵੀ ਸਵਾਸ ਗੁਰੂ ਦੇ ਚਰਨਾਂ ਵਿੱਚ ਭੇਟ ਨਹੀਂ ਨਾ ਕਰਦਾ, ਇਹ ਸਵਾਸ ਤੇਰੇ ਜਿਹੜੇ ਕਿਸੇ ਕੰਮ ਦੇ ਨਹੀਂ। ਤੇਰੇ ਨਾਲੋਂ ਤੇ ਕੂਕਰ ਚੰਗਾ ਹੈ। ਸਾਰੀ ਰਾਤ ਪਹਿਰਾ ਦਿੰਦਾ ਹੈ, ਸਾਰੀ ਰਾਤ ਪਹਿਰਾ ਦੇਣ ਤੋਂ ਬਾਅਦ ਫਿਰ ਦਿਨੇ ਜਾ ਕੇ ਰੂੜੀ ਤੇ ਸੌਂਦਾ, ਤੇ ਸ਼ਾਮ ਨੂੰ ਫਿਰ ਵਕਤ ਹੋ ਜਾਂਦਾ, ਕਹਿੰਦਾ ਮੈਂ ਆਪਣੇ ਮਾਲਕ ਦੀ ਪਹਿਰੇਦਾਰੀ ਕਰਨੀ ਹੈ। ਤੇ ਸਿੱਖਾ ਤੂੰ ਤੇ ਬਚਨੀ ਬੜੇ ਕੀਤੇ, ਤੂੰ ਤੇ ਵਾਅਦੇ ਬੜੇ ਕੀਤੇ, ਉਹਨਾਂ ਵਾਅਦਿਆਂ ਨੂੰ ਨਿਭਾਉਣ ਦਾ ਸਮਾਂ ਆਇਆ। ਅੱਜ ਉਹ ਸਮਾਂ ਆ ਗਿਆ। ਫਿਰ ਕਦੇ 5 ਨਿਤਰੇ ਸੀ, ਅੱਜ ਕਈ ਪੰਜਾਂ ਦੀ ਲੋੜ ਹੈ। ਕਿਉਂ ਲੋੜ ਹੈ? ਕਿਉਂਕਿ ਅੱਜ ਰਲਾ ਜ਼ਿਆਦਾ ਹੋ ਗਿਆ, ਕੱਚੇ ਜ਼ਿਆਦੇ ਰਲ ਗਏ ਨੇ, ਪਤਾ ਨਹੀਂ ਲੱਗਦਾ ਕਿਹੜੇ ਪਾਸਿਓਂ ਆਏ ਤੇ ਕਿਹੜੇ ਪਾਸਿਓਂ ਚਲੇ ਜਾਣਾ ਹੈ। ਪਰ ਅੱਜ ਆਪਾਂ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰ, ਆਏ ਤੇਰੇ ਦਰਬਾਰ ਵਿੱਚੋਂ ਪਾਉਣ ਵਾਸਤੇ ਹੈ। ਜੇ ਕਿਸੇ ਕੋਲ ਧਨ ਦੌਲਤ ਹੈ, ਕਿਸੇ ਕੋਲ ਜਾਇਦਾਦ ਹੈ, ਕਿਸੇ ਕੋਲ ਮਹਿਲ ਮਾਰੀਆਂ ਨੇ, ਕਿਸੇ ਕੋਲ ਨੌਕਰ ਚਾਕਰ ਹੈ, ਉਹ ਤੰਦਰੁਸਤੀ ਮੰਗਣ ਵਾਸਤੇ ਆਇਆ। ਜੇ ਕੋਈ ਗਰੀਬ ਹੈ ਕਹਿੰਦਾ ਮਹਾਰਾਜ ਧਨ ਦੀ ਲੋੜ ਹੈ। ਜੇ ਕਿਸੇ ਨੂੰ ਸੰਤਾਨ ਦੀ ਲੋੜ ਹੈ ਉਹ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤੂੰ ਹੀ ਤੇ ਸੰਸਾਰ ਦਾ ਮਾਲਕ ਹੈ, ਤੂੰ ਹੀ ਤੇ ਭਾਗ ਲਿਖਣ ਵਾਲਾ ਹੈ, ਤੂੰ ਹੀ ਤੇ ਸੁੱਤੇ ਭਾਗ ਜਗਾਉਣ ਵਾਲਾ ਹੈ। ਜਿਹਦੇ ਭਾਗਾਂ ਵਿੱਚ ਉੱਥੇ ਲਿਖਣਾ ਭੁੱਲ ਗਿਆ ਮਾਲਕਾ ਇੱਥੇ ਲਿਖ ਦੇ। ਆਏ ਆਪਾਂ ਸਾਰੇ ਕੁਝ ਪਾਉਣ ਵਾਸਤੇ ਆ। ਕਿਸੇ ਨੂੰ ਬੁੱਧੀ ਦੀ ਲੋੜ ਹੈ ਉਹ ਬੁੱਧੀ ਮੰਗਦਾ ਹੈ, ਤੇ ਕਿਸੇ ਕੋਲ ਆਪਾ ਕੁਰਬਾਨ ਕਰਨ ਵਾਲਾ ਬਲ ਨਹੀਂ ਹੈ, ਉਹ ਆਪਾ ਕੁਰਬਾਨ ਕਰਨ ਵਾਲਾ ਬਲ ਗੁਰੂ ਦੇ ਕੋਲੋਂ ਮੰਗਣ ਵਾਸਤੇ ਆਇਆ। ਕਿਸੇ ਦੇ ਅੰਦਰ ਲੜਨ ਵਾਲਾ ਜਜ਼ਬਾ ਤੇ ਹੈ, ਉਹ ਖੜਨ ਵਾਲਾ ਜਜ਼ਬਾ ਲੈਣ ਵਾਸਤੇ ਆਇਆ। ਕੋਈ ਸਰਦਾਰੀ ਮੰਗਣ ਵਾਸਤੇ ਆਇਆ। ਆਓ ਫਿਰ ਸਾਰੇ ਕੁਝ ਨਾ ਕੁਝ ਮੰਗ ਲਈਏ। ਕੋਈ ਨਾਮ ਦੀ ਦਾਤ ਮੰਗਦਾ ਬੈਠਾ, ਆਪਣੇ ਹਿਰਦੇ ਵਿੱਚ ਹੀ ਸੱਚੇ ਪਾਤਸ਼ਾਹ ਨੂੰ ਧਾਰਨ ਕਰਕੇ ਆਵਾਜ਼ ਮਾਰ ਕੇ ਸਾਰੇ ਆਖੋ ਸਤਨਾਮ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਮੇਰੇ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਡਿਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਮਹਾਨ ਸਤਿਗੁਰੂ ਦੀ ਮਹਾਨ ਬਖਸ਼ਿਸ਼ ਮੈਂ ਕਹਿ ਸਕਦਾ। ਗੁਰੂ ਘਰ ਦੇ ਰਾਗਾ ਸਿੰਘ ਸੱਚਖੰਡ ਤੋਂ ਆਏ, ਉਹਨਾਂ ਨੇ ਇਲਾਹੀ ਕੀਰਤਨ ਆਪ ਜੀਆਂ ਨੂੰ ਸਰਵਣ ਕਰਵਾਇਆ, ਔਰ ਇਹੋ ਜਿਹਾ ਰੰਗ ਵਿਖਾਏ ਬਿਖੇਰਿਆ ਏ ਕਿ ਮੁਰਦਾ ਹੋ ਕੇ ਜਿਹੜੇ ਹਿਰਦੇ ਸੀ ਉਹਨਾਂ ਵਿੱਚ ਵੀ ਖੇੜਾ ਆ ਰਿਹਾ ਸੀ। ਇੱਕ ਵਿਖਾਵੇ ਵਾਲਾ ਰੰਗ ਹੁੰਦਾ, ਇੱਕ ਅੰਦਰ ਵਾਲਾ ਰੰਗ ਹੁੰਦਾ ਹੈ।
ਰੰਗ ਰੰਗ ਨਾ ਆਖਿਆ ਰੰਗ ਲੱਗਦਾ, ਪਤਾ ਰੰਗ ਦਾ ਨਾਮ ਵਿੱਚ ਰੰਗਿਆ ਨੂੰ। ਕੱਕਾ ਆਖਦਾ ਕੁਦਰਤੀ ਰੱਬ ਦਿਸੇ, ਐ ਪਰ ਕਿਵੇਂ ਵਿਖਾਣਾ ਬੰਦਿਆਂ ਨੂੰ। ਕਿਹੜੇ ਭਾਅ ਸ਼ਹਾਦਤ ਦਾ ਜਾਮ ਮਿਲਦਾ ਤਾਂ ਪਤਾ ਤਲਵਾਰ ਦੀ ਧਾਰ ਲੰਘਿਆ ਨੂੰ। ਜਿਹੜੇ ਤਲਵਾਰ ਦੀ ਧਾਰ ਲੰਘੇ ਨੇ ਉਹਨਾਂ ਨੂੰ ਪਤਾ ਹੈ ਸਰਦਾਰੀ ਕੀ ਹੈ, ਗੁਰੂ ਨਾਨਕ ਦੇ ਚਰਨਾਂ ਦੀ ਪ੍ਰੀਤ ਕੀ ਹੈ। ਗੁਰੂ ਨਾਨਕ ਨਾਲ ਲਾਉਣ ਵਾਲਿਆ ਇੱਥੇ ਵੀ ਮੁੱਖ ਉਜਲ ਤੇ ਅਗਾਂਹ ਵੀ ਮੁੱਖ ਉਜਲ, ਜਾਣ ਤੋਂ ਬਾਅਦ ਵੀ ਸੰਸਾਰ ਪੂਜਾ ਕਰਦਾ ਹੈ ਉਹਨਾਂ ਦੀ। ਜਿਹੜੇ ਲੋਕ ਸੱਚ ਤੇ ਪਹਿਰਾ ਦੇ ਕੇ ਜਾਂਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਔਰ ਉਹਨਾਂ ਦੇ ਲਖਤੇ ਜ਼ਿਕਰ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਪਏ ਆ। ਖਾਲਸਾ ਜੀ, ਬਿਰਤੀਆਂ ਇਕਾਗਰ ਰੱਖੀਏ। ਹਰ ਮਾਂ ਨੂੰ ਲਾਲ ਪਿਆਰਾ ਜੇ, ਹਰ ਬਾਪ ਨੂੰ ਆਪਣਾ ਪੁੱਤਰ ਪਿਆਰਾ ਜੇ। ਪੁੱਤਰ ਇਜ਼ਹਾਰ ਨਹੀਂ ਕਰਦਾ, ਮਾਂ ਦਮ ਦਮ ਦੇ ਨਾਲ ਆਪਣੇ ਪੁੱਤਰ ਨੂੰ ਯਾਦ ਕਰਦੀ ਹੈ, ਆਪਣੇ ਪੁੱਤਰ ਨੂੰ ਪਿਆਰ ਕਰਦੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਬਾਪ ਆਪਣੇ ਪੁੱਤਰ ਨੂੰ ਪਿਆਰ ਨਹੀਂ ਕਰਦਾ। ਬਾਪ ਆਪਣੇ ਪੁੱਤਰ ਨੂੰ ਮਾਂ ਨਾਲੋਂ ਵੀ ਵੱਧ ਪਿਆਰ ਕਰਦਾ ਹੈ, ਪਰ ਉਹ ਜ਼ਾਹਰ ਨਹੀਂ ਹੋਣ ਦਿੰਦਾ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵਾਰਸੋ, ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਪੁੱਤਾਂ ਨੂੰ ਪਿਆਰ ਨਹੀਂ ਸੀ ਕਰਦੇ? ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਆਪਣੇ ਪੁੱਤਰ ਪਿਆਰੇ ਨਹੀਂ ਸੀ? ਕਿਹੜਾ ਸੰਸਾਰ ਦਾ ਇਹੋ ਜਿਹਾ ਸੂਰਮਾ ਹੈ, ਕਿਹੜਾ ਇਹੋ ਜਿਹਾ ਯੋਧਾ ਹੈ ਜਿਹੜਾ ਸਾਰੇ ਸੰਸਾਰ ਦੇ ਸੁੱਖ ਨਹੀਂ ਚਾਹੁੰਦਾ ਕਿ ਮੇਰੀ ਔਲਾਦ ਦੀ ਝੋਲੀ ਵਿੱਚ ਪੈ ਜਾਵੇ। ਚਾਹੇ ਕੋਈ ਮਾਲਾ ਫੇਰਨ ਵਾਲਾ ਹੋਵੇ, ਚਾਹੇ ਉਹ ਖੰਡੇ ਖੜਕਾਉਣ ਵਾਲਾ ਹੋਵੇ, ਯਾਦ ਰੱਖੋ ਹਰ ਇੱਕ ਦੀ ਸੋਚ ਹੈ ਕਿ ਆਪਣੀ ਔਲਾਦ ਨੂੰ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਉਹਦੀ ਝੋਲੀ ਵਿੱਚ ਪਾ ਦੇਵੇ। ਪਰ ਜੇ ਹਿੱਕਾਂ ਛਾਨਣੀਆਂ ਹੁੰਦੀਆਂ ਕੋਈ ਵੇਖ ਸਕਿਆ ਤੇ ਉਹ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਹੈ। ਆਓ ਇੱਕ ਵਾਰੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਚੱਲੀਏ। ਉਹ ਧਰਤੀ ਹੈ ਜਿੱਥੇ ਆਨੰਦ ਹੀ ਆਨੰਦ ਸੀ, ਜਿੱਥੇ ਮੁਰਦਿਆਂ ਨੂੰ ਜੀਵਨ ਮਿਲਿਆ ਸੀ, ਜਿੱਥੇ ਸਾਨੂੰ ਲੜਨ ਦਾ ਜਜ਼ਬਾ ਮਿਲਿਆ ਸੀ। ਲੜਨਾ ਕੱਲਾ ਇਹ ਨਹੀਂ ਕਿ ਤੇਗ ਲੈ ਕੇ ਜੰਗ ਕਰਨ ਵਾਸਤੇ ਲੜਨਾ ਸਿਖਾਇਆ ਨਹੀਂ, ਪੰਜਾਂ ਵਕਾਰਾਂ ਉੱਤੇ ਕਾਬੂ ਪਾਉਣਾ ਸਾਨੂੰ ਸਿਖਾਇਆ ਗਿਆ। ਸੰਸਾਰ ਤੇ ਤੇਰੀ ਰਹਿਣੀ ਕੈਸੀ ਹੈ, ਤੇਰੀ ਬਹਿਣੀ ਕੈਸੀ ਹੈ, ਤੇਰਾ ਰੂਪ ਰੇਖ ਕੈਸਾ ਹੋਣਾ ਚਾਹੀਦਾ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਤੁਹਾਨੂੰ ਉੱਥੋਂ ਸਿਰਜਿਆ। ਪਟਨੇ ਸਿੱਖੀ ਨੇ ਜਨਮ ਲਿਆ ਤੇ ਆਨੰਦਪੁਰ ਸਾਹਿਬ ਸਿੱਖੀ ਜਵਾਨ ਹੋਈ ਹੈ। ਤੇ ਜਿੱਥੇ ਦੀ ਗੱਲ ਮੈਂ ਕਰਨ ਲੱਗਾ ਉਹ ਖਾਲਸੇ ਦੀ ਯੂਨੀਵਰਸਿਟੀ ਹੈ। ਆਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹ ਚੋਜ ਕੀਤੇ ਜੋ ਸੰਸਾਰ ਦੇ ਉੱਤੇ ਵੱਡੇ ਵੱਡੇ ਆਏ ਯੋਧੇ, ਵੱਡੇ ਵੱਡੇ ਆਏ ਪੈਗੰਬਰ ਨਹੀਂ ਕਰ ਸਕੇ। ਪ੍ਰਭ ਭਾਵੈ ਬਿਨ ਸਾਹ ਤੇ ਰਾਖੇ, ਜੇ ਉਹ ਚਾਹੇ ਤੇ ਬਿਨਾ ਸਾਹਾਂ ਤੋਂ ਜਿਉਂਦਾ ਰੱਖ ਸਕਦਾ ਹੈ। ਪ੍ਰਭ ਭਾਵੈ ਤਾਂ ਹਰ ਗੁਣ ਭਾਖ ਹੈ। ਜਿਹੜੇ ਗੁਣਾਂ ਨੂੰ ਸਿੱਖਣ ਵਾਸਤੇ ਬੰਦਾ ਦਿਨ ਰਾਤ ਭੱਜਾ ਫਿਰਦਾ ਹੈ, ਮਾਰੋ ਮਾਰ ਕਰਦਾ ਫਿਰਦਾ ਹੈ। ਜਦੋਂ ਗੁਰੂ ਨਾਨਕ ਸਾਹਿਬ 10ਵੇਂ ਨਾਨਕ ਦੇ ਚਰਨਾਂ ਵਿੱਚ ਗਏ ਨਾ, ਸੰਸਾਰ ਦੇ ਸਾਰੇ ਗੁਣਾਂ ਦੇ ਧਾਰਨੀ ਹੋ ਗਏ। ਜਦੋਂ ਆ ਰਾਜਿਆਂ ਵਾਲਾ ਬਾਣਾ ਪਹਿਨਾ ਦਿੱਤਾ ਨਾ, ਤੇ ਵਿੱਚੋਂ ਸਵਾਲ ਹੋਏ, ਜਿਵੇਂ ਅੱਜ ਕਿੰਤੂ ਪ੍ਰੰਤੂ ਕਰਦੇ ਨਾ, ਉਦੋਂ ਵੀ ਸੀ। ਇਹ ਨਹੀਂ ਵੀ ਅੱਜ ਹੀ ਪੈਦਾ ਹੋਏ ਨੇ। ਮਹਾਰਾਜ ਬਾਣਾ ਦੇ ਦਿੱਤਾ ਹੈ, ਇਹ ਪਹਿਰਾਵਾ ਵੱਖਰਾ ਦਿੱਤਾ ਹੈ, ਇਹ ਰਾਜਾ ਮਹਾਰਾਜਾ ਵਾਲਾ ਰੂਪ ਦਿੱਤਾ ਹੈ। ਬਾਣੀ ਵਿੱਚ ਵੀ ਲਿਖਿਆ ਨਾ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ। ਸਤਿਗੁਰੂ ਬਾਣਾ ਤੇ ਦਿੱਤਾ ਹੈ। ਇਹਨਾਂ ਵਿੱਚ ਤੇ ਉਹ ਲੋਕ ਨੇ ਜਿਨ੍ਹਾਂ ਕੋਲ ਵਿਦਿਆ ਨਹੀਂ ਹੈ, ਜਿਹੜੇ ਗਰੀਬ ਘਰਾਂ ਵਿੱਚੋਂ ਆਏ ਨੇ, ਜਿਨ੍ਹਾਂ ਨੂੰ ਕਦੇ ਵਿਦਿਆ ਦਾ ਮੌਕਾ ਹੀ ਨਹੀਂ ਮਿਲਿਆ ਗ੍ਰਹਿਣ ਕਰਨ ਦਾ। ਸਤਿਗੁਰੂ ਕਹਿੰਦੇ ਜਿਹੜਾ ਬਾਣੀ ਨਾਲ ਜੁੜ ਗਿਆ ਨਾ, ਯਾਦ ਰੱਖੀ ਕੱਲਾ ਬਾਣੇ ਦਾ ਮੁੱਲ ਨਹੀਂ, ਬਾਣੀ ਨਾਲ ਪਹਿਲਾਂ ਜੁੜ, ਜੜ ਨਾਲ ਜੁੜ। ਫਲ ਵਿੱਚ ਤਾਂ ਹੀ ਰਸ ਆਉਣਾ, ਟਾਹਣੀਆਂ ਨਾਲ ਨਹੀਂ। ਸਤਿਗੁਰੂ ਕਹਿੰਦੇ ਜੇ ਬਾਣੀ ਨਾਲ ਜੁੜਿਆ ਹੋਇਆ ਤੇ ਯਾਦ ਰੱਖੀ ਬਾਣੇ ਦਾ ਧਾਰਨੀ ਹੋ ਜਾਵੀਂ, ਲੋਕ ਪਰਲੋਕ ਦੀ ਤੈਨੂੰ ਸੋਝੀ ਦੇ ਦੇਵਾਂਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਘੋੜੇ ਤੇ ਸਵਾਰੀਆਂ ਕਰਨੀਆਂ, ਜੰਗੀ ਕਰਤੱਵ ਵਿਖਾਉਣੇ, ਇਹ ਕਿਹਨਾਂ ਦੇ ਹਿੱਸੇ ਵਿੱਚ ਆਏ? ਸਾਡੇ ਵੱਡ ਵਡੇਰਿਆਂ ਦੇ ਹਿੱਸੇ ਵਿੱਚ ਆਏ। 2000 ਤੋਂ ਵੱਧ ਕੌਮਾਂ ਸੰਸਾਰ ਦੇ ਉੱਤੇ ਸੀ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਕੌਮਾਂ ਦੀ ਲੋੜ ਨਹੀਂ, ਹੁਣ ਪੰਥ ਦੀ ਲੋੜ ਹੈ।
ਮੈਂ ਅੰਦਰ ਬੈਠਾ ਬੈਠਾ ਵੀ ਵਿਚਾਰ ਕਰ ਰਿਹਾ ਸੀ ਮਹਾਂਪੁਰਖਾਂ ਦੇ ਨਾਲ। ਮੈਂ ਕਿਹਾ ਬਾਬਾ ਜੀ ਅੱਜ ਜਿੰਨੇ ਵੀ ਪ੍ਰਚਾਰਕ ਨੇ ਉਹ ਕੌਮ ਕਰਕੇ ਸੰਬੋਧਨ ਹੁੰਦੇ ਨੇ, ਪੰਥ ਕਰਕੇ ਸੰਬੋਧਨ ਨਹੀਂ ਹੁੰਦੇ। ਉਹ ਕੌਮ ਕਿਉਂ ਕਹਿੰਦੇ ਨੇ? ਕਿਉਂਕਿ ਜੋ ਸਾਡੇ ਤੋਂ ਬੁਲਾਇਆ ਗਿਆ ਅਸੀਂ ਉਹ ਬੋਲਿਆ, ਜੋ ਸਾਡੇ ਤੋਂ ਕੁਹਾਇਆ ਗਿਆ ਅਸੀਂ ਉਹ ਕਿਹਾ। ਜਿੰਨੇ ਗ੍ਰੰਥ ਨੇ ਪੜ੍ਹ ਕੇ ਵੇਖ ਲਓ, ਕਿਸੇ ਵਿੱਚ ਕੌਮ ਨਹੀਂ ਲਿਖਿਆ, ਪੰਥ ਲਿਖਿਆ ਹੈ। ਇਹ ਕੌਮੀ ਸ਼ਬਦ ਕਿਉਂ? ਇਹ ਤਾਂ ਹੀ ਤਾਂ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਗੁਲਾਮ ਆ, ਅੱਜ ਵੀ ਗੁਲਾਮ ਆ। ਕਿਉਂ ਗੁਲਾਮ ਹੋ ਤੁਸੀਂ? ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੁਲਾਮੀ ਦੀਆਂ ਜੰਜੀਰਾਂ ਤੁਹਾਡੇ ਗਲਾਂ ਚੋਂ ਲਾਈਆਂ, ਆਪਣਾ ਸਾਰਾ ਕੁਝ ਤੁਹਾਨੂੰ ਦਿੱਤਾ, ਰਾਜ ਭਾਗ ਤੁਹਾਡੀ ਝੋਲੀ ਵਿੱਚ ਪਾਇਆ। ਉਹ ਤੁਹਾਨੂੰ ਨਵਾਂ ਨਹੀਂ ਸੀ ਕੋਈ ਕੱਪੜਾ ਪਾਉਣ ਦਿੰਦਾ, ਕੋਈ ਘੋੜੇ ਤੇ ਸਵਾਰੀ ਨਹੀਂ ਸੀ ਕਰਨ ਦਿੰਦਾ, ਕੋਈ ਖੂਹ ਤੋਂ ਪਾਣੀ ਨਹੀਂ ਸੀ ਪੀਣ ਦਿੰਦਾ। ਤੇ ਸੱਚੇ ਪਾਤਸ਼ਾਹ ਕਹਿੰਦੇ ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ। ਤੇ ਤੁਸੀਂ ਅੱਜ ਵੀ ਕਹਿੰਦੇ ਹੋ ਵੀ ਅਸੀਂ ਗੁਲਾਮ ਆ, ਗੁਲਾਮ ਆ। ਗੁਲਾਮ ਉਹ ਲੋਕ ਨੇ ਜਿਨ੍ਹਾਂ ਦੀ ਸੋਚ ਗੁਲਾਮ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਕੌਮ ਨਹੀਂ ਪ੍ਰਗਟ ਕੀਤੀ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪੰਥ ਪ੍ਰਗਟ ਕੀਤਾ। ਪੰਥ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਤੇ ਨਾਲ ਦੀ ਨਾਲ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸੰਬੋਧਨ ਕਰਦੇ ਨੇ। ਜਦੋਂ ਪੁਰਾਤਨ ਗੁਰੂ ਕਲਗੀਧਰ ਪਾਤਸ਼ਾਹ ਦਾ ਜੀਵਨ ਆਪਾਂ ਪੜ੍ਹਦੇ ਆਂ, ਅਕਾਲ ਪੁਰਖ ਨਾਲ ਇੱਕਮਿਕ ਹੋਏ, ਸੰਸਾਰ ਤੇ ਜਾਓ, ਕਹਿੰਦੇ ਸਾਡਾ ਦਿਲ ਨਹੀਂ ਕਰਦਾ, ਕਹਿੰਦੇ ਤੁਹਾਡੇ ਬਿਨਾ ਜ਼ੁਲਮੀ ਰਾਜ ਦੀ ਜੜ ਨਹੀਂ ਪੁੱਟੀ ਜਾਣੀ, ਤੁਹਾਨੂੰ ਜਾਣਾ ਪਵੇਗਾ ਤਾਂ ਜ਼ੁਲਮੀ ਰਾਜ ਦੀ ਜੜ ਪੁੱਟੀ ਜਾਵੇਗੀ। ਤੇ ਸਤਿਗੁਰਾਂ ਨੇ ਕੀ ਮੰਗਿਆ? ਕਹਿੰਦੇ ਮਹਾਰਾਜ ਜੇ ਤੁਸੀਂ ਕਿਰਪਾ ਕਰੋ, ਜੇ ਤੁਸੀਂ ਰਹਿਮਤ ਕਰੋ, ਮੈਂ ਸੰਸਾਰ ਤੇ ਜਾਵਾਂਗਾ। ਪਰ ਇੱਕ ਬਚਨ ਹੈ, ਉਹ ਘੜੀ ਉਹ ਵੇਲਾ ਕਦੇ ਆਵੇ ਨਾ ਕਿ ਇੱਕ ਸ਼ਿਰ ਵੀ ਤੁਸੀਂ ਮੇਰੇ ਤੋਂ ਦੂਰ ਹੋ। ਠਾਂਡ ਭਇਓ ਮੈਂ ਜੋਰ ਕਰ, बचन कहां सिर ल्याए, पंथ चले तब जगत में जब तुम करो सहाय। हुण बिरतियां एकागर रखो भी गुरु कलगीधर पातशाह महाराज ने कौम की गल की कि पंथ की गल की है। जेड़ा शब्द तुसी सरवण करदे पए सी, जो तो प्रेम खिलन का चाओ, सिर धर तली गली मेरी आओ, इत मार्ग पै धरीजै, सिर दीजै कान ना कीजै। वो किन्हां दी गल कीती? कौम वालियां दी गल कीती है। ਉਹ ਗੱਲ ਕੀਤੀ ਹੈ ਮਰਦ ਦੀ, ਉਹ ਗੱਲ ਕੀਤੀ ਹੈ ਪੰਥ ਦੀ, ਗੱਲ ਕੀਤੀ ਸੂਰਬੀਰ ਬਹਾਦਰ ਯੋਧਿਆਂ ਦੀ, ਬਚਨ ਦੇ ਬਲੀਆਂ ਦੀ ਗੱਲ ਕੀਤੀ ਹੈ ਵੀ ਜਿਹੜਾ ਗੁਰੂ ਨਾਨਕ ਦੇ ਸਿੱਖ ਨੇ, ਜਿਹੜੇ ਕਲਗੀਧਰ ਪਾਤਸ਼ਾਹ ਦੇ ਯੋਧੇ ਜਰਨੈਲ ਨੇ, ਉਹ ਆਪਣਾ ਸਿਰ ਤਲੀ ਤੇ ਟਿਕਾ ਕੇ ਗੁਰੂ ਨਾਨਕ ਦੇ ਘਰ ਵੱਲ ਨੂੰ ਤੁਰਦੇ ਨੇ। ਐਵੇਂ ਥੋੜਾ ਸੱਚੇ ਪਾਤਸ਼ਾਹ ਨੇ ਆਖਿਆ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆਸ। ਕਹਿੰਦੇ ਪਹਿਲਾਂ ਮਰਨਾ ਸਿੱਖ, ਜੇ ਤੈਨੂੰ ਮਰਨ ਦੀ ਜਾਚ ਆ ਗਈ ਤੂੰ ਗੁਲਾਮੀ ਪ੍ਰਵਾਨ ਨਹੀਂ ਕਰੇਗਾ। ਤੇ ਮਰਦ ਕਦੇ ਗੁਲਾਮੀ ਨਹੀਂ ਪ੍ਰਵਾਨ ਕਰਦਾ, कैद ते कमजोर ते डरपोक अधीनगी प्रवान कर देंदे। पर याद रखो मर्द कदे पिंजरे प्रवान नहीं करता। मर्द बंद बंद कटवा लैंदा, चरखड़ियां ते चढ़ जांदा है। जालम लोग जदों कहंदे ना भी तुसीं मुक जाना, तुसीं खत्म हो जाना, कहंदा सुण ओए ये नहीं तेरे तो मुकण वाले, ये बंद बंद कट साडा। कहंदा कट बंद बंद दे, तू नेजियां ते टंग दे, तू भट्ठियां झोक दे, तू आरियां च सौंप दे, साडी जवानी करके, साडी जवानी बढ़ के गावेगी को रागनी कि गुरु पिछे मर लियो, साडी जिंद नूं सकून है। कोई जुल्म कोई सितम सानू चुका सकदा नहीं, मुका सकदा नहीं। ओ पता क्यों? क्योंकि साडियां रगां दे विच गुरु गोबिंद सिंह दा खून है। जिन्हां दियां रगां विच गुरु कलगीधर पातशाह महाराज दा खून होवे, ओ किवें गुलामी प्रवान कर लैणगे? सत श्री अकाल। याद रखो ना सिर ते पग बन्निया, ना मुख ते दाढ़ी वधाया, मर्दां दी गिनती विच आउंदे ने लोग। आम लोग कहंदे ना भी साडे सिर ते पग है, शायद असीं मरदे आ। नहीं, उस अकाल पुरख दीयां सारियां दासियां ने, मालक एक है। ते उन्हें सच करके बिहारी ने लिखिया, वो कहंदा सच्चे पातशाह दुनिया ते मैं बड़े वेखे, अपने आप नूं सरदार खाउंदे फिरदे ने, अपने आप नूं योधे सदाउंदे फिरदे ने, अपने आप नूं आशिक दसदे ने, पर महाराज सच्चे आशिक जिहड़े तेरे पुत बने, इन्हां वर्गा कोई सच्चा मैं वेखिया ही नहीं। वो कहंदा आशिक आशिक हर कोई आखे,
ਸਿਰ ਟੇਢੀ ਪਗੜੀ ਧਰ ਕੇ ਮੌਤੋਂ ਪਰੇ ਇਸ਼ਕ ਦਾ ਡੇਰਾ ਤੇ ਸਾਹਮਣੇ ਆਉਂਦੇ ਡਰ ਕੇ ਮਹਿਬੂਬਾ ਦੇ ਮਹਿਲ ਬਿਹਾਰੀ ਕੋਈ ਵਿਰਲਾ ਹੀ ਪਹੁੰਚੇ ਮਰ ਕੇ ਕੋਈ ਵਿਰਲਾ ਹੀ ਮਾਂ ਨੇ ਪੁੱਤ ਪੈਦਾ ਕੀਤਾ ਜਿਹੜਾ ਸਿਰ ਭੇਟ ਕਰਕੇ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਵੇ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵਾਰਸੋ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਸੂਰਮੇ ਪ੍ਰਵਾਨ ਹੋਏ, ਜਿੱਥੇ ਗੁਰੂ ਨਾਨਕ ਦੇ 10ਵੇਂ ਨਾਨਕ ਨੇ ਅਨੇਕਾਂ ਚੋਜ ਕੀਤੇ। ਜਦੋਂ ਵਿਪਤਾ ਦੇ ਦਿਨ ਆਏ, ਉਹਨਾਂ ਵਿਪਤਾ ਦੇ ਦਿਨ ਵਿੱਚ ਆਪਣੇ ਸਾਥ ਛੱਡ ਕੇ ਚਲੇ ਗਏ। ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬਹਿੰਦੀ ਤੇ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਜਦੋਂ ਬੁਰਾ ਵਕਤ ਆਣ ਕੇ ਪੈਂਦਾ ਏ, ਵਿਦਵਾਨ ਕਹਿੰਦਾ ਬੁਰਾ ਵਕਤ ਜਦ ਬੰਦੇ ਤੇ ਆਣ ਪੈਂਦਾ ਸੱਪ ਰੱਸੀਆਂ ਦੇ ਬਣ ਬਣ ਡੰਗਦੇ ਨੇ। ਉਦੋਂ ਜਿਹੜੀਆਂ ਰੱਸੀਆਂ ਨੇ ਉਹਨਾਂ ਦੇ ਵੀ ਸੱਪ ਬਣ ਕੇ ਡੰਗ ਵੱਜਣ ਲੱਗ ਪੈਂਦੇ ਨੇ। ਕਈ ਆਪਣੇ ਸਾਥ ਛੱਡ ਕੇ ਚਲੇ ਗਏ ਤੇ ਸਮੇਂ ਦੀ ਸਰਕਾਰ ਔਰੰਗਜ਼ੇਬ ਬਾਦਸ਼ਾਹ, ਇੱਕ ਗੱਲ ਕਰਦਾ ਜਾਵਾਂ ਵੀ ਜਿੰਨੀ ਭਗਤੀ ਤੋਂ ਬਿਨਾ ਰਾਜ ਭਾਗ ਨਹੀਂ ਜੇ ਮਿਲਦੇ। ਉਦੋਂ ਇੱਕ ਬਾਦਸ਼ਾਹ ਸੀ ਔਰੰਗਜ਼ੇਬ, ਜਿਨੇ ਤਰਥੱਲੀ ਮਚਾਈ ਤੇ ਸਾਡਾ ਵੀ ਮਿਸ਼ਨ ਸੀ ਵੀ ਆਹ ਸਾਡਾ ਦੁਸ਼ਮਣ ਹੈ, ਇਹ ਜ਼ੁਲਮ ਕਰਦਾ ਸੀ, ਜ਼ੁਲਮ ਨੂੰ ਖਤਮ ਕਰਨਾ ਹੈ। ਪਰ ਯਾਦ ਰੱਖੋ ਅੱਜ ਘਰ ਘਰ ਦੇ ਵਿੱਚ ਅਰੰਗੇ ਪੈਦਾ ਹੋਏ ਨੇ, ਘਰ ਘਰ ਦੇ ਵਿੱਚ। ਉਦੋਂ ਇੱਕ ਸੀ ਤੇ ਸਾਨੂੰ ਪਤਾ ਸੀ ਇਹ ਜ਼ੁਲਮ ਕਰੇਗਾ, ਅਸੀਂ ਜ਼ੁਲਮ ਨੂੰ ਡੱਕਾਂਗੇ। ਅੱਜ ਅਰੰਗੇ ਸਾਡੇ ਘਰਾਂ 'ਚ ਪੈਦਾ ਹੋਏ ਨੇ, ਸਾਡੇ ਵਿੱਚ ਰਹਿੰਦੇ ਨੇ। ਅੱਜ ਸਿੱਖੀ ਦਾ ਘਾਣ ਜੇ ਕੋਈ ਕਰਦਾ ਤੇ ਸਾਡੇ ਵਿੱਚ ਰਹਿਣ ਵਾਲੇ ਸਭ ਤੋਂ ਜ਼ਿਆਦਾ ਕਰਦੇ ਨੇ, ਬਾਹਰ ਰਹਿਣ ਵਾਲੇ ਨਹੀਂ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਉਹਨਾਂ ਸਮਿਆਂ ਦੇ ਵਿੱਚ ਕੋਈ ਲਾਓ ਲਸ਼ਕਰ ਨਹੀਂ ਸੀ, ਬਹੁਤ ਵੱਡੀ ਫੌਜ ਨਹੀਂ ਸੀ ਤੇ ਔਰੰਗਜ਼ੇਬ ਦੇ ਕੋਲ 22 ਲੱਖ ਫੌਜ ਸੀ ਉਸ ਟਾਈਮ। ਜਦੋਂ 6-7 ਮਹੀਨੇ ਦਾ ਲੰਮਾ ਘੇਰਾ ਹੋ ਗਿਆ ਨਾ, ਆਪਣੇ ਵੀ ਸਾਥ ਛੱਡ ਕੇ ਚਲੇ ਗਏ। ਆਖਰਕਾਰ 6 ਤੇ 7 ਪੋਹ ਦੀ ਵਿਚਲੀ ਰਾਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਅਲਵਿਦਾ ਕਹਿਣਾ ਪੈ ਗਿਆ। ਜਦੋਂ ਅਲਵਿਦਾ ਕਹਿਣ ਲੱਗੇ ਸਤਿਗੁਰੂ ਸੀਸਗੰਜ ਸਾਹਿਬ ਗਏ ਤੇ ਅੰਤਮ ਅਰਦਾਸ ਕੀਤੀ। ਕਹਿੰਦੇ ਪਿਤਾ ਜੀ ਕਿਰਪਾ ਕਰਿਓ, ਮੈਂ ਅਨੰਦਪੁਰ ਸਾਹਿਬ ਨੂੰ ਕੁਝ ਕੁ ਸਮੇਂ ਵਾਸਤੇ ਤਿਆਗ ਕੇ ਚੱਲਿਆ ਤੇ ਕਿਰਪਾ ਕਰਿਓ ਸੇਵਾ ਦਰ ਪ੍ਰਵਾਨ ਕਰਿਓ, ਆਪਣੇ ਪੁੱਤਰ ਦੇ ਸੀਸ ਦੇ ਉੱਤੇ ਹੱਥ ਰੱਖਿਓ, ਕਿਉਂਕਿ ਆਹ ਜਿਹੜਾ ਸਮਾਂ ਹੈ ਇਹ ਮੁਸੀਬਤਾਂ ਦਾ ਸਮਾਂ ਹੈ, ਭਿਆਨਕ ਸਮਾਂ ਹੈ ਤੇ ਮੈਂ ਜੂਝ ਸਕਾਂ। ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਪਤਾ ਸੀ ਕਿ ਅੱਜ ਜੋ ਕੁਝ ਮੇਰੇ ਕੋਲ ਹੈ ਮੈਂ ਸਾਰਾ ਕੁਝ ਨਿਸ਼ਾਵਰ ਕਰ ਦੇਣਾ ਹੈ। ਐਵੇਂ ਥੋੜਾ ਪਿਓ ਦੇ ਪਿਤਾ ਦੇ ਚਰਨਾਂ 'ਚ ਅਰਦਾਸ ਕੀਤੀ ਵੀ ਮਹਾਰਾਜ ਕਿਰਪਾ ਕਰਿਓ, ਬਲ ਦਿਓ, ਮੈਂ ਡੋਲਾ ਨਾ, ਮੈਂ ਥੜਕਾ ਨਾ, ਇਹ ਮਹਾਰਾਜ ਜੋ ਕੁਝ ਹੈ ਨਾ ਇਹ ਸਾਰਾ ਕੁਝ ਪੰਥ ਦਾ, ਪੰਥ ਵਾਸਤੇ ਨਿਸ਼ਾਵਰ ਕਰਨ ਦਾ ਸਮਾਂ ਆ ਗਿਆ। ਤੇ ਕਹਿੰਦੇ ਨੇ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਅਲਵਿਦਾ ਕਹਿਣ ਲੱਗੇ, ਗੁਰੂ ਬਖਸ਼ਦਾਸ ਸਾਧੂ ਨੂੰ ਆਵਾਜ਼ ਮਾਰੀ। ਕਹਿੰਦੇ ਸਾਧੂਆ ਹੁਣ ਤੇਰੀ ਜ਼ਿੰਮੇਵਾਰੀ ਬਣਦੀ ਹੈ, ਅਨੰਦਪੁਰ ਸਾਹਿਬ ਦੇ ਗੁਰੂ ਘਰ ਦੀ ਸੇਵਾ ਹੁਣ ਤੂੰ ਨਿਭਾਉਣੀ ਹੈ। ਤੇ ਗੁਰੂ ਬਖਸ਼ਦਾਸ ਦਾ ਉਸਤਾਦ ਬੋਲਿਆ, ਮਹਾਦੇਵ ਬੋਲਾ, ਉਹਦਾ ਨਾਮ ਸੀ ਮਹਾਦੇਵ, ਜਿਹੜਾ ਗੁਰੂ ਬਖਸ਼ਦਾਸ ਸਾਧੂ ਦਾ ਉਸਤਾਦ ਸੀ। ਮਹਾਦੇਵ ਬੋਲਾ, ਕਹਿੰਦਾ ਮਹਾਰਾਜ ਖਾਲਸਾ ਚੱਲਿਆ, ਪ੍ਰਤਾਪ ਵੀ ਨਾਲ ਲੈ ਚੱਲਿਆ, ਉਜੜੀ ਅਨੰਦਪੁਰੀ ਨੂੰ ਵਸਾਉਣ ਵਾਲਿਆ ਤੁਸੀਂ ਤੇ ਚੱਲੇ ਹੋ ਤੇ ਗੁਰਬਖਸ਼ਦਾਸ ਇੱਥੇ ਰਹੇਗਾ, ਇਹਦਾ ਗੁਜ਼ਾਰਾ ਕਿੱਥੋਂ ਹੋਵੇਗਾ। ਤੇ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਮਹਾਦੇਵ ਇਹ ਜਿੰਨਾ ਚਿਰ ਗੁਰਬਖਸ਼ਦਾਸ ਸੇਵਾ ਨਿਭਾਏਗਾ ਇੱਕ ਗੱਡਾ ਰਾਸ਼ਨ ਦਾ ਭਰਿਆ ਰਹੇਗਾ, ਕਦੇ ਤੋਟ ਨਹੀਂ ਆਵੇਗੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਵੱਡੇ ਵੱਡੇ ਲੰਗਰ ਜਿਹੜੇ ਲੱਗਦੇ ਪਏ ਨਾ, ਇਹ ਉਹੋ ਹੀ ਨੇ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇੱਕ ਗੱਡੇ ਦੀ ਬਖਸ਼ਿਸ਼ ਕੀਤੀ ਹੈ। ਕੱਲਾ 20 ਦਾ ਲੰਗਰ ਨਹੀਂ ਲਾਇਆ, ਇੱਥੇ ਸਿਰਾਂ ਦੇ ਲੰਗਰ ਲਾ ਦਿੱਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪੈਰ ਪੈਰ ਤੇ ਸਾਡੀਆਂ ਝੋਲੀਆਂ ਭਰੀਆਂ। ਅਸੀਂ ਗੁਰੂ ਤੋਂ ਬੇਮੁਖ ਹੋਏ, ਗੁਰੂ ਸਾਡੇ ਤੋਂ ਬੇਮੁਖ ਨਹੀਂ ਹੋਇਆ। ਅਸੀਂ ਗੁਰੂ ਨੂੰ ਕੰਡ ਵਿਖਾਈ ਹੈ, ਗੁਰੂ ਨੇ ਕਦੇ ਕੰਡ ਨਹੀਂ ਕੀਤੀ। ਜਿਸ ਦਿਨ ਗੁਰੂ ਨੇ ਕੰਡ ਕਰ ਦਿੱਤੀ, ਯਾਦ ਰੱਖੋ ਸੰਸਾਰ ਦੇ ਉੱਤੇ ਹਨੇਰਾ ਹੋ ਜਾਵੇਗਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ 6 ਤੇ 7 ਪੋਹ ਦੀ ਵਿਚਲੀ ਰਾਤ ਨੂੰ
ਵਿਦਵਾਨ ਕਹਿੰਦਾ 250 ਸਿੰਘਾਂ ਦਾ ਜਥਾ ਬਣਾਇਆ ਇੱਕ ਬਾਦਸ਼ਾਹਾਂ ਦੀ ਠਾਠ। ਜਦੋਂ ਤੁਰੇ ਸੀ ਤੇ 52 ਲੱਖ ਦਾ ਕਮਰ ਕੱਸਾ ਸੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਰੀਰ ਉੱਤੇ। 52 ਲੱਖ ਦਾ ਖਰਚਾ ਸੀ ਉਸ ਸਮੇਂ ਦਾ। ਸਰੀਰ ਦੇ ਉੱਤੇ ਜਿੰਨੀ ਹੀਰੇ ਪੰਨੇ ਜਵਾਹਰਾਤ ਹੀਰਿਆਂ ਦੇ ਹਾਰ ਪਏ ਹੋਏ ਨੇ, ਤੇ ਕਵੀ ਸੰਤੋਖ ਸਿੰਘ ਕਹਿੰਦਾ 9 ਰਤਨ ਜਿਹੜੇ ਨੇ ਡੌਲਿਆਂ ਤੇ ਸੋਭਾ ਪਾਉਂਦੇ ਨੇ। 9 ਰਤਨ, ਹੱਥਾਂ ਵਿੱਚ ਕੰਗਣ, ਉਹ ਕੜੇ, ਹਮਾਜੂ ਪੰਛੀ ਦਾ ਖੰਭ, 1.25 ਲੱਖ ਦੀ ਕਲਗੀ, ਤੇ ਜਿਸ ਘੋੜੇ ਤੇ ਸਵਾਰ ਹੁੰਦੇ ਹੀਰੇ ਪੰਨੇ ਜਵਾਹਰਾਤ ਮੋਤੀ ਲੱਗੇ ਹੋਏ ਉਹਦੇ ਉੱਤੇ। ਤੇ ਸਭ ਤੋਂ ਪਿੱਛੇ ਵੱਡਾ ਪੁੱਤਰ ਬਾਬਾ ਅਜੀਤ ਸਿੰਘ। ਵੈਰੀ ਦਾ ਮੁਕਾਬਲਾ ਕਰਨ ਵਾਸਤੇ ਇਹ ਨਾ ਸੋਚੋ ਵੀ ਅਜੀਤ ਸਿੰਘ ਡਰਪੋਕ ਸੀ ਤਾਂ ਪਿੱਛੇ ਸੀ। ਗੁਰੂ ਕਲਗੀਧਰ ਪਾਤਸ਼ਾਹ ਨੂੰ ਪਤਾ ਸੀ ਵੀ ਵੈਰੀ ਜਦੋਂ ਵੀ ਹੱਲਾ ਕਰੇਗਾ ਪਿੱਛੋਂ ਹੱਲਾ ਕਰੇਗਾ, ਅੱਗੇੋਂ ਕਦੇ ਹੱਲਾ ਨਹੀਂ ਕਰੇਗਾ। ਕਿਉਂਕਿ ਮਰਦਾਂ ਦਾ ਸਾਹਮਣਾ ਕਰਨ ਵਾਲਾ ਮਰਦ ਕੋਈ ਪੈਦਾ ਨਹੀਂ ਸੀ ਹੋਇਆ। ਸਮੇਂ ਦੀ ਸਰਕਾਰ ਜਦੋਂ ਵੀ ਵਾਅਦੇ ਕਰਦੀ ਰਹੀ ਪਿੱਠ ਤੇ ਵਾਰ ਕਰਦੀ ਰਹੀ। ਆਪਣੇ ਖਰੀਦ ਕੇ, ਸਾਡੇ ਆਪਣਿਆਂ ਨੂੰ ਖਰੀਦ ਕੇ ਫਿਰ ਸਾਡੀ ਪਿੱਠ ਤੇ ਵਾਰ ਕਰਦੇ ਨੇ। ਸਾਨੂੰ ਆਪਣੇ ਗੱਲ ਨਾਲ ਲਾ ਕੇ ਫਿਰ ਸਾਡੀ ਉੱਤੇ ਵਾਰ ਕਰਦੇ ਨੇ। ਸਾਡੀ ਹਿੱਕ ਤੇ ਕੋਈ ਵਾਰ ਨਹੀਂ ਕਰ ਸਕਿਆ ਅੱਜ ਤੱਕ। ਇਤਿਹਾਸ ਭਾਵੇਂ ਅੱਜ ਦਾ ਪੜ੍ਹ ਕੇ ਵੇਖ ਲਓ ਜਾਂ ਪ੍ਰਾਤਨ ਪੜ੍ਹ ਕੇ ਵੇਖ ਲਓ, ਜਦੋਂ ਵੀ ਹੋਇਆ ਧੱਕਾ ਤੁਹਾਨੂੰ ਆਪਣੇ ਬਣਾ ਕੇ ਕੁੱਟਿਆ ਤੇ ਆਪਣੇ ਬਣਾ ਕੇ ਲੁੱਟਿਆ। ਬਾਬਾ ਅਜੀਤ ਸਿੰਘ ਪਿੱਛੇ ਵੈਰੀ ਦਲ ਦਾ ਹੱਲਾ ਰੋਕਣ ਵਾਸਤੇ ਤਿਆਰ ਬਰ ਤਿਆਰ ਸੀ। ਬਾਬਾ ਉਦੈ ਸਿੰਘ, ਬਾਬਾ ਬਚਿੱਤਰ ਸਿੰਘ, ਔਰ ਬਾਬਾ ਆਲਮ ਸਿੰਘ, ਇਹ ਤਿਆਰ ਬਰ ਤਿਆਰ। ਤੇ ਪੰਜੀ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਜੈਡ ਸਿਕਿਉਰਿਟੀ, ਜਿੱਧਰ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਾਂਦੇ ਸੀ ਉਹਨਾਂ ਦੇ ਨਾਲ ਨਾਲ ਪੰਜੀ ਸਿੰਘ ਸੀ। ਉਹਨਾਂ ਦੇ ਉਹ ਮਹਾਨ ਜਰਨੈਲ, ਮਹਾਨ ਜਥੇਦਾਰ ਕਹਿ ਲਵਾਂ, ਸਰਦਾਰ ਬਚਿੱਤਰ ਸਿੰਘ ਰਠੌਰ ਸਰਦਾਰ ਤੇ ਸਰਦਾਰ ਉਦੈ ਸਿੰਘ, ਜੋ ਇਹਨਾਂ ਪੰਜੀ ਸਿੰਘਾਂ ਦੀ ਅਗਵਾਈ ਕਰਦੇ ਨੇ। ਜਥੇਦਾਰ ਸ਼ੇਰ ਸਿੰਘ, ਜਥੇਦਾਰ ਨਾਰ ਸਿੰਘ, ਆਲਮ ਸਿੰਘ ਵਰਗੇ, ਕਾਠਾ ਸਿੰਘ ਵਰਗੇ ਗੁਰੂ ਦੇ ਇੱਕ ਇਸ਼ਾਰੇ ਉੱਤੇ ਆਪਾ ਕੁਰਬਾਨ ਕਰਨ ਵਾਲੇ ਸੂਰਮੇ ਅੱਜ 6 ਤੇ 7 ਪੋਹ ਦੀ ਵਿਚਲੀ ਰਾਤ ਨੂੰ ਆਨੰਦਾਂ ਦੀ ਪੁਰੀ ਨੂੰ ਅਲਵਿਦਾ ਕਹਿ ਕੇ ਤੁਰ ਪਏ। ਹੁਣ ਖਾਲਸਾ ਜੀ ਇਧਰ ਬਿਰਤੀ ਇਕਾਗਰ ਕਰਿਓ। ਬੈਰੀ ਕਸਮਾਂ ਭੁੱਲ ਕੇ ਹੱਲਾ ਕਰ ਦਿੰਦਾ ਹੈ। ਕੁਰਾਨ ਦੀਆਂ ਜਿਲਦ ਉੱਤੇ ਲਿਖੀਆਂ ਹੋਈਆਂ ਕਸਮਾਂ ਭੁੱਲ ਗਏ। ਆਟੇ ਦੀ ਗਊ ਬਣਾ ਕੇ ਕਸਮ ਖਾਣ ਵਾਲੇ ਭੁੱਲ ਗਏ ਵੀ ਅਸੀਂ ਪਸੰਦ ਕੀਤਾ ਸੀ ਵੀ ਕਲਗੀ ਵਾਲਿਆ ਜਿੱਧਰ ਮਰਜੀ ਆਓ ਜਾਓ, ਸਾਡਾ ਕੋਈ ਜਰਨੈਲ, ਸਾਡਾ ਕੋਈ ਸਿਪਾਹੀ, ਸਾਡੀ ਕੋਈ ਫੌਜ ਦਾ ਜਵਾਨ ਤੁਹਾਡਾ ਰਸਤਾ ਨਹੀਂ ਰੋਕੇਗਾ। ਤੇ ਸਤਿਗੁਰੂ ਜਾਣਦੇ ਸੀ ਵੀ ਇਹ ਲੋਕ ਧੋਖਾ ਕਰਨਗੇ। ਪਾਪੀ ਲੋਕ, ਪਹਾੜ ਦੇ ਪੱਥਰ ਜਿਨ੍ਹਾਂ ਦੇ ਚਿੱਤ, ਇਹ ਦਿੱਲੀ ਕਦੀ ਮਲਾਮ ਦੇ ਤੇ ਨੈਣ ਮਲਾਉਂਦੇ ਨਿਤ। ਇਹ ਅੱਖਾਂ ਨਾਲ ਗੱਲਾਂ ਕਰਦੇ ਨੇ ਪਰ ਦਿਲ ਦੀ ਗੱਲ ਕਿਸੇ ਨੂੰ ਨਹੀਂ ਦੱਸਦੇ। ਇਧਰ ਵੈਰੀ ਦਾ ਮੁਕਾਬਲਾ ਕਰਦਿਆਂ ਕਰਦਿਆਂ, ਜੰਗ ਕਰਦਿਆਂ ਕਰਦਿਆਂ, ਯੁੱਧ ਕਰਦਿਆਂ ਕਰਦਿਆਂ, ਖੰਡੇ ਖੜਕਾਉਂਦਿਆਂ ਖੜਕਾਉਂਦਿਆਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਰਸਾ ਦੇ ਕੰਢੇ ਪਹੁੰਚ ਗਏ। ਇੱਥੇ ਦਇਆ ਸਿੰਘ ਨੂੰ ਆਖਿਆ, ਕਹਿੰਦੇ ਆਸਾ ਦੀ ਵਾਰ ਦਾ ਕੀਰਤਨ ਕਰੀਏ। ਔਰ ਅੰਗਰੇਟਾ ਸੂਰਮਾ ਬਾਬਾ ਜੈਤਾ, ਜਿਹੜਾ ਅੰਮ੍ਰਿਤਪਾਨ ਕਰਕੇ ਬਾਬਾ ਜੀਵਨ ਸਿੰਘ ਬਣਿਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਸ਼ਾਰਾ ਕਰਦੇ ਨੇ, ਕਹਿੰਦੇ ਜੀਵਨ ਸਿੰਘਾ, ਅਜੀਤ ਸਿੰਘ ਨੂੰ ਵੈਰੀ ਨੇ ਘੇਰਾ ਪਾ ਲਿਆ, ਖੰਡੇ ਖੜਕਾਓ। ਬਾਬਾ ਜੀਵਨ ਸਿੰਘ ਘੋੜੇ ਤੇ ਸਵਾਰ ਹੋਇਆ, ਔਰ ਜਿੱਥੇ ਬਾਬਾ ਅਜੀਤ ਸਿੰਘ ਨੂੰ ਘੇਰਾ ਪਾਇਆ ਸੀ 2 ਤਲਵਾਰਾਂ ਚਲਾਈਆਂ ਮਰਦ ਨੇ। ਇੱਥੇ ਸਰਦਾਰ ਉਦੈ ਸਿੰਘ ਸ਼ਹੀਦ ਹੋਇਆ। ਖਾਲਸਾ ਜੀ, ਇੱਕ ਇਹੋ ਜਿਹਾ ਮਰਦ ਜਿਹਨੇ ਖੜੇ ਖੜੇ ਨੇ ਸਵਾਸ ਤਿਆਗੇ ਨੇ, ਮੱਥੇ ਵਿੱਚ ਗੋਲੀ ਵੱਜੀ। ਸਰਦਾਰ ਬਚਿੱਤਰ ਸਿੰਘ ਹਜ਼ਾਰਾ ਫੱਟ ਸਰੀਰ ਤੇ ਲੱਗੇ, ਜੋ ਕੋਟਲਾ ਨਿਹੰਗ ਖਾਂ ਦੇ ਘਰ ਜਾ ਕੇ ਸ਼ਹੀਦ ਹੁੰਦਾ ਹੈ। ਆਪਾ ਕੁਰਬਾਨ ਕਰ ਗਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ। ਘੇਰਾ ਤੋੜ ਕੇ ਬਾਬਾ ਜੀਵਨ ਸਿੰਘ ਅਜੀਤ ਸਿੰਘ ਨੂੰ ਲੈ ਕੇ ਪਹੁੰਚਾ। ਇੱਧਰ ਤਲਵਾਰਾਂ ਖੜਕੀਆਂ, ਇੱਧਰ ਆਸਾ ਦੀ ਵਾਰ ਦਾ ਕੀਰਤਨ ਹੋਇਆ। ਤੇ ਦਇਆ ਸਿੰਘ ਨੇ ਸਵਾਲ ਕੀਤਾ, ਮਹਾਰਾਜ 250 ਸਿੰਘ ਸ਼ਹੀਦ ਹੋ ਗਿਆ ਮਹਾਰਾਜ, ਇਹ ਆਸਾ ਦੀ ਵਾਰ ਦਾ ਕੀਰਤਨ ਕੋਈ ਜ਼ਰੂਰੀ ਨਹੀਂ ਸੀ। ਸਤਿਗੁਰੂ ਕਹਿੰਦੇ ਸਾਵਧਾਨ ਓਏ ਦਇਆ ਸਿੰਘਾ, ਇਹ ਆਸਾ ਦੀ ਵਾਰ ਦਾ ਕੀਰਤਨ ਕਰਦੇ ਆ, 250 ਛੱਡ ਕੇ ਤੂੰ ਵੀ ਸ਼ਹੀਦ ਹੋ ਜਾਂਦਾ, ਸਾਡਾ ਵੀ ਜਿਸਮ ਲੇਖੇ ਲੱਗ ਜਾਂਦਾ। ਇਹ ਆਸਾ ਦੀ ਵਾਰ ਦਾ ਕੀਰਤਨ ਤਾਂ ਵੀ ਨਹੀਂ ਸੀ ਮਹਿੰਗਾ ਪੈਣਾ। ਗੁਰੂ ਨੇ ਦੱਸਿਆ ਵੀ ਕਿੱਡੀ ਵੀ ਮੁਸੀਬਤ ਬਣ ਜਾਵੇ, ਯਾਦ ਰੱਖੀ ਗੁਰੂ ਨਾਲੋਂ ਕਦੇ ਟੁੱਟੀ ਨਾ। ਗੁਰੂ ਨਾਲ ਟੁੱਟਣ ਵਾਲਿਆ ਰੁਲ ਜਾਵੇਗਾ, ਤੇਰਾ ਵਜੂਦ ਮੁੱਕ ਜਾਣਾ ਹੈ, ਦੁੱਖ ਖਤਮ ਹੋ ਜਾਣਾ ਹੈ। ਤੈਨੂੰ ਆਪਣਾ ਬਣਾਇਆ, ਕਦਰ ਕਰ ਲੈ ਇਸ ਗੱਲ ਦੀ। ਹੁਣ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆ ਸਰਸਾ ਦੇ ਕੰਢੇ ਤੇ ਆਏ ਨੇ। ਆ ਸਰਸਾ ਦੇ ਕੰਢੇ ਉੱਤੇ
ਪਰਿਵਾਰ ਵਿਛੋੜਾ ਹੁੰਦਾ ਹੈ। ਤਿੰਨ ਜਥਿਆਂ ਵਿੱਚ ਪਰਿਵਾਰ ਖੇਰੂ ਖੇਰੂ ਲੱਗਾ ਜੇ। ਹੁਣ ਕਵੀ ਦੀ ਉਡਾਰੀ ਹੈ, ਸ਼ਹਿਰ ਦੀ ਉਡਾਰੀ ਹੈ, ਇਧਰ ਸਰਸਾ ਠਾਠਾ ਮਾਰਦੀ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਪੁਕਾਰਾ ਕਰਦੀ, ਵੇ ਦਾਨੀਆਂ ਤੇਰੇ ਵਰਗਾ ਦਾਨੀ ਨਹੀਂ ਕੋਈ ਸੰਸਾਰ ਤੇ ਮੈਂ ਸੁਣਿਆ, ਮੈਨੂੰ ਕੀ ਦਾਨ ਕਰਕੇ ਜਾਵੇਗਾ। ਇਧਰ ਇੱਕ ਪਰਿਵਾਰ ਦਿੱਲੀ ਵੱਲੋਂ, ਇੱਕ ਖੇੜੀ ਵੱਲੋਂ ਤੇ ਇੱਕ ਸਰਸਾ ਤੋਂ ਪਾਰ ਚਮਕੌਰ ਵੱਲ ਨੂੰ ਕਿਵੇਂ ਜਾਂਦੇ ਨੇ ਢਾਡੀ ਸਿੰਘਾਂ ਕੋਲ ਸਰਵਣ। ਸਰਸਾ ਤੇ ਪਿਆ ਵਿਛੋੜਾ ਗੁਰੂ ਪਰਿਵਾਰ ਦਾ, ਸਰਸਾ ਤੇ ਪਿਆ ਵਿਛੋੜਾ ਗੁਰੂ ਪਰਿਵਾਰ ਦਾ। ਸਰਸਾ ਤੇ ਪਿਆ ਵਿਛੋੜਾ ਗੁਰੂ ਪਰਿਵਾਰ ਦਾ, ਸਰਸਾ ਤੇ ਪਿਆ ਵਿਛੋੜਾ ਗੁਰੂ ਪਰਿਵਾਰ ਦਾ, ਸਰਸਾ ਤੇ ਪਿਆ ਵਿਛੋੜਾ। ਕੀਤੇ ਨੇ ਖੇਰੂ ਖੇਰੂ ਸਮੇਂ ਦੀ ਮਾਰ ਨੇ, ਸਮੇਂ ਦੇ ਨਾਲ ਜਿਨ੍ਹਾਂ ਨੇ ਦੁਖੜੇ ਸਹਾਰ ਨੇ, ਸਮੇਂ ਦੇ ਨਾਲ ਜਿਨ੍ਹਾਂ ਨੇ। ਭਾਵੀ ਨੇ ਤਰਸ ਨਾ ਕੀਤਾ ਪਾਣਾ ਕਰਤਾਰ ਦਾ, ਸਰਸਾ ਤੇ ਪਿਆ ਵਿਛੋੜਾ ਗੁਰੂ ਪਰਿਵਾਰ ਦਾ, ਸਰਸਾ ਤੇ ਪਿਆ ਵਿਛੋੜਾ। ਹੋ ਗਏ ਵੱਖ ਮਹਿਲਾਂ ਨਾਲੋਂ ਗੁਰੂ ਦਸਮੇਸ਼ ਜੀ, ਹੋ ਗਏ ਵੱਖ ਮਹਿਲਾਂ ਨਾਲੋਂ ਗੁਰੂ ਦਸਮੇਸ਼ ਜੀ। ਛੋਟੀ ਸੁਲਤਾਨ ਹੋ ਗਏ ਸ਼ਾਹ ਤੋਂ ਦਰਵੇਸ਼ ਜੀ, ਛੋਟੀ ਸੁਲਤਾਨ ਹੋ ਗਏ। ਵਿਖੜਾਏ ਪੈਂਡਾ ਅੱਜ ਤੇ ਜੰਗ ਦੇ ਅਸਵਾਰ ਦਾ, ਵਿਖੜਾਏ ਪੈਂਡਾ ਅੱਜ ਤੇ ਜਗ ਦੇ ਅਸਵਾਰ ਦਾ, ਸਰਸਾ ਤੇ ਪਿਆ ਵਿਛੋੜਾ ਗੁਰੂ ਪਰਿਵਾਰ ਦਾ, ਸਰਸਾ ਤੇ ਪਿਆ ਵਿਛੋੜਾ। ਉਹ ਸਿੰਘਾਂ ਤੋਂ ਸਿੰਘ ਵਿਛੜ ਗਏ ਵੀਰਾਂ ਤੋਂ ਵੀਰ ਨੇ, ਸਿੰਘਾਂ ਤੋਂ ਸਿੰਘ ਵਿਛੜ ਗਏ ਵੀਰਾਂ ਤੋਂ ਵੀਰ ਨੇ। ਹੋਣਗੇ ਸੱਚਖੰਡ ਜਾ ਕੇ, ਹੋਣਗੇ ਸੱਚਖੰਡ ਜਾ ਕੇ, ਹੋਣਗੇ ਸੱਚਖੰਡ ਜਾ ਕੇ ਮੇਲੇ ਅਖੀਰ ਨੇ, ਹੋਣਗੇ ਸੱਚਖੰਡ ਜਾ ਕੇ। ਜੋਰਾਵਰ ਫਤਿਹ ਸਿੰਘ ਦੇ ਨਾਲੋਂ ਜੁਝਾਰ ਦਾ, ਜੋਰਾਵਰ ਫਤਿਹ ਸਿੰਘ ਦੇ ਨਾਲੋਂ ਜੁਝਾਰ ਦਾ, ਸਰਸਾ ਤੇ ਪਿਆ ਵਿਛੋੜਾ ਗੁਰੂ ਪਰਿਵਾਰ ਦਾ, ਸਰਸਾ ਤੇ ਪਿਆ ਵਿਛੋੜਾ। ਸਾਗਰ ਜੋ ਦੁੱਖ ਸੁਖ ਦੋਵੇਂ ਸਤ ਕਰ ਹੈ ਜਾਣਦਾ, ਸਾਗਰ ਜੋ ਦੁੱਖ ਸੁਖ ਦੋਵੇਂ ਸਤ ਕਰ ਹੈ ਜਾਣਦਾ। ਚੱਲਣਾ ਜੋ ਹੁਕਮ ਰਜ਼ਾਈ ਭੇਦ ਪਛਾਣਦਾ, ਚੱਲਣਾ ਜੋ ਹੁਕਮ ਰਜ਼ਾਈ। ਘਟ ਘਟ ਦੀ ਜਾਣਨ ਵਾਲਾ ਨਹੀਂ ਉਹ ਹਾਰਦਾ, ਘਟ ਘਟ ਦੀ ਜਾਣਨ ਵਾਲਾ ਨਹੀਂ ਉਹ ਹਾਰਦਾ, ਸਰਸਾ ਤੇ ਪਿਆ ਵਿਛੋੜਾ ਗੁਰੂ ਪਰਿਵਾਰ ਦਾ, ਸਰਸਾ ਤੇ ਪਿਆ ਵਿਛੋੜਾ ਗੁਰੂ ਪਰਿਵਾਰ ਦਾ, ਸਰਸਾ ਤੇ ਪਿਆ ਵਿਛੋੜਾ। ਸਰਸਾ ਆਵਾਜ਼ ਮਾਰਦੀ ਹੈ, ਕਹਿੰਦੀ ਕਲਗੀ ਵਾਲਿਆ ਮੈਂ ਸੁਣਿਆ ਤੇਰੇ ਵਰਗਾ ਦਾਨੀ ਕੋਈ ਨਹੀਂ ਹੈ। ਇਸ ਭਾਰਤ ਵਰਸ਼ ਨੂੰ ਬਚਾਉਣ ਵਾਸਤੇ ਹਿੰਦੀਆਂ ਦਾ ਡੁੱਬਦਾ ਬੇੜਾ ਪਾਰ ਲਾਉਣ ਵਾਲਿਆ, ਬਾਪੂ ਦਾਨ ਵਿੱਚ ਦੇਣ ਵਾਲਿਆ, ਮੈਨੂੰ ਕੀ ਦਾਨ ਵਿੱਚ ਦੇ ਕੇ ਜਾਵੇਂਗਾ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਸਰਵੋਤਮ ਦਾਨ ਦਿੰਦਾ ਆਇਆ ਤੇ ਸਰਵੋਤਮ ਦਾਨ ਦੇਵੇਗਾ। ਖਾਲਸਾ ਜੀ ਸਰਵੋਤਮ ਦਾਨ ਕਹਿੰਦੇ ਕਿਹਨੂੰ ਨੇ? ਸਭ ਤੋਂ ਸੰਪੂਰਨ ਦਾਨ ਕਿਹੜਾ ਹੈ?
ਤੇ ਮਰਦ ਕਿਹਨੂੰ ਆਖਿਆ ਜਾਂਦਾ ਹੈ? ਰਾਜਾ ਜਗਦੇਵ ਇੱਕ ਬਹੁਤ ਚੰਗਾ ਰਾਜਾ ਹੋਇਆ, ਜਿਹੜਾ ਆਪਣੀ ਪ੍ਰਜਾ ਦਾ ਖਿਆਲ ਰੱਖਦਾ ਰਿਹਾ। ਇੱਕ ਦਿਨ ਮਨ ਚ ਚਾਰ ਆਈ, ਕਹਿੰਦਾ ਸੰਸਾਰ ਘੁੰਮ ਕੇ ਵੇਖਣਾ ਚਾਹੀਦਾ, ਹੋ ਸਕਦਾ ਮੇਰੇ ਨਾਲੋਂ ਕੋਈ ਚੰਗਾ ਰਾਜਾ ਹੋਵੇ, ਚੰਗੀ ਸੁਵਿਧਾ ਦਿੰਦਾ ਹੋਵੇ ਆਪਣੀ ਪ੍ਰਜਾ ਨੂੰ। ਮੈਂ ਇੱਕ ਬੇਨਤੀ ਕਰਨੀ ਚਾਹਾਂਗਾ, ਮਾਫੀ ਚਾਹੁੰਦਾ ਤੁਹਾਡੇ ਕੋਲੋਂ। ਅਸੀਂ ਕਹਿੰਦੇ ਸਾਡੇ ਘਰਾਂ 'ਚ ਬਾਬਾ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲੇ ਵਰਗੇ ਨਹੀਂ ਆਉਂਦੇ। ਅਸੀਂ ਕਹਿੰਦੇ ਸਾਡੇ ਘਰਾਂ 'ਚ ਮਰਦ ਪੈਦਾ ਨਹੀਂ ਹੁੰਦੇ। ਅਸੀਂ ਕਹਿੰਦੇ ਸਾਡੀ ਪੰਥ ਦੀ ਅਗਵਾਈ ਕਰਨ ਵਾਲਾ ਕੋਈ ਪੈਦਾ ਨਹੀਂ ਹੁੰਦਾ। ਪੈਦਾ ਕਿੱਥੋਂ ਹੋਣਗੇ? ਜਿੰਨਾ ਕੁ ਸੁਣਦੇ ਉਹਨਾਂ ਕੀ ਪੈਦਾ ਹੋਣਗੇ। ਜਿਹੋ ਜਿਹਾ ਸੁਣੋਗੇ ਉਹੋ ਜਿਹੇ ਪੈਦਾ ਹੋਣੇ ਨੇ। ਸਰਕਾਰਾਂ ਨੇ ਤਾਂ ਪਹਿਲਾਂ ਲਾ ਦਿੱਤੇ, ਅਪਡੇਟ ਕਰ ਦਿੱਤੇ ਤੁਹਾਨੂੰ। ਉਹਦੇ ਕਹਿੰਦੇ ਸ਼ਸਤਰਾਂ ਦੀ ਵੀ ਕੋਈ ਲੋੜ ਨਹੀਂ ਹੈ, ਉਹ ਕਹਿੰਦੇ ਬਾਣੇ ਦੀ ਵੀ ਕੋਈ ਲੋੜ ਨਹੀਂ, ਜੀਨਾ ਪਾ ਲਓ। ਅਪਡੇਟ ਬਾਬਿਆਂ ਨੇ ਤੇ ਆਪਣਾ ਕੰਮ ਚਲਾਇਆ, ਉਹ ਤੇ ਕੰਮ ਚੱਲਦਾ ਪਿਆ। ਪਰ ਯਾਦ ਰੱਖੋ, ਲੋਹਾ ਖਾਓਗੇ ਤੇ ਲੋਹੇ ਬਣ ਜਾਓਗੇ, ਪਲਾਸਟਿਕ ਖਾਓਗੇ ਤੇ ਪਲਾਸਟਿਕ ਵਾਂਗੂ ਮੁੜ ਜਾਓਗੇ। ਮਰਦਾਂ ਦੀ ਗੱਲ ਸੁਣੋਗੇ ਤੇ ਮਰਦ ਬਣੋਗੇ। ਖਾਲਸਾ ਜੀ, ਅੱਜ ਸਾਡੇ ਵਿੱਚ ਇੱਕ ਬਹੁਤ ਵੱਡੀ ਕਮੀ ਆ ਗਈ ਹੈ, ਗਿਰਾਵਟ ਆ ਗਈ ਹੈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਵਰਗਾ ਸਿਆਣਾ ਕੌਣ ਹੈ? ਕੋਈ ਹੈ ਦੁਨੀਆ ਉੱਤੇ ਸਿਆਣਾ? ਅੱਜ ਦਾ ਬੰਦਾ ਕਹਿੰਦਾ ਮੇਰੇ ਨਾਲੋਂ ਸਿਆਣਾ ਕੋਈ ਨਹੀਂ, ਮੇਰੇ ਨਾਲੋਂ ਵੱਡਾ ਸੂਝਵਾਨ ਕੋਈ ਨਹੀਂ ਹੈ। ਮੈਂ ਨਹੀਂ ਕਹਿੰਦਾ ਵੀ ਕਥਾ ਸੁਣਨੀ ਮਾੜੀ ਗੱਲ ਹੈ, ਮੈਂ ਨਹੀਂ ਕਹਿੰਦਾ ਵੀ ਕੀਰਤਨ ਸੁਣਨਾ ਮਾੜੀ ਗੱਲ ਹੈ। ਕੀਰਤਨ ਵੀ ਸੁਣੋ, ਕਥਾ ਵੀ ਸੁਣੋ, ਪਰ ਜਿਹੜੇ ਰੰਗ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਨਾ, ਇਹ ਮੁਰਦਿਆਂ ਨੂੰ ਜੀਵਨ ਦੇਣ ਵਾਸਤੇ ਬਖਸ਼ਿਸ਼ ਕੀਤਾ ਹੈ। ਇਹ ਢਾਡੀ ਪਹਿਲਾਂ ਵੀ ਸੀ, ਢਾਡੀ ਪਹਿਲਾਂ ਰਾਜੇ ਰਜਵਾੜਿਆਂ ਵਾਸਤੇ ਕੰਮ ਕਰਦੇ ਸੀ, ਪਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਖਿਆ ਪੰਥ ਦੀ ਅਗਵਾਈ ਕਰੋਗੇ ਤਾਂ ਕਰ ਸਕੋਗੇ ਜੇ ਤੁਹਾਡੇ ਕੋਲ ਵੀਰਸ ਪੈਦਾ ਕਰਨ ਵਾਲੇ ਯੋਧੇ ਹੋਣਗੇ। ਢਾਡੀ ਵੀ ਕੋਈ ਐਵੇਂ ਨਹੀਂ ਵੀ ਢੱਡਾ ਚੁੱਕੀਆਂ ਸਰੰਗੀ ਚੁੱਕੀ ਤੇ ਮੂੰਹ ਚੁੱਕ ਕੇ ਤੁਰ ਪਏ। ਵਾਰਸ ਲਿਖਦਾ, ਕਹਿੰਦਾ ਰਾਜਪੂਤ ਮੈਦਾਨ ਵਿੱਚ ਲੜਨ ਤੇਗੀ, ਅੱਗੇ ਢਾਡੀਆਂ ਦਾ ਪੁੱਤਰ ਗਾਉਂਦਾ ਹੈ। ਜਦੋਂ ਸੂਰਮੇ ਜੰਗ ਕਰਦੇ ਹੋਣ, ਸੂਰਮੇ ਖੰਡੇ ਖੜਕਾਉਂਦੇ ਹੋਣ, ਕੱਲੇ ਉਹ ਸੂਰਮੇ ਨਹੀਂ, ਢਾਡੀ ਵੀ ਸੂਰਮੇ ਨੇ ਜਿਹੜੇ ਅੱਗਲ ਵਾਂਢੀ ਹੋ ਕੇ ਵਾਰ ਗਾਉਂਦੇ ਨੇ ਮਰਦਾਂ ਦੀ, ਮਰਦਾਂ ਨੂੰ ਜੋਸ਼ ਭਰਦੇ ਨੇ। ਤੇ ਮੈਂ ਪੰਡਾਲ ਵਿੱਚ ਵੇਖਦਾ ਪਿਆ ਵੀ ਠੰਡ ਬਹੁਤ ਲੱਗਦੀ, ਅਸੀਂ ਬਾਹਰ ਨੂੰ ਭੱਜੇ ਜਾਂਦੇ ਆ, ਤੇ ਜਿਨ੍ਹਾਂ ਦੀ ਯਾਦ ਅੰਦਰ ਜੁੜ ਕੇ ਬੈਠੇ ਆ, ਉਹਨਾਂ ਨੇ ਉਹ ਕੱਕਰ ਭਰੀਆਂ ਰਾਤਾਂ ਦੀ ਪਰਵਾਹ ਨਹੀਂ ਕੀਤੀ। ਹਜ਼ਾਰਾਂ ਫਾਟੇ ਆਪਣੇ ਸੀਨੇ ਤੇ ਸਹਾਰ ਲੈ, ਉਹ ਤਾਂ ਵੀ ਕਹਿੰਦੇ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਦਕ ਨਾ ਜਾਵੇ। ਹੁਣ ਪਤਾ ਕੀ ਕਹਿੰਦੇ ਆ? 1 ਘੰਟਾ ਹੋ ਗਿਆ, ਬੜਾ ਔਖਾ ਲੰਘਿਆ, ਬੜਾ ਔਖਾ ਸਮਾਂ, ਕਿਉਂਕਿ ਫੋਨ ਹੀ ਇੰਨੇ ਆਉਣ ਲੱਗ ਪਏ ਆਪਾਂ ਨੂੰ ਵੀ ਗੁਰੂ ਘਰ ਬਹਿਣਾ ਹੀ ਔਖਾ ਹੋ ਗਿਆ। ਪਰ ਯਾਦ ਰੱਖੋ, ਜੇ ਘਰਾਂ 'ਚ ਸੂਰਮੇ ਚਾਹੁੰਦੇ ਹੋ, ਜੇ ਘਰਾਂ 'ਚ ਮਰਦ ਚਾਹੁੰਦੇ ਹੋ, ਜਿਸ ਮਾਂ ਨੇ ਸੂਰਮੇ ਨੂੰ ਪੈਦਾ ਕਰਨਾ, ਯਾਦ ਰੱਖੋ ਉਹ ਢਾਡੀਆਂ ਨੂੰ ਸੁਣਦੀ ਹੈ। ਜਿਸ ਮਾਂ ਨੇ ਭਗਤ ਪੈਦਾ ਕਰਨਾ ਹੈ, ਉਹ ਗੁਰਬਾਣੀ ਪੜ੍ਹਦੀ ਹੈ, ਗੁਰਬਾਣੀ ਵਿਚਾਰਦੀ। ਜਿਹਨੇ ਸੂਰਮਾ ਪੈਦਾ ਕਰਨਾ, ਇਤਿਹਾਸ ਪੜ੍ਹਦੀ ਹੈ, ਇਤਿਹਾਸ ਸੁਣਦੀ ਹੈ। ਇਹ ਮੈਂ ਨਹੀਂ ਕਹਿੰਦਾ, ਮੇਰੇ ਵੱਡ ਵਡੇਰੇ ਕਹਿੰਦੇ ਨੇ। ਜਿਹੜੀ ਮਾਂ ਨੇ ਕਦੇ ਸੂਰਮੇ ਦੀ ਗੱਲ ਨਹੀਂ ਸੁਣੀ, ਜਿਹੜੀ ਮਾਂ ਨੇ ਕਦੇ ਸੂਰਮੇ ਨੂੰ ਪੜ੍ਹਿਆ ਨਹੀਂ, ਜਿਸ ਮਾਂ ਨੇ ਕਦੇ ਸੂਰਮੇ ਨੂੰ ਵਿਚਾਰਿਆ ਨਹੀਂ, ਉਹ ਸੂਰਮਾ ਪੈਦਾ ਵੀ ਕਿੱਥੋਂ ਕਰੇਗੀ? ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵਾਰਸੋ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਸ ਕਰਕੇ ਨਹੀਂ ਆਪਾ ਕੁਰਬਾਨ ਕਰ ਦਿੱਤਾ, ਆਪਣੇ ਸੂਰਬੀਰ ਬਹਾਦਰ ਪੁੱਤਰ ਕੁਰਬਾਨ ਕੀਤੇ ਵੀ ਤੁਸੀਂ ਬਸ ਇੰਨਾ ਸਾਬਤ ਕਰ ਦਿਓ ਵੀ ਠੀਕ ਆ, ਵੱਡੇ ਪੋਸਟਰ ਲਾ ਕੇ ਵੀ ਤੁਹਾਡਾ ਸ਼ੁਕਰਾਨਾ ਕਰ ਰਹੇ ਵੀ ਤੁਸੀਂ ਕੁਰਬਾਨੀ ਦੇ ਦਿੱਤੀ, ਬੜਾ ਤੁਹਾਡਾ ਧੰਨਵਾਦ ਹੈ। ਇਹ ਇੱਕ ਜਨਮ ਨਹੀਂ, ਕਈ ਜਨਮ ਲੈ ਲਓ, ਅਸੀਂ ਉਹਨਾਂ ਦਾ ਸ਼ੁਕਰਾਨਾ ਜਿੰਨਾ ਕਰ ਲਈਏ ਉਹਨਾਂ ਥੋੜਾ ਹੈ। ਉਹਨਾਂ ਦੇ ਪਰਉਪਕਾਰਾਂ ਦਾ ਕੋਈ ਦੇਣ ਨਹੀਂ ਜੇ ਦੇ ਸਕਦਾ। ਆ ਵੇਖਿਓ, ਮਰਦ ਉਹ ਨੇ ਕਿ ਆਪਾਂ ਮਰਦੇ ਆ। ਰਾਜਾ ਜਗਦੇਵ ਦੀ ਗੱਲ ਕਰਦਾ ਪਿਆ, ਤੇ ਰਾਜਾ ਜਗਦੇਵ ਇੱਕ ਸ਼ਹਿਰ ਪਹੁੰਚਿਆ, ਤੇ ਰਾਜਾ ਆਪਣੀ ਪ੍ਰਜਾ ਨੂੰ ਭੁੱਲ ਕੇ ਤੇ ਸ਼ਰਾਬ ਦੇ ਕੁਆ ਵਿੱਚ ਲੱਗਾ। ਉਹਦੇ ਦਰਬਾਰ 'ਚ ਵੇਸਵਾ ਨੱਚਦੀ ਪਈ ਹੈ। ਅੱਜ ਵੀ ਸੱਚ ਦੀ ਗੱਲ ਹੋਵੇ ਤੇ ਬਹੁਤ ਘਟ ਜਾਂਦੀ ਹੈ ਗਿਣਤੀ, ਤੇ ਜਦੋਂ ਨਾਚ ਹੋਣ, ਰੰਗ ਰਾਗ ਹੋਵੇ, ਉਦੋਂ ਖਲੋਣ ਨੂੰ ਥਾਂ ਨਹੀਂ ਜੇ ਲੱਭਦਾ। ਬਹਿਣ ਦੀ ਤੇ ਬੜੀ ਦੂਰ ਦੀ ਗੱਲ ਹੈ। ਰਾਜਾ ਜਗਦੇਵ ਜਦੋਂ ਗਿਆ, ਇੱਕ ਆਮ ਨਾਗਰਿਕ ਦੇ ਭੇਸ ਵਿੱਚ ਸੀ, ਤੇ ਜਿਹੜੀ ਨਾਚ ਕਰਨ ਵਾਲੀ ਵੇਸਵਾ ਸੀ ਨਾ, ਉਹਨੇ ਮੂੰਹ ਢੱਕ ਲਿਆ, ਪਰਦਾ ਕੱਜ ਲਿਆ।
ਆ ਰਾਜੇ ਨੇ ਆਖਿਆ, ਉਹਨੇ ਕਹਾ ਤੈਨੂੰ ਤੇਰਾ ਮੂੰਹ ਵੇਖ ਕੇ ਤੈਨੂੰ ਅਸੀਂ ਪੈਸੇ ਦਿੰਨੇ ਆ, ਅੱਜ ਤੱਕ ਕਦੇ ਮੂੰਹ ਕੱਜਿਆ ਨਹੀਂ, ਅੱਜ ਮੂੰਹ ਕਿਉਂ ਢੱਕ ਲਿਆ। ਉਹਨੇ ਰਾਜੇ ਜਗਦੇਵ ਵੱਲ ਨਜ਼ਰ ਭਰ ਕੇ ਆਖਿਆ, ਕਹਿੰਦੀ ਅੱਜ ਇਹ ਰਾਜਾ ਤੇਰੀ ਦਰਬਾਰ ਦੇ ਵਿੱਚ ਅੱਜ ਇੱਕ ਮਰਦ ਆਇਆ। ਉਹ ਮਰਦ ਕੌਣ ਸੀ? ਰਾਜਾ ਜਗਦੇਵ। ਰਾਜੇ ਨੇ ਆਖਿਆ ਵੀ ਜਾਂ ਸਾਬਤ ਕਰ। ਇੱਥੇ ਸਾਰੀਆਂ ਜਨਾਨੀਆਂ ਬੈਠੀਆਂ ਸੀ ਪਹਿਲਾਂ ਵੀ ਮਰਦ ਅੱਜ ਹੀ ਆਇਆ। ਉਹ ਮਰਦ ਸੀ ਰਾਜਾ ਜਗਦੇਵ। ਉਹਨੇ ਕਿਹਾ ਹਾਂ ਮੈਂ ਸਾਬਤ ਕਰ ਸਕਦੀ। ਇੱਕ ਚਾਂਦੀ ਦੀ ਥਾਲ, ਇੱਕ ਤਾਰ ਲਿਆਂਦੀ ਸਟੀਲ ਦੀ। ਸਭ ਤੋਂ ਪਹਿਲਾਂ ਉਹਨੇ ਰਾਜੇ ਦਾ ਗਾੜੀ ਕਰਕੇ ਆਖਿਆ, ਜਿਸ ਰਾਜੇ ਦਾ ਸ਼ਹਿਰ ਹੈ ਉਸ ਰਾਜੇ ਦਾ ਗਾੜੀ ਕਰਕੇ ਆਖਣ ਲੱਗੀ, ਕਹਿੰਦੀ ਰਾਜਾ ਸਰਵੋਤਮ ਦਾਨ ਦੇ ਮੈਨੂੰ। ਆ ਰਾਜੇ ਨੇ ਇੱਕ ਥੈਲੀ ਮੋਹਰਾਂ ਦੀ ਚੁੱਕੀ ਤੇ ਰੱਖ ਦਿੱਤੀ ਵਿੱਚ। ਵਾਰੀ ਵਾਰੀ ਸਾਰਿਆਂ ਰਾਜਿਆਂ ਕੋਲ ਗਈ, ਪੁੱਛਦੀ ਐ, ਕਹਿੰਦੀ ਰਾਜਾ ਸਰਵੋਤਮ ਦਾਨ ਦਿਓ ਮੇਰੇ। ਜਦੋਂ ਰਾਜੇ ਜਗਦੇਵ ਦੇ ਕੋਲ ਗਈ ਨਾ, ਰਾਜੇ ਜਗਦੇਵ ਨੇ ਹੱਸ ਕੇ ਆਖਿਆ, ਕਹਿੰਦਾ ਲੈ ਫਿਰ ਤੈਨੂੰ ਸੰਸਾਰ ਦਾ ਸਭ ਤੋਂ ਸਰਵੋਤਮ ਦਾਨ ਦੇਣ ਲੱਗਾ ਜਿਹੜਾ ਤੁਸੀਂ ਦਿੰਦੇ ਰਹੇ ਹੋ। ਉਹਨੇ ਕਿਹਾ ਚਾਂਦੀ ਦਾ ਥਾਲ ਅੱਗੇ ਕਰ, ਮੈਂ ਤੈਨੂੰ ਸਰਵੋਤਮ ਦਾਨ ਦੇਵਾਂ। ਜਿਹੜੀ ਤਾਰ ਸੀ ਉਹਨੇ ਆਪਣੇ ਪੈਰ ਦੇ ਗੂਠੇ ਨੂੰ ਵਲ ਮਾਰ ਕੇ ਉੱਤੋਂ ਗਲ ਦੇ ਉੱਤੋਂ ਦੀ ਘੁਮਾ ਕੇ ਦੂਜੇ ਪੈਰ ਦੇ ਗੂਠੇ ਨੂੰ ਵਲ ਮਾਰਿਆ। ਕਹਿੰਦਾ ਲੈ ਚੁੱਕ ਸੰਸਾਰ ਦਾ ਸਰਵੋਤਮ ਦਾਨ। ਇੱਕ ਝਟਕਾ ਮਾਰਿਆ ਤੇ ਸਿਰ ਵੱਢਿਆ ਗਿਆ, ਉਹਦੀ ਥਾਲ ਵਿੱਚ ਚਲਾ ਗਿਆ। ਉਹਨੇ ਸਾਹਮਣੇ ਥਾਲ ਕਰਕੇ ਆਖਿਆ, ਉਹਨੇ ਕਿਹਾ ਰਾਜਾ ਮੈਂ ਤਾਂ ਸਾਬਤ ਕਰ ਦਿੱਤਾ ਕਿ ਮਰਦ ਇੱਕ ਹੈ, ਹੁਣ ਤੂੰ ਦੱਸ ਕਿ ਤੂੰ ਮਰਦ ਹੈ ਕਿ ਜਨਾਨੀ ਹੈ। ਰਾਜਾ ਕਹਿੰਦਾ ਮੈਨੂੰ ਸੋਚਣ ਦਾ ਟਾਈਮ ਹੈ। ਘਰ ਚਲਾ ਗਿਆ। ਇੱਕ ਦਿਨ ਦਾ ਸਮਾਂ ਲਿਆ ਸੀ ਸਾਫ ਦੱਸਣ ਵਾਸਤੇ ਵੀ ਮੈਂ ਮਰਦ ਕੇ ਜਨਾਨੀ ਹੈ। ਹੁਣ ਵੱਡੀ ਰਾਣੀ ਕਹਿੰਦੀ ਰਾਜਾ ਲੁਕਦਾ ਕਿਉਂ ਫਿਰਦਾ ਹੈ? ਉਹਨੇ ਕਿਹਾ ਤੈਨੂੰ ਪਤਾ ਜਿਹੜੀ ਮੇਰੇ ਦਰਬਾਰ 'ਚ ਨਾਚ ਕਰਦੀ ਹੈ, ਨਾਚ ਕਰਦੀ ਹੈ, ਜੇ ਮੈਂ ਅੱਜ ਦਰਬਾਰ ਵਿੱਚ ਨਾ ਗਿਆ, ਦਰਬਾਰ ਨਾ ਲੱਗਿਆ, ਉਹਨੇ ਮੇਰੇ ਘਰ ਤੱਕ ਆ ਜਾਣਾ, ਉਹਦੇ ਤੋਂ ਮੇਰੀ ਜਾਨ ਬਚਾ। ਮੈਂ ਕਿਸ ਤਰ੍ਹਾਂ ਜਾਨ ਬਚਾਵਾਂ? ਉਹ ਕਹਿੰਦੀ ਜਾਨ ਬਚਾਉਣ ਦਾ ਇੱਕੋ ਤਰੀਕਾ ਹੈ। ਉਹ ਕਿਹੜਾ ਤਰੀਕਾ ਹੈ? ਕਹਿੰਦੀ ਸਿਰ ਤੇ ਸਾਲੂ ਲੈ ਲੈ। ਮਰਦ ਕਦੇ ਸਿਰਾਂ ਤੇ ਸਾਲੂ ਨਹੀਂ ਜੇ ਲੈਂਦੇ, ਹੱਥਾਂ 'ਚ ਕਦੇ ਚੂੜੀਆਂ ਨਹੀਂ ਜੇ ਪਾਉਂਦੇ। ਮਰਦ ਖੱਲ ਲਵਾ ਲੈਂਦੇ ਨੇ, ਮਰਦ ਮਰਦੇ ਜਾਂਦੇ ਨੇ, ਪਰ ਕਿਸੇ ਗਾੜੀ ਝੁਕਦੇ ਨਹੀਂ। ਸਿਰ ਤੇ ਸਾਲੂ ਲਿਆ, ਜਨਾਨੀਆਂ ਵਾਲਾ ਸੂਟ ਧਾਰਨ ਕਰ ਲਿਆ, ਹੱਥਾਂ ਵਿੱਚ ਚੂੜੀਆਂ ਪਾ ਲੀਆਂ, ਚਰਖਾ ਕੱਤਣਾ ਸ਼ੁਰੂ ਕਰ ਦਿੱਤਾ। ਰਾਣੀ ਨੂੰ ਪੁੱਛਿਆ ਨੱਚਣ ਵਾਲੀ, ਕਹਿੰਦੀ ਕਿੱਥੇ ਰਾਜਾ ਲੋਕੇ ਬੈਠਾ, ਅੱਜ ਦਰਬਾਰ ਵਿੱਚ ਆਇਆ ਨਹੀਂ? ਕਹਿੰਦੀ ਉਹ ਘਰ ਵਿੱਚ ਨਹੀਂ ਹੈ। ਘੁੰਮਦੀ ਘਮਾਉਂਦੀ ਉੱਥੇ ਚਲੀ ਗਈ ਜਿੱਥੇ ਚਰਖਾ ਕੱਤਦਾ ਪਿਆ ਸੀ ਰਾਜਾ ਘੁੰਡ ਕੱਢ ਕੇ। ਕਹਿੰਦੀ ਰਾਜਾ ਮੈਂ ਤੈਨੂੰ ਪਛਾਣ ਲਿਆ, ਹੁਣ ਦੱਸ ਵੀ ਤੂੰ ਮਰਦ ਹੈ ਕਿ ਔਰਤ ਹੈ? ਹੱਥ ਜੋੜ ਕੇ ਆਖਣ ਲੱਗਾ, ਕਹਿੰਦਾ ਵੀ ਮੈਂ ਔਰਤੀਆਂ, ਮਰਦਾਂ ਵਾਲਾ ਕੰਮ ਨਹੀਂ ਮੇਰੇ ਵਿੱਚ। ਮਰਦ ਉਹ ਆ ਜਿਹੜੇ ਸਿਰਾਂ ਦੇ ਭੇਡ ਚੜਾਉਂਦੇ ਨੇ। ਉਹਨੇ ਕਿਹਾ ਇੱਥੇ ਗੱਲ ਨਹੀਂ ਬਣਦੀ, ਭਰੀ ਸਭਾ ਵਿੱਚ ਜਾ ਕੇ ਦੱਸ ਕਿ ਮੁੱਛਾਂ ਦੇ ਨਾਲ, ਦਾੜੀ ਨਾਲ, ਸਿਰ ਤੇ ਤਾਜ ਰੱਖਣ ਦੇ ਨਾਲ ਕੋਈ ਮਰਦ ਨਹੀਂ ਬਣਦਾ। ਮਰਦਾਂ ਦੀ ਗਿਣਤੀ ਵਿੱਚ ਉਦੋਂ ਹੀ ਆਉਂਦੇ ਨੇ ਜਦੋਂ ਸਿਰ ਭੇਟ ਕਰਦੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਗੁਰੂ ਕਲਗੀਧਰ ਪਾਤਸ਼ਾਹ ਸਰਸਾ ਨੂੰ ਕਹਿੰਦੇ ਸਰਵੋਤਮ ਦਾਨ ਦੇ ਕੇ ਜਾਵਾਂਗੇ। ਅੱਜ ਤੱਕ ਅਸੀਂ ਸਿਰਾਂ ਦੀ ਭੇਟ ਦਿੰਦੇ ਆਏ ਤੇ ਸਿਰਾਂ ਦੀ ਭੇਟ ਦੇਵਾਂਗਾ। ਸਭ ਤੋਂ ਸੰਸਾਰ ਦਾ ਸਰਵੋਤਮ ਦਾਨ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ, ਉਹ ਵਿਦਿਆ ਸਾਗਰ, ਜਿਹੜਾ ਗ੍ਰੰਥ ਅੱਜ ਸਾਡੇ ਕੋਲ ਹੁੰਦਾ ਨਾ, ਤੇ ਗਿਆਨੀ ਜੀ ਸ਼ਾਇਦ ਟਿੱਪਣੀਆਂ ਕਰਨ ਵਾਲੇ ਜੰਮਦੇ ਹੀ ਨਾ। ਉਹ ਕੀਮਤੀ ਗ੍ਰੰਥ ਜਿਹੜਾ ਸਰਸਾ ਨੂੰ ਭੇਟ ਹੋਇਆ, ਜਾਨ ਤੋਂ ਪਿਆਰੇ ਖਾਲਸੇ ਜਿਹੜੇ ਲੰਮਾ ਸਮਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਚਰਨਾਂ ਵਿੱਚ ਰਹੇ ਨਾ, ਸਰਸਾ ਨੂੰ ਭੇਟ ਹੋ ਗਿਆ। ਤੇ ਕਵੀ ਸੰਤੋਖ ਸਿੰਘ ਲਿਖਦਾ, ਕਹਿੰਦਾ ਵੀ 40 ਕ ਨਾਲ ਸਿੰਘ ਸੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ, 2 ਸਾਹਿਬਜ਼ਾਦੇ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪ। ਹੁਣ ਮੈਂ ਛੇਤੀ ਕਰਕੇ ਉਧਰ ਨੂੰ ਚੱਲਾਂ, ਸਮਾਂ ਮੇਰੇ ਕੋਲ ਸੀਮਤ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕੋਈ ਬੁੱਧੀ ਚੰਦ ਲਿਖਦਾ ਹੈ, ਉਹਦੀ ਹਵੇਲੀ ਦੇ ਵਿੱਚ ਪਹੁੰਚੇ, ਜਿਹਨੂੰ ਅੱਜ ਚਮਕੌਰ ਦੀ ਗੜੀ ਕਰਕੇ ਆਪਾਂ ਕਹਿੰਦੇ ਵੀ ਇਹਦੇ ਵਰਗਾ ਤੀਰਥ ਸੰਸਾਰ ਦੇ ਉੱਤੇ ਕੋਈ ਹੈ ਹੀ ਨਹੀਂ ਹੈ। ਮੈਂ ਬੇਨਤੀ ਕਰਾਂ, ਹਿੰਦੂ ਕਵੀ ਹੋਵੇ, ਮੁਸਲਮਾਨ ਕਵੀ ਹੋਵੇ, ਉਹ ਤੇ ਸਿਫਤਾਂ ਕਰਦੇ ਥੱਕਦੇ ਨਹੀਂ, ਪਰ ਸਾਡਿਆਂ ਨੂੰ ਉਸ ਸਥਾਨ ਤੋਂ ਵਿਸ਼ਵਾਸ ਨਹੀਂ
ਅਮਰੀਕਾ ਕੈਨੇਡਾ ਤੋਂ ਲੋਕ ਆਣ ਕੇ ਉੱਥੇ ਨਕਮਸਤਕ ਹੁੰਦੇ ਨੇ, ਕਹਿੰਦੇ ਸਾਡੀਆਂ ਝੋਲੀਆਂ ਭਰ ਗਈਆਂ। ਜਿਹੜੀ ਮਾਂ ਨੂੰ ਅਕਾਲ ਪੁਰਖ ਔਲਾਦ ਬਖਸ਼ਣ ਵਾਲਾ ਨਾ, ਜੇ ਉੱਥੇ ਜਾ ਕੇ ਇੱਕ ਵਾਰੀ ਨਤਮਸਤਕ ਹੋ ਕੇ ਇਹ ਗੱਲ ਕਹਿ ਦੇਵੇ ਨਾ ਵੀ ਸ਼ਹੀਦ ਸਿੰਘੋ ਕਿਰਪਾ ਕਰੋ ਮੇਰੀ ਕੁੱਖ ਨੂੰ ਕਿਤੇ ਭਾਗ ਲਾ ਦਿਓ, ਇਹ ਮੇਰਾ ਸੰਸਾਰ ਤੇ ਆਉਣਾ ਸਫਲਾ ਹੋ ਜਾਵੇ, ਮੇਰੇ ਪਰਿਵਾਰ ਦਾ ਹੀ ਨਾਮ ਹੀ ਨਹੀਂ ਉੱਚਾ ਹੋਣਾ, ਮੇਰੇ ਪੰਥ ਦਾ ਵੀ ਸਿਰ ਉੱਚਾ ਹੋ ਜਾਵੇ, ਇਹੋ ਜਿਹਾ ਸੂਰਮਾ ਪੈਦਾ ਹੋਵੇ। ਮੈਂ ਪੁਰਾਤਨ ਸਮਿਆਂ ਨੂੰ ਜਦੋਂ ਪੜ੍ਹਦਾ ਨਾ, ਜਿਸ ਮਾਂ ਨੇ ਜਨਮ ਦੇਣਾ ਹੁੰਦਾ ਸੀ, ਸਭ ਤੋਂ ਪਹਿਲਾਂ ਇਲਾਕੇ ਦੇ ਵਿੱਚ ਕੋਈ ਸੂਰਮਾ, ਕੋਈ ਬਹਾਦਰ, ਕੋਈ ਜਰਨੈਲ ਉਹਦੀ ਯਾਦਗਾਰ ਬਣੀ ਹੋਣੀ ਤੇ ਉੱਥੇ ਜਾ ਕੇ ਨਤਮਸਤਕ ਹੋਣਾ, ਨਮਸਕਾਰ ਕਰਨੀ ਤੇ ਕਹਿਣਾ ਜਿੱਦਾਂ ਦਾ ਜਜ਼ਬਾ ਤੂੰ ਲੈ ਕੇ ਆਇਆ ਸੀ ਇਦਾਂ ਦਾ ਜਜ਼ਬਾ ਲੈਣ ਵਾਲਾ ਮੇਰੀ ਕੁੱਖ ਤੋਂ ਪੈਦਾ ਹੋਵੇ। ਤੇ ਗੁਰੂ ਕਿਰਪਾ ਕਰ ਦੇਵੇ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਹੋ ਜਿਹੇ ਬਲੀ ਨੇ, ਇਹੋ ਜਿਹੇ ਯੋਧੇ ਨੇ, ਇਹੋ ਜਿਹੇ ਸੂਰਮੇ ਨੇ, ਥੱਕੇ ਹੋਏ ਸੂਰਮਿਆਂ ਦੇ ਚਿਹਰੇ ਵੱਲ ਵੇਖਦੇ ਨੇ, ਪਰ ਨੂਰ ਚਿਹਰੇ ਤੋਂ ਘਟਿਆ ਨਹੀਂ। ਨੂਰ ਅੱਜ ਵੀ ਉਹ ਹੈ, ਬਲ ਅੱਜ ਵੀ ਉਹੀ ਹੈ। ਉਹ ਬਲ, ਉਹ ਤੇਜ, ਉਹ ਪ੍ਰਤਾਪ, ਉਹ ਨੂਰ ਕਿਵੇਂ ਪੈਦਾ ਹੋਇਆ, ਉਹ ਘਟਿਆ ਕਿਉਂ ਨਹੀਂ? ਕਿਉਂਕਿ ਜਿਹੜੇ ਜੜ ਨਾਲ ਜੁੜੇ ਹੋਣ ਉਹ ਕਦੇ ਸੁੱਕਦੇ ਨਹੀਂ, ਜਿਹੜੇ ਟਾਹਣੀਆਂ ਨਾਲ ਹੋਣ ਉਹ ਸੁੱਕ ਵੀ ਜਾਂਦੇ ਤੇ ਮੁੱਕ ਵੀ ਜਾਂਦੇ ਨੇ, ਉਹਨਾਂ ਦੇ ਖਿੜੇ ਹੋਏ ਚਿਹਰੇ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉਹ ਚਮਕੌਰ ਦੀ ਹਵੇਲੀ ਵਿੱਚ ਪਹੁੰਚੇ, ਕਹਿੰਦੇ ਰਾਤ ਦਾ ਸਮਾਂ ਸੀ ਤੇ ਸਿੰਘ ਆਰਾਮ ਕਰਦੇ ਪਏ ਤੇ ਬੜੇ ਸੰਸਾਰ ਦੇ ਉੱਤੇ ਪੀਰ ਪੈਗੰਬਰ ਔਲੀਏ ਨਬੀ ਅਵਤਾਰ ਸਾਧੂ ਮਹਾਤਮਾ ਗੌਸ ਪੁੱਤਰ ਹੋਏ, ਪਰ ਜਿਹੋ ਜਿਹਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਹੋਇਆ ਇਹੋ ਜਿਹਾ ਕੋਈ ਸੇਵਾਦਾਰ ਵੀ ਨਹੀਂ ਹੋਇਆ। ਜਦੋਂ ਸਿੰਘਾਂ ਨੂੰ ਵੇਖਿਆ ਨਾ ਆਰਾਮ ਕਰਦੇ ਆ, ਕਈ ਸਿੰਘਾਂ ਨੇ ਇਹ ਬੇਨਤੀ ਕੀਤੀ, ਮਹਾਰਾਜ ਮਖਮਲੀ ਸੇਜਾਂ ਤੇ ਆਸਣ ਲਾਉਣ ਵਾਲਿਓ, ਅੱਜ ਪੁੰਜੇ ਆਸਣ ਨਹੀਂ ਲਾਉਣ ਦਿੰਦੇ, ਆਪਣੇ ਕਮਰ ਕੱਸੇ ਖੋਲ ਦਿੱਤੇ। ਆ ਕਮਰ ਕੱਸੇ ਦਾ ਭਾਵ ਹੈ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਤਿਆਰ ਬਰ ਤਿਆਰ। ਐਵੇਂ ਥੋੜਾ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਵੀ ਖਾਲਸਾ ਮੇਰੀ ਜਾਨ ਕੀ ਜਾਨ, ਐਵੇਂ ਥੋੜਾ ਆਖਿਆ ਖਾਲਸੇ ਨੂੰ ਇਹ ਮੇਰਾ ਚਿਹਰਾ ਹੈ, ਉਹ ਸਾਹਿਬ ਮੈਂ ਉਸਦਾ ਚਿਹਰਾ। ਐਡਾ ਵੱਡਾ ਬਚਨ, ਐਡਾ ਵੱਡਾ ਸ਼ਬਦ ਤੁਹਾਡੇ ਵਾਸਤੇ ਵਰਤਿਆ ਹੋਵੇ ਤੇ ਅਸੀਂ ਗੁਰੂ ਦੀ ਗੱਲ ਨਾ ਮੰਨੀਏ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੇਖਦੇ ਨੇ ਤਲਵਾਰਾਂ ਦੇ ਫੱਟ ਲੱਗੇ ਹੋਏ ਨੇ ਔਰ ਖੂਨ ਸਿਮਦਾ ਪਿਆ, ਸਿੰਘ ਆਰਾਮ ਕਰਦੇ ਪਏ ਤੇ ਅੱਲਾ ਯਾਰ ਖਾਂ ਜੋਗੀ ਲਿਖਦਾ, ਕਹਿੰਦਾ ਠਹਿਮੇ ਸੇ ਨਿਕਲ ਆਏ ਸਰਕਾਰ ਹਵਾ ਮੇਂ ਜ਼ਿਕਰ ਖੁਦਾ ਮੇਂ, ਕਹਿੰਦਾ ਅਕਾਲ ਪੁਰਖ ਦੀ ਉਸਤਤ ਵਿੱਚ ਜੁੜੇ ਹੋਏ ਨੇ। ਕਹਿੰਦਾ ਮੈਂ ਬੜੇ ਵੇਖੇ ਪਰ ਗੋਬਿੰਦ ਸਿੰਘ ਵਰਗਾ ਨਹੀਂ ਵੇਖਿਆ। ਇੱਕ ਪਾਸੇ ਸਿੰਘਾਂ ਦੇ ਜ਼ਖਮਾਂ ਵਿੱਚ ਖੂਨ ਸਿਮਦਾ ਹੋਵੇ ਤੇ ਉਹ ਸਿਮਰਨ ਵਿੱਚ ਅਲੀਨ ਹੋਵੇ। ਹੁਣ ਅੱਲਾ ਯਾਰ ਖਾਨ ਨੂੰ ਕੀ ਪਤਾ ਵੀ ਉਹ ਤੇ ਆਪ ਰੱਬ ਸੀ, ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਰਿਓ, ਉਹ ਤੇ ਆਪ ਆਇਆ ਸੀ ਸੰਸਾਰ ਦੇ ਉੱਤੇ ਭਲਾ ਕਰਨ ਵਾਸਤੇ, ਅੱਜ ਵੀ ਹਾਜ਼ਰ ਹੈ। ਜਿੰਨੇ ਸੰਸਾਰ ਤੇ ਆਏ ਉਹਨਾਂ ਨੂੰ ਸਮੇਂ ਨਾਲ ਵਾਪਸ ਜਾਣਾ ਪਿਆ, ਪਰ ਇੱਕ ਵਾਰੀ ਗੁਰੂ ਨਾਨਕ ਦੇਵ ਸੱਚਾ ਪਾਤਸ਼ਾਹ ਆਇਆ, ਦੁਬਾਰਾ ਗਿਆ ਨਹੀਂ, ਅੱਜ ਵੀ ਸ਼ਬਦ ਰੂਪ ਵਿੱਚ ਹੈ। ਜਿਨ੍ਹਾਂ ਬਾਣੀਆਂ ਤੇ ਅਸੀਂ ਕਿੰਤੂ ਪ੍ਰੰਤੂ ਕਰਦੇ ਆ, ਉਹਨਾਂ ਬਾਣੀਆਂ ਵਿੱਚ ਰਜਿਸਟਰ ਕੀਤਾ ਸੱਚੇ ਪਾਤਸ਼ਾਹ ਕਹਿੰਦੇ ਮੈਂ ਨਹੀਂ ਜਾਂਦਾ, ਮੈਂ ਖਾਲਸੇ ਤੋਂ ਦੂਰ ਕਿਤੇ ਰਹਿ ਹੀ ਨਹੀਂ ਸਕਦਾ, ਮੈਂ ਤੇ ਖਾਲਸੇ ਨੂੰ ਪ੍ਰੇਮ ਹੀ ਇੰਨਾ ਕਰਦਾ ਹੈ, ਖਾਲਸਾ ਮੇਰੀ ਜਾਨ ਕੀ ਜਾਨ। ਭਾਵ ਸੰਸਾਰ ਦੇ ਲੋਕ ਸਭ ਤੋਂ ਜ਼ਿਆਦਾ ਪਿਆਰ ਆਪਣੀ ਔਲਾਦ ਨੂੰ ਕਰਦੇ ਨੇ ਤੇ ਸੱਚੇ ਪਾਤਸ਼ਾਹ ਕਹਿੰਦੇ ਮੈਂ ਆਪਣੀ ਔਲਾਦ ਨਾਲੋਂ ਵੱਧ ਪਿਆਰ ਆਪਣੇ ਖਾਲਸੇ ਨੂੰ ਕਰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਨਿਲੰਬਰਧਾਰੀ ਖਾਲਸੇ ਨੂੰ ਪਿਆਰ ਕਰਦਾ, ਨਿਲੰਬਰਧਾਰੀ। ਆ ਜਿਹੜੀਆਂ ਅਸੀਂ ਵਰਦੀਆਂ ਪਾਈਆਂ ਨੇ ਹੁਣ ਚੇਂਜ ਕਰ ਲਈਆਂ, ਪਰ ਅਸਲ ਵਿੱਚ ਜੋ ਅਕਾਲ ਪੁਰਖ ਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਸਾਨੂੰ ਹੁਕਮ ਹੈ ਉਹ ਹੈ ਨੀਲਾ ਬਾਣਾ। ਨੀਲਾ ਬਾਣਾ ਭਾਵ ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਫੌਜ, ਭਾਵ ਅਕਾਲ ਪੁਰਖ ਨੇ ਮੌਜ ਚਾ ਕੇ ਇਹਨਾਂ ਨੂੰ ਪ੍ਰਗਟ ਕੀਤਾ। ਨਿਲੰਬਰਧਾਰੀ ਉਗਰਦੰਤੀ ਬਾਣੀ ਵਿੱਚ ਰਜਿਸਟਰ ਕੀਤਾ ਹੋਇਆ ਬਾਣਾ। ਔਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਏਡੀਆਂ ਵੱਡੀਆਂ ਬਖਸ਼ਿਸ਼ਾਂ, ਏਡੀਆਂ ਵੱਡਾ ਪ੍ਰਤਾਪ ਦਿੱਤਾ। ਜਿਹੜੇ 1.25 ਲੱਖ ਨਾਲ ਲੜਨ ਵਾਲੇ ਸੀ ਨਾ, ਉਹ ਲੜੇ ਕਿਵੇਂ? ਇਹ ਨੀਲੇ ਬਾਣੇ ਵਿੱਚ ਐਡੀ ਬਰਕਤ ਹੈ, ਐਡੀ ਰਹਿਮਤ ਹੈ। ਖਾਲਸਾ ਜੀ 5 ਸਿੰਘ ਬਾਣੀ ਬਾਣੇ ਨਾਲ ਜੁੜੇ ਹੋਣ, ਤਿਆਰ ਬਰ ਤਿਆਰ ਖੜੇ ਹੋ ਜਾਣ ਇੱਕ ਵਾਰੀ, ਭਾਵੇਂ ਸੈਂਟਰ ਦੀ ਆਰਮੀ ਆ ਜਾਵੇ ਉਹਨਾਂ 5 ਗਾੜੀ ਨਹੀਂ ਜੇ ਖੜ ਸਕਦੀ, ਉਹ ਇਕੱਲੇ 5 ਨਹੀਂ ਜੇ ਖੜਦੇ।
ਉਹਨਾਂ ਨਾਲ ਲੱਖਾਂ ਦੀ ਕਰੋੜਾਂ ਦੀ ਫੌਜ ਖੜਦੀ ਸ਼ਹੀਦਾਂ ਦੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਖਾਲਸਾ ਜੀ ਕਈ ਇਹੋ ਜਿਹੇ ਬਚਨ ਨੇ ਜਿਹੜੇ ਸਟੇਜਾਂ ਤੋਂ ਸਾਂਝੇ ਕਰੀਏ ਨਾ ਤੇ ਲੋਕਾਂ ਨੂੰ ਕੰਟ ਲੱਗ ਜਾਂਦਾ, ਕਹਿੰਦੇ ਆਹ ਗੱਲਾਂ ਕੀਤੀਆਂ ਕਿਉਂ। 52 ਵੀਰ 64 ਜੋਗਣਾ ਜਿੰਨ ਭੂਤ ਪ੍ਰੇਤ ਇਹਨਾਂ ਦੇ ਵੀ ਦਲ ਉਤਰਦੇ ਜਿੱਥੇ ਨਿਹੰਗ ਸਿੰਘਾਂ ਦਾ ਦਲ ਉਤਰਦਾ ਜੀ। ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਬਚਨ ਹੈ ਖਾਲਸਾ ਜੀ। ਇਹ ਵੇਖ ਲਿਓ ਜਿੱਥੇ ਦਲ ਉਤਰਨਗੇ ਉੱਥੇ ਤਲਵਾਰ ਖੜਕਦੀ ਖੜਕਦੀ ਨਿਹੰਗ ਸਿੰਘ ਮੇਰੇ ਸਾਹਮਣੇ ਬੈਠੇ ਨੇ। ਹੁਣ ਇਹਨੂੰ ਸਿੱਧ ਕਰਨਾ ਹੋਵੇ, ਹੁਣ ਬਹੁਤੇ ਲੋਕ ਤਾਂ ਕਹਿੰਦੇ 10ਵੇਂ ਪਾਤਸ਼ਾਹ ਦੀ ਬਾਣੀ ਨਹੀਂ, ਅਸੀਂ ਬਾਣੀ ਨੂੰ ਮੰਨਦੇ ਹੀ ਨਹੀਂ, ਇਹ ਬਾਣੀ ਲਿਖੀ ਨਹੀਂ ਹੋ ਸਕਦੀ। ਪਰ ਜਿੰਨਾ ਚਿਰ ਜਾਪ ਸਾਹਿਬ ਨਹੀਂ ਪੜ੍ਹਦੇ, ਸਵਈਏ ਨਹੀਂ ਪੜ੍ਹਦੇ, ਚੌਪਾਈ ਸਾਹਿਬ ਨਹੀਂ ਪੜ੍ਹਦੇ, ਉਹਨਾਂ ਚਿਰ ਅੰਮ੍ਰਿਤ ਵੀ ਤਿਆਰ ਨਹੀਂ ਹੁੰਦਾ। ਹੁਣ ਸਤਿਗੁਰੂ ਕਹਿੰਦੇ ਭੂਤ ਹੈ, ਅਛੂਤ ਹੈ, ਅਲੋਕ ਹੈ, ਅਸ਼ੋਕ ਹੈ, ਅਨੰਗ ਹੈ, ਆਪੰਗ ਹੈ। ਸਤਿਗੁਰੂ ਕਹਿੰਦੇ ਸਾਰਾ ਕੁਝ ਹੈ ਇਸ ਸੰਸਾਰ ਦੇ ਵਿੱਚ ਰਮਿਆ ਹੋਇਆ ਤੇ ਅੱਲਾ ਯਾਰ ਖਾਂ ਜੋਗੀ ਉਹ ਕਹਿੰਦਾ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜ਼ਿਕਰ ਕਰਦੇ ਕਰਦੇ ਖੁਦਾ ਦਾ ਆਪਣੇ ਸਿੰਘਾਂ ਵੱਲ ਅਚਨਚੇਤ ਧਿਆਨ ਮਾਰਿਆ। ਕਿਸੇ ਦਾ ਦੁਮਾਲਾ ਢਿੱਲਾ ਹੋਇਆ, ਕਹਿੰਦੇ ਦੁਮਾਲਾ ਸਿੱਧਾ ਕੀਤਾ ਤੇ ਕਿਸੇ ਦੇ ਤਲਵਾਰ ਚਲਾ ਚਲਾ ਕੇ ਨਾ ਸੱਥਾਂ ਤੇ ਸੋਜ ਪੈ ਗਈ, ਫੱਟ ਲੱਗੇ ਹੋਏ ਸਰੀਰ ਦੇ ਉੱਤੇ ਖੂਨ ਸਿੰਮਦਾ ਪਿਆ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਾ ਆਪਣੇ ਗਲ ਦਾ ਹਜੂਰੀਆ ਜਿਹੜਾ ਸੀ ਨਾ ਉਹਦੇ ਨਾਲ ਜ਼ਖਮ ਸਾਫ਼ ਕੀਤੇ, ਆਪਣੇ ਗਲ ਦੇ ਹਜੂਰੀਏ ਨਾਲ। ਅੱਜ ਜੇ ਕਿਸੇ ਗਰੀਬ ਦਾ ਕੱਪੜਾ ਲੱਗ ਜਾਵੇ ਨਾ ਕਦੇ ਪੀੜੇ ਨੂੰ, ਆਮ ਪਿੰਡਾਂ ਵਿੱਚ ਇੱਕ ਰਿਵਾਜ ਆ ਗਿਆ, ਕੁੱਟ-ਕੁੱਟ ਕਮਲਾ ਕਰ ਦਿੰਦੇ ਆ, ਕਹਿੰਦੇ ਤੇਰਾ ਮੈਲਾ ਕੱਪੜਾ ਸੀ ਇਹ ਲੱਗ ਗਿਆ। ਪਰ ਕਦੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕਦੇ ਵੇਖਿਆ, ਕਦੇ ਸੁਣਿਆ, ਕਦੇ ਪੜ੍ਹਿਆ, ਕਦੇ ਵਿਚਾਰਿਆ, ਕਦੇ ਗੱਲ ਮੰਨੀ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਤੇ ਆਪਣੇ ਗਲ ਦਾ ਹਜੂਰੀਆ ਜਿਹੜਾ ਸੀ ਉਹਦੇ ਨਾਲ ਸਿੰਘਾਂ ਦੇ ਫੱਟ ਸਾਫ਼ ਕੀਤੇ, ਚਿਹਰੇ ਸਾਫ਼ ਕੀਤੇ। ਤੇ ਅੱਲਾ ਯਾਰ ਖਾਂ ਜੋਗੀ ਕਹਿੰਦਾ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਾ ਆਪਣੇ ਸਿੰਘਾਂ ਦੇ ਮੱਥੇ ਚੁੰਮਦੇ ਆ, ਮੱਥੇ ਚੁੰਮਦੇ ਚੁੰਮਦੇ ਹੱਥ ਚੁੰਮਦੇ ਆ। ਫਿਰ ਇੱਥੋਂ ਤੱਕ ਕਹਿੰਦਾ ਵੀ ਚਰਨ, ਜਦੋਂ ਚਰਨ ਵੀ ਮਹਾਰਾਜ ਨੇ ਚੁੰਮੇ ਨਾ ਤੇ ਮਹਾਰਾਜ ਅਕਾਲ ਪੁਰਖ ਵੱਲ ਧਿਆਨ ਕਰਕੇ ਆਖਣ ਲੱਗੇ, ਕਹਿੰਦੇ ਐ ਅਕਾਲ ਪੁਰਖ ਜੀਓ ਮੈਂ ਕਿੱਡੇ ਭਾਗਾਂ ਵਾਲਾ, ਕੱਲ ਨੂੰ ਮੈਂ ਸੁਰਖਰੂ ਹੋ ਜਾਣਾ, ਇੱਥੋਂ ਕੱਲ ਨੂੰ ਮੈਂ ਇੱਥੋਂ ਸੁਰਖਰੂ ਹੋ ਜਾਣਾ ਏ। ਆ ਜਿਹੜੇ ਮੇਰੇ ਪੁੱਤ ਨੇ ਨਾ ਇਹਨਾਂ ਕਦਮਾਂ ਤੇ ਚੱਲ ਕੇ ਇਹਨਾਂ ਨੇ ਮੈਦਾਨੇ ਜੰਗ ਵਿੱਚ ਜ਼ੋਰ ਵਿਖਾਉਣੇ ਨੇ, ਇਹਨਾਂ ਮੈਦਾਨੇ ਜੰਗ ਵਿੱਚ ਜਾ ਕੇ ਤਲਵਾਰਾਂ ਖੜਕਾਉਣੀਆਂ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਰਾਗ ਵਿੱਚ ਆਏ, ਕਿਵੇਂ ਆਪਣੇ ਪੁੱਤਾਂ ਨੂੰ ਪਿਆਰ ਕਰਦੇ ਨੇ। ਇਹ ਨਾ ਸੋਚਿਓ ਵੀ ਕੱਲਾ ਅਸੀਂ ਪਿਆਰ ਕਰਦੇ ਆਂ, ਪਿਆਰ ਤੇ ਗੁਰੂ ਕਲਗੀਧਰ ਪਾਤਸ਼ਾਹ ਵੀ ਕਰਦੇ ਸੀ, ਪਰ ਅਜੀਤ ਜੁਝਾਰ ਨੂੰ ਉਹਨਾਂ ਪਿਆਰ ਨਹੀਂ ਜਿੰਨਾ ਆਪਣੇ ਖਾਲਸੇ ਪੁੱਤਰ ਨੂੰ ਪਿਆਰ ਕਰਦੇ ਨੇ। ਔਰ ਇਧਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਉਹਨਾਂ ਵੱਲ ਜਦੋਂ ਵੇਖਿਆ ਨਾ ਤੇ ਬਾਪ ਦਾ ਮੋਹ ਜਾਗਿਆ, ਨਜ਼ਰ ਭਰ ਕੇ ਵੇਖਿਆ, ਅੰਦਰੋਂ ਅੰਦਰੀ ਵਿਚਾਰਾਂ ਚੱਲੀਆਂ ਕਿ ਆਹ ਜਿਹੜਾ ਖਾਲਸਾ ਪੁੱਤਰ ਪਿਆ ਏ ਆਰਾਮ ਕਰਦਾ ਪਿਆ, ਕਿਉਂ ਨਾ ਅੱਜ ਦੀ ਰਾਤ ਇਹਨਾਂ ਨੂੰ ਮੈਂ ਪਿਆਰ ਕਰ ਲਵਾਂ ਰੱਜ ਰੱਜ ਕੇ, ਕਿਉਂਕਿ ਕੱਲ ਨੂੰ ਇਹਨਾਂ ਨੇ ਮੈਦਾਨੇ ਜੰਗ ਵਿੱਚ ਜਾ ਕੇ ਸ਼ਹੀਦ ਹੋ ਜਾਣਾ ਹੈ। ਕੱਲ ਨੂੰ ਨਾ ਲਾਲ ਤੇਰੇ ਪਾਸ ਰਹਿਣਗੇ, ਕੱਲ ਨੂੰ ਨਾ ਲਾਲ ਤੇਰੇ ਪਾਸ ਰਹਿਣਗੇ, ਕੱਲ ਨੂੰ ਨਾ ਲਾਲ ਤੇਰੇ ਪਾਸ ਰਹਿਣਗੇ। ਢਲੀ ਰਾਤ ਅੱਧੀਓਂ ਵਕਤ ਪਿਛਲੇ, ਢਲੀ ਰਾਤ ਅੱਧੀਓਂ ਵਕਤ ਪਿਛਲੇ, ਬਾਜਾਂ ਵਾਲੇ ਤੰਬੂ ਵਿੱਚੋਂ ਬਾਹਰ ਨਿਕਲੇ, ਬਾਜਾਂ ਵਾਲੇ ਤੰਬੂ ਵਿੱਚੋਂ ਬਾਹਰ ਨਿਕਲੇ। ਕਹਿੰਦੇ ਦਿਲਾਂ ਦੁੱਖਾਂ ਦੇ ਪਹਾੜ ਢਹਿਣਗੇ, ਕਹਿੰਦੇ ਦਿਲਾਂ ਦੁੱਖਾਂ ਦੇ ਪਹਾੜ ਢਹਿਣਗੇ, ਕੱਲ ਨੂੰ ਨਾ ਲਾਲ ਤੇਰੇ ਪਾਸ ਰਹਿਣਗੇ, ਕੱਲ ਨੂੰ ਨਾ ਲਾਲ ਤੇਰੇ ਪਾਸ ਰਹਿਣਗੇ।
ਵਸਦੀ ਆਨੰਦਪੁਰੀ ਨੂੰ ਉਜਾੜਿਆ। ਟੈਕਦੇ ਨੇ ਦੋ ਫੁੱਲ ਨਾ ਰਹਿਣਗੇ, ਟੈਕਦੇ ਨੇ ਫੁੱਲ ਓਏ ਵੀ ਟੁੱਟ ਪੈਣਗੇ। ਕੱਲ ਨੂੰ ਨਾ ਲਾਲ ਤੇਰੇ ਪਾਸ ਰਹਿਣਗੇ, ਕੱਲ ਨੂੰ ਨਾ ਲਾਲ ਤੇਰੇ ਪਾਸ ਰਹਿਣਗੇ। ਛੋਟੇ ਸਾਹਿਬਜ਼ਾਦੇ ਸਰਸਾ ਤੇ ਭੁੱਲ ਗਏ, ਛੋਟੇ ਸਾਹਿਬਜ਼ਾਦੇ ਸਰਸਾ ਤੇ ਭੁੱਲ ਗਏ। ਨਾਲ ਪਿਆਰੀ ਮਾਤਾ ਦੁੱਖਾਂ ਵਿੱਚ ਰੁੱਲ ਗਏ, ਨਾਲ ਪਿਆਰੀ ਮਾਤਾ ਦੁੱਖਾਂ ਵਿੱਚ ਰੁੱਲ ਗਏ। ਪਤਾ ਨਹੀਂ ਤਸੀਹੇ ਕਿਹੜੇ ਕਿਹੜੇ ਸਹਿਣਗੇ, ਪਤਾ ਨਹੀਂ ਤਸੀਹੇ ਕਿਹੜੇ ਕਿਹੜੇ ਸਹਿਣਗੇ। ਕੱਲ ਨੂੰ ਨਾ ਲਾਲ ਤੇਰੇ ਪਾਸ ਰਹਿਣਗੇ, ਕੱਲ ਨੂੰ ਨਾ ਲਾਲ ਤੇਰੇ ਪਾਸ ਰਹਿਣਗੇ। ਦੇਖ ਦੇਖ ਸੁੱਤਿਆਂ ਦੇ ਮੁਖ ਰੱਜਦੇ, ਦੇਖ ਦੇਖ ਸੁੱਤਿਆਂ ਦੇ ਮੁਖ ਰੱਜਦੇ। ਕਹਿਣ ਦਿਲਾਂ ਦੋਵੇਂ ਨੇ ਪਰਹੁਣੇ ਅੱਜ ਦੇ, ਕਹਿਣ ਦਿਲਾਂ ਦੋਵੇਂ ਨੇ ਪਰਹੁਣੇ ਅੱਜ ਦੇ। ਅੱਜ ਦੀ ਹੀ ਰਾਤ ਇਹ ਕੱਟ ਲੈਣਗੇ, ਅੱਜ ਦੀ ਹੀ ਰਾਤ ਇਹ ਕੱਟ ਲੈਣਗੇ। ਕੱਲ ਨੂੰ ਨਾ ਲਾਲ ਤੇਰੇ ਪਾਸ ਰਹਿਣਗੇ, ਕੱਲ ਨੂੰ ਨਾ ਲਾਲ ਤੇਰੇ ਪਾਸ ਰਹਿਣਗੇ, ਕੱਲ ਨੂੰ ਨਾ ਲਾਲ ਤੇਰੇ ਪਾਸ ਰਹਿਣਗੇ। ਹੋ ਸਤਿਗੁਰਾਂ ਨੇ ਇੰਤਹਾ ਪਿਆਰ ਕੀਤਾ ਆਪਣੇ ਖਾਲਸੇ ਨੂੰ। ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਇੱਕਦਮ ਵੀਰਸ ਵਿੱਚ ਆ ਗਏ। ਕਹਿੰਦੇ ਖਾਲਸੋ ਤਿਆਰ ਬਰ ਤਿਆਰ ਹੋ, ਵੈਰੀ ਚੜ ਕੇ ਆਇਆ ਤੇ ਵੈਰੀ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਬਰ ਤਿਆਰ ਹੋ। ਅੱਜ ਜੇ ਕੋਈ ਚੜ ਕੇ ਆ ਜੇ ਤੇ ਸਾਡਾ ਸਭ ਤੋਂ ਪਹਿਲਾਂ ਫੋਨ ਪਤਾ ਕਿੱਥੇ ਲੱਗਦਾ? ਥਾਣਿਆਂ 'ਚ। ਐਸਐਸਪੀ ਨੂੰ ਲਾ ਲਓ, ਡੀਐਸਪੀ ਨੂੰ ਲਾ ਲਓ, ਕਹਿਣਗੇ ਜੀ ਦਵਾ ਦਾ ਫੋਰਸ ਭੇਜ ਦਿਓ, ਸਾਡੇ ਤੇ ਵੱਧ ਕੇ ਆ ਗਏ ਨੇ। ਅੱਜ ਕਿਉਂ ਆਵਾਜ਼ਾਂ ਦਿੰਦੇ, ਕਿਉਂ ਬਾਂਗਾਂ ਦਿੰਦੇ ਵੀ ਭਿੰਡਰਾਂ ਵਾਲਿਆ ਤੂੰ ਆ ਜਾ, ਸਾਡੀਆਂ ਲੱਤਾਂ ਬਾਹਾਂ ਨਹੀਂ ਕੰਮ ਕਰਦੀਆਂ। ਕਿਉਂਕਿ ਆਪਣੀਆਂ ਬਾਹਾਂ ਵਿੱਚ ਬਲ ਨਹੀਂ ਰਿਹਾ। ਜੇ ਆਪਣੀਆਂ ਬਾਹਾਂ 'ਚ ਬਲ ਹੋਵੇ ਫਿਰ ਘਰ ਘਰ ਦੇ ਵਿੱਚ ਭਿੰਡਰਾਂ ਵਾਲਾ ਹੋਵੇ। ਤੇ ਭਿੰਡਰਾਂ ਵਾਲਾ ਵੀ ਤਾਂ ਹੀ ਪੈਦਾ ਹੋਇਆ ਜੇ ਬਾਬਾ ਅਜੀਤ ਸਿੰਘ ਆਹ ਮੈਦਾਨੇ ਜੰਗ ਵਿੱਚ ਨਾ ਲੜਦਾ ਤੇ ਫਿਰ ਭਿੰਡਰਾਂ ਵਾਲਾ ਵੀ ਪੈਦਾ ਨਹੀਂ ਸੀ ਹੋਣਾ, ਨਾ ਕੋਈ ਜਰਨੈਲ ਹੋਰ ਪੈਦਾ ਹੋਣਾ ਸੀ। ਸਤਿਗੁਰੂ ਕਹਿੰਦੇ ਵੀ ਖਾਲਸਾ ਜੀ ਤਿਆਰ ਬਰ ਤਿਆਰ। ਸਿੰਘ ਸੀਸ ਨਵਾ ਕੇ ਆਖਣਗੇ ਕਹਿੰਦੇ ਸੱਚੇ ਪਾਤਸ਼ਾਹ ਕਰਨਾ ਤੇ ਤੁਸੀਂ ਸਾਡਾ ਤੇ ਬਹਾਨਾ ਹੀ ਇਸੇ ਖਾਲਸਾ ਤਿਆਰ ਬਰ ਤਿਆਰ ਹੀ ਹੈ। ਖਾਲਸਾ ਕਦੇ ਢਿੱਲਾ ਮੱਠਾ ਨਹੀਂ ਜੇ ਪੈਂਦਾ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਗੱਲ ਆਖੀ ਸੀ ਵੀ ਮੈਂ ਸ਼ੇਰ ਪੈਦਾ ਕੀਤੇ ਨੇ ਤੇ 1.25 ਲੱਖ ਦਾ ਮੁਕਾਬਲਾ ਕਰਨਗੇ। ਤੇ ਖਾਲਸਾ ਜੀ ਇੱਥੇ ਪਤਾ ਲੱਗਣਾ ਤੁਹਾਡੇ ਜੋਹਰਾਂ ਤੋਂ ਕਿ ਵਾਕਿਆ ਤੁਸੀਂ ਇਹ ਤਿਆਰ ਬਰ ਤਿਆਰ ਹੋ। ਸਤਿਗੁਰਾਂ ਨੇ ਇੱਕ ਬਚਨ ਕੀਤਾ ਸੀ, ਕਹਿੰਦੇ ਪਟਨੇ ਸਿੱਖੀ ਜਨਮ ਲਿਆ, ਆਨੰਦਪੁਰ ਸਿੱਖੀ ਜਵਾਨ ਹੋਈ। ਇਹ ਖਾਲਸੇ ਦੀ ਯੂਨੀਵਰਸਿਟੀ ਹੈ, ਇੱਥੇ ਪਤਾ ਲੱਗਣਾ ਹੈ ਵੀ ਕਿੰਨੇ ਕੁ ਨੰਬਰ ਲੈ ਕੇ ਖਾਲਸਾ ਪਾਸ ਹੁੰਦਾ। ਬਚਨ ਕਰਕੇ ਚੋਜੀ ਪ੍ਰੀਤਮਨਾ ਕਦੇ ਇੱਕ ਨੁੱਕਰੇ ਗਏ, ਕਦੇ ਦੂਜੀ ਨੁੱਕਰ ਵਿੱਚ ਜਾਂਦੇ, ਕਦੇ ਤੀਜੀ ਨੁੱਕਰ ਵਿੱਚ ਜਾਂਦੇ ਆ। ਤੀਰ ਗੱਡ ਕੇ ਪੁੱਟ ਕੇ ਤੇ ਹੱਸ ਪੈਂਦੇ ਆ। ਦਇਆ ਸਿੰਘ ਚੋਜ ਵੇਖਦਾ ਪਿਆ ਜਦੋਂ ਚੌਥੀ ਨੁੱਕਰ ਵਿੱਚ ਗਏ, ਤੀਰ ਗੱਡ ਕੇ ਪੁੱਟਿਆ ਤੇ ਤੀਰ ਵੱਲ ਵੇਖਿਆ ਤੇ ਹੱਸ ਪਏ। ਤੇ ਦਇਆ ਸਿੰਘ ਨੇ ਬਚਨ ਕੀਤਾ, ਮਹਾਰਾਜ ਇਹ ਧਰਤੀ ਲੱਗਦਾ ਜ਼ਿਆਦਾ ਹੀ ਪਸੰਦ ਆ ਗਈ, ਜ਼ਿਆਦੀ ਪਿਆਰੀ ਹੈ। ਮਹਾਰਾਜ ਤੁਸੀਂ ਪਟਨੇ ਜਨਮ ਲਿਆ, ਅਨੇਕਾਂ ਚੋਜ ਕੀਤੇ ਨੇ ਮਹਾਰਾਜ, ਇਹ ਧਰਤੀ ਉਹਦੇ ਨਾਲੋਂ ਚੰਗੀ ਹੈ। ਸਤਿਗੁਰੂ ਕਹਿੰਦੇ ਹਾਂ ਦਇਆ ਸਿੰਘਾ ਇਹ ਧਰਤੀ ਉਹਦੇ ਨਾਲੋਂ ਕਈ ਗੁਣਾ ਚੰਗੀ ਹੈ। ਮਹਾਰਾਜ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੁਰਦਿਆਂ ਨੂੰ ਬੱਬਰ ਸ਼ੇਰਾਂ ਵਾਲਾ ਜੀਵਨ ਦਿੱਤਾ ਹੈ, ਇਹ ਆਨੰਦਪੁਰ ਸਾਹਿਬ ਦੀ ਧਰਤੀ ਨਾਲੋਂ ਵੀ ਚੰਗੀ ਹੈ। ਸਤਿਗੁਰੂ ਕਹਿੰਦੇ ਹਾਂ ਇਹ ਆਨੰਦਪੁਰ ਸਾਹਿਬ ਦੀ ਧਰਤੀ ਨਾਲੋਂ ਵੀ ਕਈ ਗੁਣਾ ਚੰਗੀ ਹੈ।
क्योंकि इत्थे मेरे खालसे ने अपने जौहर विखाने ने, अपना पुत्र लहू डोलना है ते मुर्दा भी आके इस पावन धरती की धूड़ नूं अपने मस्तक नूं लावेगा ते तुहाडे वर्गा सूरबीर बली योधा तैयार होएगा। इधर वैरी दल हल्ला करदा, इधर बाबा हिम्मत सिंह गुरु कलगीधर पातशाह महाराज दे चरना च आउंदा, चरना च आके बेनती करदा, कहंदा महाराज किरपा करो, आज्ञा बख्शो, मैं मैदाने जंग में जाके बैरी का मुकाबला करना चाहना। सतगुरु कहंदे जिहदा नाम ही हिम्मत सिंह होवे, जा पुत्रा सचखंड में जाके जगह मार। हिम्मत सिंह गया मैदाने जंग में लड़िया, शहादत का जाम पीता, सतगुरां ने जंकारे छड्डे। आ जिहड़ा जंकारा छड्डदे ना आपां, इह चढ़दी कला दा प्रतीक है, एक शक्ति है, एक स्पिरिट है। एक बचन होर करदा जावां, मैं चीज एक ही कहनी समाप्ति कर देनी है क्योंकि 3:30 बजे तक का समा है। साडा अपना राज होवे, साडियां अपनियां सरकारां होण, साडे अपने लोक लीडर होण जेड़े कहंदे भी हम अकाली पंथ के वाली। नीली बलन बन्नण दे नाल ना कोई अकाली नहीं जे बनदा। अकाली वो है जिहड़ा गात्रे कुरबान रखदा जे। अकाली दा भाव है अकाल पुरख की फौज। आ हुण ना लीडरां ने करवाजा बना लिया, कहंदे भी गुरु हुक्म ला के गया, राज बिना ना धर्म चले है, धर्म बिना सब दले मले है। ते मैं कई बार ना जे कोई लीडर बोल के जावे मगरे जे किते मेरी वारी होवे तो मैं कह दिंदा ना भाऊ सुन के जाई, जेड़ा गुरु कलगीधर पातशाह दा हुक्म है ना, राज बिना ना धर्म चले हैं, धर्म बिना सब दले मले है। ओ आ कुर्सी वाले राज दियां गल्लां नहीं कीतियां, ओ गल्लां कीतियां खालसे राज दियां। आखो सतनाम भी खालसा राज इस तरह का होना चाहिए जिथे किसी नाल धक्का ना होवे, जिथे जुर्म दे वर खिलाफ सूरमे तैयार बर तैयार खड़े होण, ओनू आख्या जांदा खालसा राज। खालसा जी ते गुरु कलगीधर पातशाह महाराज आनंदपुर साहब की धरती उत्ते अनेका चोज करन तो बाद जो बचन कीते सी ओ निभाउण दा वक्त आया। हिम्मत सिंह मैदाने जंग विच गया, शहादत दा जाम पीता। हुण खालसा जी वारी आउंदी, वारी वारी सिंह जांदे शहीद हुंदे जांदे ने, जंकारे छड्डदे ने। ते अल्लाह यार खां कहंदा कि बाहर जिहड़े पठाणां दे पुੱਤ आए सी ना, कहंदे पता उदों लगना जदों इहदा कोई अपना पुत्र मैदाने जंग विच आके आपां कुर्बान करेगा, फिर जकारे छड्डेगा, फिर वेखांगे भी वाकया ये बली है, वाकया सूरमा है, वाकया ये जोधा है। इधर बाबा अजीत सिंह गुरु कलगीधर पातशाह दे चरनां च आके बेनती करदा, कहंदा महाराज किरपा करो, मेरा नाम अजीत सिंह रखिया ते मैं किसी कोलों जित्तिया नहीं जा सकदा। नाम है अजीत मेरा, जीता नहीं जाऊंगा, जीता गया तो फिर वापस नहीं आऊंगा। महाराज जे मैनू किसी ने जित लिया मैं वापस नहीं आऊंगा। पहली गल ते महाराज मैं जित्तिया नहीं जा सकता, जिन्हां दा तुहाडा हथ मेरी कंध दे उत्ते होवे महाराज मैनू कोई जित ही नहीं सकता। ते सतगुरुआं ने बचन पता कीता, कहंदे अजीत सिंघा ओ पुत्रा जित नूं मैं आवाज मारदा लोकां ने कहना गोबिंद सिंह दे पुੱਤ दा नां ते अजीत सिंह सी, पर योधा नहीं सी, बहादुर नहीं सी। जे बहादुर होंदा ते फिर आवाज ना मारनी पैंदी, पर अज मेरा गज चौड़ा सीना हो गया पुत्रा, तेनू आवाज नहीं मारनी पई, मेरा वाल वाल ही निहाल हो गया अजीत सिंघा तेरे उत्तों। अजीत सिंह नूं अपने हत्थी तैयार किया। बाबा अजीत सिंह फौजी दस्ता लैके मैदाने जंग विच गया, वैरी दा मुकाबला किया। कहंदे 300 कानी लगी शरीर दे उत्ते, 300 कानी भाव 300 तीर शरीर दे उत्ते लगा। इधर गुरु कलगीधर पातशाह महाराज वेखदे पए अखां दा नज़ारा। आखिरी फतेह जदों पुत्र ने बुलाई ते गुरु कलगीधर पातशाह ने 5 जंकारे छड्डे, 5 जंकारे। अज कोई बुढ़ा मर जावे सी 5-5 जंकारे छड्डी जाने, पर 5 जंकारे उदों छड्डदे ने खालसे, उदों छड्डदे ने सूरमे जदों मरण वास्ते ते लड़न वास्ते तुरदे ने। आखो सतनाम श्री वाहिगुरू। हुण जदों बाबा अजीत सिंह शहीद होया ते वारी आ गई बाबा जुझार सिंह दी। जुझारू ਜਿਹੜੇ जुझारू पैदा ਹੁੰਦੇ ना, बाबा जुझार सिंह दी देन है। सतगुरां दे कोल आया, कहंदा सतगुरु किरपा करो, मैं अजीत सिंह तो बिना नहीं रह सकदा महाराज। असीं इकट्ठे रहे, इकट्ठे खेडे, इकट्ठे शस्त्र विद्या हासिल की महाराज, किरपा करो हुण देरी ना लाओ, मेरी कण ते भी हथ रखो महाराज, मैं भी जंग विच जाके शहीद होना चाहुंदा। महाराज कहंदे पुत्रा तेरी उम्र बड़ी छोटी है,
ਕਹਿੰਦੇ ਮਹਾਰਾਜ ਕੀ ਹੋਇਆ? ਮੇਰੀ ਉਮਰ ਛੋਟੀ, ਮੇਰਾ ਜਜ਼ਬਾ ਵੱਡਾ ਹੈ। ਸਤਿਗੁਰੂ ਕਹਿੰਦੇ ਪੁੱਤ ਤੂੰ ਛੋਟਾ ਹੈ। ਕਹਿੰਦੇ ਮਹਾਰਾਜ ਕੀ ਹੋਇਆ? ਕੱਦ ਵੀ ਛੋਟਾ ਹੈ ਪਰ ਜਜ਼ਬੇ ਵਿੱਚ ਬਹੁਤ ਵੱਡਾ। ਸਤਿਗੁਰੂ ਕਹਿੰਦੇ ਪੁੱਤ ਤੈਨੂੰ ਅਜੇ ਲੜਨਾ ਨਹੀਂ ਆਉਂਦਾ। ਕਹਿੰਦਾ ਮਹਾਰਾਜ ਕੀ ਹੋਇਆ? ਜੇ ਲੜਨਾ ਨਹੀਂ ਆਉਂਦਾ ਤਾਂ ਮਰਨਾ ਤੇ ਆਉਂਦਾ ਹੀ ਹੈ ਨਾ। ਕਿਰਪਾ ਕਰੋ, ਜੇ ਮੈਂ ਮਾਰ ਨਹੀਂ ਸਕਦਾ ਤੇ ਮੈਂ ਮਰ ਤੇ ਸਕਦਾ ਹੀ ਹੈ ਨਾ। ਮੈਦਾਨੇ ਜੰਗ ਵਿੱਚ ਜਾ ਕੇ ਕਿਰਪਾ ਤੇ ਕਰੋ, ਮੈਨੂੰ ਜੰਗ ਵੱਲ ਤੋਰੋ। ਬਾਬਾ ਜੀਵਨ ਸਿੰਘ ਹਵੇਲੀ ਦੇ ਦਰਵਾਜ਼ੇ ਵਿੱਚ ਖੜਾ, ਉਹ ਚਮਕੌਰ ਦੀ ਕੱਚੀ ਹਵੇਲੀ ਦਾ ਦਰਵਾਜ਼ਾ, ਉਹਦੀ ਡਿਊਟੀ ਉੱਥੇ ਆਲਮ ਸਿੰਘ ਦੀ ਡਿਊਟੀ ਸੀ ਤੇ ਉੱਥੇ ਡਿਊਟੀ ਬਾਬੇ ਜੀਵਨ ਸਿੰਘ ਦੀ ਸੀ। ਕਹਿੰਦਾ ਮਹਾਰਾਜ ਮੈਂ ਨਹੀਂ ਲਾਂਭੇ ਹੁੰਦਾ ਜਿੰਨਾ ਚਿਰ ਤੁਹਾਡੇ ਕੋਲ ਸਿੰਘ ਪਏ ਨੇ। ਮਹਾਰਾਜ ਕਿਰਪਾ ਕਰੋ, ਉਹਨਾਂ ਚਿਰ ਆਪਣੇ ਇੱਕ ਪੁੱਤ ਨੂੰ ਤੇ ਕੋਲ ਬਚਾ ਕੇ ਰੱਖੋ, ਦੂਸਰਿਆਂ ਦਾ ਤੇ ਪਤਾ ਹੀ ਨਹੀਂ ਇੱਕ ਕਿੱਧਰ ਚਲੇ ਗਏ ਨੇ। ਪਤਾ ਨਹੀਂ ਖੌਰੇ ਮੇਲ ਹੋਣਾ ਕਿ ਨਹੀਂ ਹੋਣਾ। ਸੱਚੇ ਪਾਤਸ਼ਾਹ ਇੱਕ ਤੇ ਨਿਸ਼ਾਨੀ ਕੋਲ ਰੱਖ ਲਓ। ਮਹਾਰਾਜ ਮੈਂ ਨਹੀਂ ਲਾਂਭੇ ਹੁੰਦਾ, ਮੈਂ ਨਹੀਂ ਦਰਵਾਜ਼ਾ ਖੋਲਦਾ। ਸਾਡੇ ਜਿਉਂਦੇ ਜੀ ਮਹਾਰਾਜ ਅਸੀਂ ਜੁਝਾਰ ਸਿੰਘ ਨੂੰ ਨਹੀਂ ਮੈਦਾਨੇ ਜੰਗ ਵਿੱਚ ਜਾਣ ਦੇਣਾ। ਸਤਿਗੁਰੂ ਕਹਿੰਦੇ ਓਏ ਲਾਂਭੇ ਹੋ ਜਾ ਜੀਵਨ ਸਿੰਘਾ। ਸੰਸਾਰ ਦੇ ਲੋਕਾਂ ਨੇ ਮਿਹਣਾ ਮਾਰ ਕੇ ਆਖਣਾ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਵਿੱਚ ਤੇ ਸਿੱਖ ਸਿੰਘਾਂ ਵਿੱਚ ਫਰਕ ਸਮਝਿਆ। ਮੈਨੂੰ ਆਪਣੇ ਪੁੱਤਾਂ ਨਾਲੋਂ ਖਾਲਸਾ ਪਿਆਰਾ ਹੈ। ਲਾਂਭੇ ਹੋ ਜਾ ਜੀਵਨ ਸਿੰਘਾ। ਉਹ ਲੈ ਕੇ ਛੋਟੀ ਸ੍ਰੀ ਸਾਹਿਬ ਘੋੜੇ ਤੇ ਸਵਾਰ ਹੋ ਕੇ ਮਰਦ ਮੈਦਾਨੇ ਜੰਗ ਵਿੱਚ ਗਿਆ। ਘਮਸਾਨ ਦਾ ਯੁੱਧ ਕੀਤਾ, ਲਹੂ ਡੋਲ ਵੀ ਲੜਾਈ ਕਰਨ ਤੋਂ ਬਾਅਦ ਆਪਾ ਕੁਰਬਾਨ ਕਰਕੇ ਦਾਦੇ ਦੀ ਗੋਦ ਵਿੱਚ ਜਾ ਬਰਾਜਿਆ। ਹੁਣ ਜ਼ਿਕਰੇ ਖੁਦਾ ਮੈਂ ਉਸਤਤ ਕਰਨ ਵਿੱਚ ਜੁੜ ਕੇ ਕਿ ਮਹਾਰਾਜ ਮੈਂ ਭਾਗਾ ਵਾਲਾ ਹੋਇਆ। ਮਹਾਰਾਜ ਜੋ ਕੁਝ ਲਿਆ ਸੀ ਤੇਰੇ ਕੋਲੋਂ ਤੈਨੂੰ ਸੌਂਪ ਰਿਹਾ। ਹੱਥ ਬੰਨ ਬੋਲੇ ਸਤਿਗੁਰੂ ਆ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ। ਮਹਾਰਾਜ ਇਹ ਤੇਰਾ ਸੀ, ਇਹ ਤੈਨੂੰ ਸੌਂਪ ਦਿੱਤਾ। ਮਹਾਰਾਜ ਆ ਜੋ ਕੁਝ ਵੀ ਮੇਰੇ ਕੋਲ ਬਾਕੀ ਹੈ ਇਹ ਵੀ ਖਾਲਸੇ ਦਾ ਤੇ ਤੇਰਾ, ਤੈਨੂੰ ਸੌਂਪ ਦੇਣਾ ਮਹਾਰਾਜ। ਹੁਣ ਇਧਰ ਉਹ ਸਿੰਘ, ਪੰਜ ਸਿੰਘ ਜਿਨ੍ਹਾਂ ਪੰਜਾਂ ਸਿੰਘਾਂ ਨੂੰ ਵੱਡੀ ਮਹਾਨਤਾ ਦਿੱਤੀ ਹੈ। ਅੱਜ ਤੱਕ ਅਸੀਂ ਸੁਣਦੇ ਆਏ ਆ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖੋ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਤੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਿੱਤੀ ਹੈ ਨੰਦੇੜ ਦੀ ਧਰਤੀ ਉੱਤੇ। ਪਰ ਕਦੇ ਆਹ ਪ੍ਰਚਾਰ ਇਹਨਾਂ ਸਟੇਜਾਂ ਤੋਂ ਨਹੀਂ ਹੋਇਆ ਵੀ ਸਭ ਤੋਂ ਪਹਿਲਾਂ ਪੰਜਾਂ ਸਿੰਘਾਂ ਨੂੰ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਚਮਕੌਰਗੜੀ ਦੇ ਵਿੱਚ। ਜਿਹੜੇ ਬਜ਼ੁਰਗ ਪ੍ਰਾਤਨ ਨਿਹੰਗ ਸਿੰਘ ਨੇ ਉਹਨਾਂ ਨੂੰ ਪਤਾ ਇਸ ਗੱਲ ਦਾ, ਕਿਉਂਕਿ ਉਸ ਟਾਈਮ ਜਦੋਂ ਤੁਰਨ ਲੱਗੇ ਸੀ ਸਤਿਗੁਰੂ ਤੁਰਨਾ ਨਹੀਂ ਸੀ ਚਾਹੁੰਦੇ। ਕਹਿੰਦੇ ਜਿੱਥੇ ਮੇਰਾ ਖਾਲਸਾ ਹੈ ਆਪਾਂ ਕੁਰਬਾਨ ਕਰ ਰਿਹਾ, ਜਿੱਥੇ ਮੇਰੇ ਪੁੱਤਰ ਸ਼ਹੀਦ ਹੋਏ ਨੇ ਇਹਦੇ ਨਾਲੋਂ ਪਵਿੱਤਰ ਧਰਤੀ ਕੋਈ ਸੰਸਾਰ ਦੀ ਹੋ ਹੀ ਨਹੀਂ ਸਕਦੀ ਜਿਹਦੇ ਉੱਤੇ ਆਪਣਾ ਲਹੂ ਡੋਲੀਏ। ਅਸੀਂ ਮੈਦਾਨੇ ਜੰਗ ਵਿੱਚ ਜਾ ਕੇ ਜੂਝਣਾ ਚਾਹੁੰਦੇ ਆ। ਤੇ ਪੰਜਾਂ ਸਿੰਘਾਂ ਨੇ ਬੇਨਤੀ ਪਤਾ ਕੀ ਕੀਤੀ ਸੀ? ਕਹਿੰਦੇ ਮਹਾਰਾਜ ਜੇ ਜੜ ਬਚ ਗਈ ਤੇ ਬੂਟਾ ਫਿਰ ਹਰਿਆ ਹੋ ਜਾਵੇਗਾ। ਮਹਾਰਾਜ ਤੁਸੀਂ ਇੱਥੇ ਚਲੋ ਜਾਓ, ਜੇ ਤੁਸੀਂ ਚਲੇ ਗਏ ਤੇ ਮਹਾਰਾਜ ਸਾਡੇ ਵਰਗੇ ਹਜ਼ਾਰਾਂ ਨਹੀਂ ਲੱਖਾਂ ਪੈਦਾ ਕਰ ਸਕਦੇ ਹੋ। ਪਰ ਜੇ ਅੱਜ ਗੋਬਿੰਦ ਸਿੰਘ ਇੱਥੇ ਆਪਾਂ ਕੁਰਬਾਨ ਕਰਕੇ ਸ਼ਹਾਦਤ ਦਾ ਜਾਮ ਪੀ ਗਿਆ ਤੇ ਮੁੜ ਕੇ ਕੋਈ ਯੋਧਾ ਕੋਈ ਸੂਰਮਾ ਪੈਦਾ ਨਹੀਂ ਹੋਣਾ ਜੀ। ਮਹਾਰਾਜ ਤੁਸੀਂ ਪੈਦਾ ਕਰ ਸਕਦੇ ਹੋ, ਕਿਰਪਾ ਕਰਕੇ ਚਲੇ ਜਾਓ। ਸਤਿਗੁਰੂ ਕਹਿੰਦੇ ਨਹੀਂ ਮੈਂ ਇੱਥੇ ਸ਼ਹੀਦ ਹੋਣਾ ਚਾਹੁੰਦਾ। ਕਹਿੰਦੇ ਮਹਾਰਾਜ ਫਿਰ ਤੁਸੀਂ ਆਖਿਆ ਪੰਚੋ ਮੈਂ ਪਰਮੇਸ਼ਰ ਜਾਣੋ। ਤੇ ਗੱਲ ਵੀ ਪੰਜਾਂ ਤੋਂ ਸ਼ੁਰੂ ਹੋਈ ਹੈ। ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗੇ ਮਾਨ। ਤੇ ਗੁਰੂ ਵੀ ਕਹਿੰਦਾ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਅਰਜੁਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ। ਦਲ ਭੱਜਰ ਗੁਰ ਸੂਰਮਾ ਵੱਡ ਯੋਧ ਬਹੁ ਪਰਉਪਕਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਇਹ ਛੇਵਾਂ ਨਾਨਕ ਦਸਵਾਂ ਰੂਪ ਧਾਰ ਕੇ ਖੰਡਾ ਖੜਕਾਉਣ ਵਾਸਤੇ ਆਇਆ ਸੀ। ਕਹਿੰਦੇ ਮਹਾਰਾਜ ਜੇ ਪੰਜਾਂ ਨੂੰ ਐਡੀ ਵੱਡੀ ਮਹਾਨਤਾ ਦਿੰਦੇ ਹੋ ਨਾ, ਫਿਰ ਜੇ ਤੇ ਪਿਆਰ ਨਾਲ ਮੰਨ ਜਾਓਗੇ ਠੀਕ ਆ, ਨਹੀਂ ਤੇ ਫਿਰ ਪੰਥ ਤੁਹਾਨੂੰ ਹੁਕਮ ਲਾਵੇਗਾ। ਇਹ ਨਹੀਂ ਆਖਾ ਵੀ ਕੌਮ ਤੁਹਾਨੂੰ ਹੁਕਮ ਲਾਵੇਗੀ। ਅੱਜ ਅਕਾਲ ਤਖਤ ਦਾ ਜਥੇਦਾਰ ਵੀ ਜਦੋਂ ਹੁਕਮਨਾਮਾ ਜਾਰੀ ਕਰਦਾ ਉਹ ਕਹਿੰਦਾ ਕੌਮ ਦੇ ਨਾਂ ਉੱਤੇ ਸੰਦੇਸ਼ ਜਾਰੀ ਕਰ ਰਹੇ ਆ। ਉਹ ਇਹ ਨਹੀਂ ਕਹਿੰਦਾ ਪੰਥ ਦੇ ਨਾਂ ਉੱਤੇ ਸੀ ਇਥੋਂ ਆਦੇਸ਼ ਜਾਰੀ ਕਰਨ ਲੱਗੇ ਜੇ। ਇਹਨਾਂ ਗੱਲਾਂ ਨੂੰ ਵਿਚਾਰਨ ਦੀ ਲੋੜ ਜੇ। ਬਣਾਇਆ ਮਰਦਾ ਨਾਰੀਆਂ ਨਾਲ ਬਣਦੇ ਜਾਓ। ਇਹ ਨਾਰੀਆਂ ਬਣੋਗੇ ਤੇ ਗੁੱਠੇ ਲਾ ਕੇ ਰੱਖ ਦੇਣਗੇ ਤੁਹਾਨੂੰ। ਮਰਦ ਬਣੋ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪੈਦਾ ਕੀਤੇ ਨੇ।
ਹੁਣ ਪੰਜ ਸਿੰਘ ਤਿਆਰ ਵਰ ਤਿਆਰ ਕਹਿੰਦੇ ਮਹਾਰਾਜ ਇਹ ਪੰਜਾਂ ਸਿੰਘਾਂ ਦਾ ਹੁਕਮ ਹੈ ਵੀ ਤੁਹਾਨੂੰ ਆ ਚਮਕੌਰ ਗੜੀ ਨੂੰ ਛੱਡ ਕੇ ਜਾਣਾ ਪਵੇਗਾ। ਖਾਲਸਾ ਜੀ ਤਾਰੇ ਦੀ ਸੇਧ ਨੂੰ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਤੇ ਸੰਗਤ ਸਿੰਘ ਦੇ ਸਿਰ ਚੀਜ਼ ਦੇ ਉੱਤੇ ਕਲਗੀ ਸਜਾ ਦਿੱਤੀ। ਹੁਣ ਇਹਦੇ ਵਿੱਚ ਵੀ ਬੜਾ ਰਲਾ ਪਿਆ, ਮੈਂ ਕਿਹਦੇ ਤੇ ਸਜਾ ਦੇਵਾਂ ਕਿਹਦੇ ਤੇ ਨਾ ਸਜਾਵਾਂ। ਪਰ ਮੈਂ ਇੰਨੀ ਗੱਲ ਕਹਿਣਾ ਵੀ ਇੱਕ ਕਲਗੀ ਦੇ ਮਗਰ ਨਾ ਪਈਏ, ਬਸ ਇੰਨੀ ਵੱਡੀ ਗੱਲ ਆ ਵੀ ਉੱਥੇ ਜਿੰਨੇ ਵੀ ਸ਼ਹੀਦ ਹੋਏ ਸਾਰੇ ਸੂਰਮੇ ਸੀ, ਉਹ ਸਾਰੇ ਹੀ ਬਹਾਦਰ ਸੀ। ਉਹ ਕਿਸੇ ਵੀ ਜਾਤ ਪਾਤ ਨਾਲ ਨਹੀਂ ਸੀ। ਉਨਕੀ ਜਾਤ ਕਿਹੜੀ ਸੀ, ਗੋਤ ਕਿਹੜੀ ਸੀ? ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਆ ਜਿਹੜੇ ਜਾਤਾਂ ਪਾਤਾਂ ਦੇ ਰੌਲਾ ਪਾਉਂਦੇ ਨਾ, ਉਹ ਕਹਿੰਦੇ ਵੀ ਸਾਡਾ ਸੀ, ਉਹ ਕਲਗੀ ਸਾਡੀ ਹੈ, ਕੋਈ ਦੂਜਾ ਕਹਿੰਦਾ ਉਹ ਸਾਡੀ ਸੀ। ਅਸਲ ਵਿੱਚ ਉਹ ਆਪਣੀ ਸਿਆਸੀ ਰੋਟੀਆਂ ਸੇਕਣ ਵਾਸਤੇ ਜਾਤਾਂ ਪਾਤਾਂ ਦਾ ਰੌਲਾ ਪਾਉਂਦੇ ਨੇ। ਜਿਹੜੇ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੋ ਗਏ, ਜਾਤ ਗੋਤ ਤੇ ਉਹਨਾਂ ਦੀ ਦੰਗਾ ਹੈ। ਦੰਗਾ ਭਾਵ ਇਹ ਨਹੀਂ ਵੀ ਗਵਾਂਢੀਆਂ ਨਾਲ ਇੱਟੇ ਰੋੜੇ ਚੁੱਕ ਕੇ ਇੱਕ ਦੂਜੇ ਦੇ ਸਿਰ 'ਚ ਰੋੜੇ ਮਾਰਨੇ, ਉਹ ਦੰਗੇ ਦੀ ਗੱਲ ਨਹੀਂ ਕੀਤੀ। ਦੰਗਾ ਕੀਤਾ ਵੀ ਜਿੱਥੇ ਜ਼ੁਲਮ ਹੋਵੇ ਉਸ ਜ਼ੁਲਮ ਦੇ ਵਰਖਲਾਫ ਜਿਹੜਾ ਤਿਆਰ ਬਰ ਤਿਆਰ ਖੜਦਾ ਹੈ, ਉਹ ਖਾਲਸਾ ਉਹਦੀ ਜਾਤ ਹੀ ਇਹ ਹੈ ਵੀ ਜ਼ੁਲਮ ਨੂੰ ਡੱਕਣਾ, ਮੁਕਾਬਲਾ ਕਰਨਾ, ਆਪਣੀ ਹਿੱਕ 'ਚ ਗੋਲੀਆਂ ਖਾਣੀਆਂ, ਕਿਸੇ ਦੀ ਕੰਧ ਤੇ ਵਾਰ ਨਹੀਂ ਕਰਨਾ, ਹਿੱਕ ਤੇ ਕਰਨਾ ਤੇ ਹਿੱਕ ਤੇ ਹੀ ਸਹਿਣਾ। ਇਹ ਸੂਰਮਿਆਂ ਦੇ ਹਿੱਸੇ ਵਿੱਚ ਆਇਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਮੇਰੀ ਵੀ ਇੱਕ ਸ਼ਰਤ ਹੈ। ਉਹ ਕਿਹੜੀ ਸ਼ਰਤ ਸੀ? ਕਹਿੰਦੇ ਮੈਂ ਚੋਰਾਂ ਵਾਂਗੂ, ਡਰਪੋਕਾਂ ਵਾਂਗੂ, ਕੈਰਾਂ ਵਾਂਗੂ ਨਹੀਂ ਇੱਥੋਂ ਜਾਣਾ ਚਾਹੁੰਦਾ। ਕੀ ਆਖਣਗੇ ਸੰਸਾਰ ਦੇ ਲੋਕ ਕਿ ਗੋਬਿੰਦ ਸਿੰਘ ਨੇ ਪੁੱਤ ਮਰਵਾ ਲਿਆ, ਖਾਲਸਾ ਕੁਰਬਾਨ ਕਰ ਲਿਆ ਤੇ ਆਪ ਕੈਰਾਂ ਦੀ ਤਰ੍ਹਾਂ, ਡਰਪੋਕਾਂ ਦੀ ਤਰ੍ਹਾਂ ਜਾਨ ਬਚਾ ਕੇ ਚਲਾ ਗਿਆ। ਕਹਿੰਦੇ ਨਹੀਂ, ਅਸੀਂ ਤਾੜੀ ਉੱਤੇ ਤਾੜੀ ਮਾਰ ਕੇ ਜਾਵਾਂਗੇ, ਦੱਸਾਂਗੇ ਸਮੇਂ ਦੀ ਸਰਕਾਰ ਨੂੰ ਵੀ ਗੋਬਿੰਦ ਸਿੰਘ ਜਾ ਰਹੇ, ਤੁਹਾਡੇ ਵਿੱਚ ਹੈ ਹਿੰਮਤ, ਤੁਹਾਡੇ ਵਿੱਚ ਹੈ ਬਲ, ਤੇ ਗੋਬਿੰਦ ਸਿੰਘ ਦਾ ਰਸਤਾ ਰੋਕ ਲਓ। ਲਓ ਜੀ, ਤਾੜੀ ਤੇ ਤਾੜੀ ਮਾਰ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਤੁਰੇ ਨਾ, ਐਨ ਬਿਰਤੀਆਂ ਇਕਾਗਰ ਰੱਖਿਓ। ਸਾਡੇ ਘਰਾਂ ਵਿੱਚ ਵੀ ਔਲਾਦ ਹੈ, ਮੈਂ ਕਹਿੰਦਾ ਹਰ ਮਾਂ ਦੀ ਗੋਦ ਹਰੀ ਰਵੇ, ਹਰ ਮਾਂ ਔਲਾਦ ਦਾ ਸੁੱਖ ਮਾਣੇ, ਹਰ ਬਾਪ ਔਲਾਦ ਦਾ ਸੁੱਖ ਦਾ ਨਿੱਘ ਮਾਣੇ। ਉਹ ਸਾਰੇ ਸੰਸਾਰ ਦੀਆਂ ਖੁਸ਼ੀਆਂ ਉਹਦੀ ਔਲਾਦ ਦੀ ਝੋਲੀ ਵਿੱਚ ਹੋਣ। ਪਰ ਇਦਾਂ ਦਾ ਬਾਪ ਮੈਂ ਸੰਸਾਰ ਤੇ ਹੋਰ ਨਹੀਂ ਵੇਖਿਆ ਕੋਈ, ਤੇ ਨਾ ਡਿੱਠਾ ਹੈ। ਦਇਆ ਸਿੰਘ ਦੀ ਨਜ਼ਰ ਪਈ ਹੈ ਅਜੀਤ ਸਿੰਘ ਤੇ ਜੁਝਾਰ ਸਿੰਘ ਤੇ। ਮਹਾਰਾਜ ਸਿੰਘਾਂ ਤੇ ਕੱਪੜਾ ਨਹੀਂ ਪਾ ਸਕਦੇ, ਤੁਸੀਂ ਕਿਰਪਾ ਕਰੋ ਮੈਂ ਕਮਰ ਕੱਸਾ ਖੋਲਾਂ, ਤੁਹਾਡੇ ਪੁੱਤਰਾਂ ਦੇ ਸੀਸ ਨੂੰ ਤੇ ਢੱਕ ਦਈਏ। ਮਹਾਰਾਜ ਇਹਨਾਂ ਦੇ ਸਰੀਰ ਨੰਗੇ ਨੇ। ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪੈਰਾਂ ਵਿੱਚ ਜੋੜਾ ਵੀ ਨਹੀਂ ਪਾਇਆ, ਨੰਗੇ ਪੈਰੀ ਗਏ। ਕਹਿੰਦੇ ਜੋੜਾ ਪਾ ਲਓ, ਕਹਿੰਦੇ ਨਾ, ਮੇਰੇ ਸਿੱਖ ਜੰਗ ਜੁੱਧ ਕੀਤੇ ਨੇ। ਸਿੰਘਾਂ ਦੇ ਰੂਮ ਜਿਹੜੇ ਨੇ ਨਾ, ਉਹਨਾਂ ਦੇ ਕੇਸ ਖੁੱਲੇ ਨੇ, ਕਿਤੇ ਕੇਸਾਂ ਉੱਤੇ ਪੈਰ ਨਾ ਆ ਜਾਵੇ। ਸਿੱਖ ਨਹੀਂ ਪਿਆਰਾ, ਰਹਿਤ ਪਿਆਰੀ ਹੈ। ਕੇਸਾਂ ਨੂੰ ਏਡੀ ਵੱਡੀ ਮਹਾਨਤਾ ਦਿੱਤੀ ਹੈ। ਤੇ ਕੇਸ ਖਾਲਸਾ ਜੀ ਉਹ ਲੋਕ ਕਤਲ ਕਰਾਉਂਦੇ ਸੀ ਜਿਹੜੇ ਹਾਰ ਜਾਂਦੇ ਸੀ। ਆ ਰਾਜਪੂਤਾਂ ਦੇ ਵਿੱਚ, ਛਤਰੀਆਂ ਦੇ ਵਿੱਚ ਕਹਿੰਦੇ ਵੀ ਜਦੋਂ ਕਿਸੇ ਨੇ ਹਾਰ ਜਾਣਾ ਰਾਜੇ ਨੇ ਨਾ, ਉਹਦਾ ਮੁੰਡਨ ਕਰ ਦਿੰਦੇ ਸੀ। ਉਹ ਦੁਬਾਰਾ ਘੋੜੇ ਤੇ ਸਵਾਰੀ ਨਹੀਂ ਸੀ ਕਰ ਸਕਦਾ, ਨਾ ਹੀ ਉਹ ਮੈਦਾਨੇ ਜੰਗ ਵਿੱਚ ਜਾ ਕੇ ਲੜ ਸਕਦਾ ਸੀ। ਪਰ ਅੱਜ ਤੇ ਅਸੀਂ ਖੁਸ਼ੀ ਨਾਲ ਹੀ ਮਨਾਈ ਜਾਂਦੇ ਆ। ਉਦੋਂ ਤੇ ਉਹਨਾਂ ਦੀ ਮਜਬੂਰੀ ਸੀ ਵੀ ਉਹ ਹਾਰ ਗਏ, ਗੋਡੇ ਟੇਕ ਦਿੱਤੇ, ਅਗਲੇ ਦੀ ਮਰਜ਼ੀ ਆ ਕੀ ਸਲੂਕ ਕਰਦਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕੇਸਾਂ ਦਾ ਇੰਨਾ ਸਤਿਕਾਰ ਕਰਦੇ ਨੇ, ਕਹਿੰਦੇ ਵੀ ਨਹੀਂ, ਜੋੜਾ ਵੀ ਨਹੀਂ ਪਾਉਣਾ, ਨੰਗੇ ਪੈਰੀ ਜਾਣਾ। ਹੁਣ ਇੱਧਰ ਦਇਆ ਸਿੰਘ ਕਹਿੰਦਾ ਮਹਾਰਾਜ ਸਰੀਰ ਢੱਕ ਦਈਏ, ਤੇ ਅੱਗਿਓਂ ਗੁਰੂ ਕਲਗੀਧਰ ਪਾਤਸ਼ਾਹ ਕੀ ਕਹਿ ਰਹੇ ਨੇ? ਸੰਸਾਰ ਦੇ ਉੱਤੇ ਭਾਣਾ, ਭਾਣਾ ਕਹਿਣ ਵਾਲਿਓ, ਭਾਣਾ ਮੰਨਣਾ ਸਿੱਖਣਾ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲੋਂ ਸਿੱਖਣਾ। ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦੇ ਸੁੱਤੇ ਨੂੰ ਜਗਾਈ ਨਾ। ਉਹ ਰੱਬ ਨਾਲ ਗੱਲਾਂ ਕਰ ਲੈਣ ਦੇ, ਰੱਬ ਨਾਲ ਗੱਲਾਂ ਕਰ ਲੈਣ ਦੇ, ਇਹਦੀ ਨੀਂਦ 'ਚ ਵਿਗਣ ਕਿਤੇ ਪਾਈ ਨਾ। ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦੇ ਸੁੱਤੇ ਨੂੰ ਜਗਾਈ ਨਾ। ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦੇ ਸੁੱਤੇ ਨੂੰ ਜਗਾਈ ਨਾ। ਉਹ ਦੁਨੀਆ ਦੇ ਮਾਲਕਾ ਤੂੰ ਦੇਖ ਲੈ, ਲਾਸ਼ ਤੇਰੇ ਪੁੱਤਰ ਦੀ ਪਈ ਐ।
ਲਾਸ਼ ਤੇਰੇ ਪੁੱਤਰ ਦੀ ਪਈ ਐ। ਰੂਹ ਤਾਂ ਉਡਾਰੀ ਮਾਰੇ ਉੱਡ ਗਈ, ਉਹ ਤਾਂ ਵਤਨਾਂ ਨੂੰ ਤੁਰ ਗਈ ਐ, ਉਹ ਤਾਂ ਵਤਨਾਂ ਨੂੰ ਤੁਰ ਗਈ ਐ। ਉਹ ਦੁਨੀਆ ਦੇ ਮਾਲਕਾ ਤੂੰ ਦੇਖ ਲੈ, ਲਾਸ਼ ਤੇਰੇ ਪੁੱਤਰ ਦੀ ਪਈ ਐ, ਲਾਸ਼ ਤੇਰੇ ਪੁੱਤਰ ਦੀ ਪਈ ਐ। ਉਹ ਰੂਹ ਤਾਂ ਉਡਾਰੀ ਮਾਰੀ ਉੱਡ ਗਈ, ਉਹ ਤਾਂ ਵਤਨਾਂ ਨੂੰ ਤੁਰ ਗਈ ਐ, ਉਹ ਤਾਂ ਵਤਨਾਂ ਨੂੰ ਤੁਰ ਗਈ ਐ। ਚੜ੍ਹਦੀ ਜਵਾਨੀ ਪੁੱਤ ਮਰ ਜਾਏ, ਚੜ੍ਹਦੀ ਜਵਾਨੀ ਪੁੱਤ ਮਰ ਜਾਏ, ਚੜ੍ਹਦੀ ਜਵਾਨੀ ਪੁੱਤ ਮਰ ਜਾਏ, ਮਾਪਿਆਂ ਦੀ ਸੁਣੀ ਜਾਂਦੀ ਤਾਈ ਨਾ। ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦੇ ਸੁੱਤੇ ਨੂੰ ਜਗਾਈ ਨਾ। ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦੇ ਸੁੱਤੇ ਨੂੰ ਜਗਾਈ ਨਾ। ਅਕਲ ਕੀ ਵਾਲੇ ਦੇ ਜੋ ਸਪੂਤ ਆ, ਜਿਉਣ ਬਾਰੇ ਜਿੰਦੜੀ ਨਾ ਲੋੜਦੇ। ਇਹਦਾ ਹੀ ਦਮਾਲਾ ਇਹਦੇ ਮੁਖ ਤੇ, ਦਇਆ ਸਿੰਘ ਪਿਆਰ ਨਾਲ ਮੋੜ ਦੇ। ਉਹ ਕਲਗੀ ਵਾਲੇ ਦੇ ਜੋ ਸਪੂਤ ਆ, ਜਿਉਣ ਬਾਰੇ ਜਿੰਦੜੀ ਨਾ ਲੋੜਦੇ, ਜਿਉਣ ਬਾਰੇ ਜਿੰਦੜੀ ਨਾ ਲੋੜਦੇ। ਇਹਦਾ ਹੀ ਦਮਾਲਾ ਇਹਦੇ ਮੁਖ ਤੇ, ਦਇਆ ਸਿੰਘ ਪਿਆਰ ਨਾਲ ਮੋੜ ਦੇ, ਦਇਆ ਸਿੰਘ ਪਿਆਰ ਨਾਲ ਮੋੜ ਦੇ। ਛੇਤੀ ਕਰ ਇਥੋਂ ਤੁਰ ਚੱਲੀਏ, ਛੇਤੀ ਕਰ ਇਥੋਂ ਤੁਰ ਚੱਲੀਏ, ਛੇਤੀ ਕਰ ਇਥੋਂ ਤੁਰ ਚੱਲੀਏ, ਨੈਣਾ ਵਿੱਚੋਂ ਅਥਰੂ ਵਹਾਈ ਨਾ। ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦੇ ਸੁੱਤੇ ਨੂੰ ਜਗਾਈ ਨਾ। ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦੇ ਸੁੱਤੇ ਨੂੰ ਜਗਾਈ ਨਾ। ਰਣ ਚਮਕੌਰ ਵਿੱਚ ਵੇਖ ਲੈ, ਕੋਈ ਰਵਿਦਾਸੀ ਆ ਕੋਈ ਜੱਟ ਹੈ, ਕੋਈ ਰਵਿਦਾਸੀ ਆ ਕੋਈ ਜੱਟ ਹੈ। ਅਜੀਤ ਤੇ ਜੁਝਾਰ ਨਾਲੋਂ ਦੱਸ ਦੇ, ਇੱਥੇ ਕਿਹੜਾ ਦਇਆ ਸਿੰਘ ਘੱਟ ਹੈ, ਇੱਥੇ ਕਿਹੜਾ ਦਇਆ ਸਿੰਘ ਘੱਟ ਹੈ। ਰਣ ਚਮਕੌਰ ਵਿੱਚ ਵੇਖ ਲੈ, ਕੋਈ ਰਵਿਦਾਸੀ ਆ ਕੋਈ ਜੱਟ ਹੈ, ਕੋਈ ਰਵਿਦਾਸੀ ਆ ਕੋਈ ਜੱਟ ਹੈ। ਅਜੀਤ ਤੇ ਜੁਝਾਰ ਨਾਲੋਂ ਦੱਸ ਦੇ, ਇੱਥੇ ਕਿਹੜਾ ਦਇਆ ਸਿੰਘ ਘੱਟ ਹੈ, ਇੱਥੇ ਕਿਹੜਾ ਦਇਆ ਸਿੰਘਾ ਘੱਟ ਹੈ। ਜਿਗਰ ਦਾ ਖੂਨ ਯੋਧੇ ਡੋਲਦੇ, ਜਿਗਰ ਦਾ ਖੂਨ ਯੋਧੇ ਡੋਲਦੇ, ਜਿਗਰ ਦਾ ਖੂਨ ਯੋਧੇ ਡੋਲਦੇ, ਮੌਤ ਅੱਗੇ ਕਰਦੇ ਮਨਾਈ ਨਾ। ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦੇ ਸੁੱਤੇ ਨੂੰ ਜਗਾਈ ਨਾ। ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦੇ ਸੁੱਤੇ ਨੂੰ ਜਗਾਈ ਨਾ। ਕੀਤਾ ਜਿਹੜਾ ਕੌਲ ਤੇ ਕਰਾਰ ਸੀ, ਕਰ ਅਰਦਾਸ ਪੂਰਾ ਹੋ ਗਿਆ, ਕਰ ਅਰਦਾਸ ਪੂਰਾ ਹੋ ਗਿਆ। ਉਹ ਸਾਰਾ ਹੀ ਕਰਜ ਸਿਰੋਂ ਤਾਰ ਕੇ, ਅੱਜ ਮੈਂ ਸੁਰਖਰੂ ਹੋ ਗਿਆ, ਅੱਜ ਮੈਂ ਸੁਰਖਰੂ ਹੋ ਗਿਆ। ਕੀਤਾ ਜਿਹੜਾ ਕੌਲ ਤੇ ਕਰਾਰ ਸੀ, ਕਰ ਅਰਦਾਸ ਪੂਰਾ ਹੋ ਗਿਆ, ਕਰ ਅਰਦਾਸ ਪੂਰਾ ਹੋ ਗਿਆ। ਉਹ ਸਾਰਾ ਹੀ ਕਰਜ ਸਿਰੋਂ ਤਾਰ ਕੇ, ਅੱਜ ਮੈਂ ਸੁਰਖਰੂ ਹੋ ਗਿਆ, ਅੱਜ ਮੈਂ ਸੁਰਖਰੂ ਹੋ ਗਿਆ। ਮੇਰ ਦੀ ਨਿਗਾਹ ਦੇ ਨਾਲ ਤਾਰੇਗਾ, ਮੇਰ ਦੀ ਨਿਗਾਹ ਦੇ ਨਾਲ ਤਾਰੇਗਾ, ਮੇਰ ਦੀ ਨਿਗਾਹ ਦੇ ਨਾਲ ਤਾਰੇਗਾ। ਮਾਨ ਜੀ ਤੂੰ ਦਾਦੇ ਨੂੰ ਭੁਲਾਈ ਨਾ। ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦੇ ਸੁੱਤੇ ਨੂੰ ਜਗਾਈ ਨਾ। ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦੇ ਸੁੱਤੇ ਨੂੰ ਜਗਾਈ ਨਾ। ਉਹ ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ, ਗੂੜੀ ਨੀਂਦੇ ਸੁੱਤੇ ਨੂੰ ਜਗਾਈ ਨਾ। ਇੱਕ ਵਾਰ
ਵਾਰੀ ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਕਿਰਪਾ ਕਰੇ, ਆਪ ਜੀ ਨਾਲ ਸਾਂਝ ਪਾਉਂਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ। ਸੰਗਤ ਬਖਸ਼ਣਯੋਗ ਹੈ, ਗੁਰੂ ਸਮਰੱਥ ਹੈ। ਸ਼੍ਰੀਮਾਨ ਸੰਤ ਬਾਬਾ ਰਜਿੰਦਰ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਦਾਤ ਬਖਸ਼ਿਸ਼ ਕਰਨ। ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹੜੇ ਸੰਗਤਾਂ ਦੇ ਨਾਲ ਸਾਂਝ ਪਾਉਣੀ ਔਰ ਗੁਰੂ ਦੇ ਚਰਨਾਂ 'ਚ ਅਰਦਾਸੇ ਕਰਨੇ, ਤੁਹਾਡੇ ਭਲੇ ਵਾਸਤੇ, ਤੁਹਾਡੀ ਚੜ੍ਹਦੀ ਕਲਾ ਵਾਸਤੇ। ਜਿਵੇਂ ਬੈਂਕ ਦੇ ਵਿੱਚ ਮਾਇਆ ਹੋਵੇ ਤੇ ਬੱਚਿਆਂ ਵਾਸਤੇ ਖਰਚ ਸਕਦੇ, ਇਸੇ ਤਰ੍ਹਾਂ ਸੰਤ ਮਹਾਂਪੁਰਖ ਆਪਣੀ ਜੀਵਨ ਦਾ ਬੰਦਗੀ ਦਾ ਖਜ਼ਾਨਾ ਤੁਹਾਡੇ ਵਾਸਤੇ ਖਰਚਦੇ ਨੇ। ਸੋ ਅਰਦਾਸ ਕਰਦਾ ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਕੱਤਰ ਸਾਹਿਬ ਦਾ ਧੰਨਵਾਦ ਕਰਦਾ ਹਾਂ। ਸੋ ਲਾਸਟ ਵਿੱਚ ਮੈਂ ਸੰਗਤ ਦੇ ਕੋਲੋਂ ਅਰਦਾਸ ਕਰਾਉਣਾ ਚਾਹੁੰਦਾ ਕਿ ਸਾਡੀ ਭੈਣ ਵਿਕਰਮ ਕੌਰ ਨੂੰ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ਿਸ਼ ਕਰਨ। ਔਰ ਤੇ ਮਾਨ ਪੁੱਤਰ ਨਿਸ਼ਾਨ ਤੇ ਮਾਇਆ ਗੁਜਰਾਨ, ਇਹ ਨਿਸ਼ਾਨ ਵੀ ਜ਼ਰੂਰੀ ਨੇ ਸੰਸਾਰ ਦੇ ਉੱਤੇ। ਸੋ ਸਾਰੇ ਰਲ ਮਿਲ ਕੇ ਅਰਦਾਸ ਕਰੀਏ, ਕਹਿ ਦਿਓ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੇਅੰਤ ਆਪ ਜੀ ਵੱਲੋਂ ਅਸੀਸਾਂ ਆਈਆਂ ਨੇ। ਇੱਕੇ ਵਾਰੀ ਅਰਦਾਸ ਹੈ, ਕਹਿ ਦਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਭੁੱਲਾਂ ਚੁੱਕਾਂ ਦੀ ਮਾਫੀ, ਚੰਗੀ ਗੱਲ ਆਪਣੇ ਹਿਰਦੇ ਸ਼ਿੰਗਾਰ ਬਣਾ ਲਿਓ, ਮਾੜੀ ਮੇਰੀ ਝੋਲੀ ਚ ਪਾ ਦਿਓ। ਸਾਊਂਡ ਵਾਲੇ ਦਾ ਧੰਨਵਾਦ, ਕੈਮਰੇ ਵਾਲੇ ਦਾ ਧੰਨਵਾਦ, ਸੰਗਤਾਂ ਦਾ ਕੋਟ ਕੋਟ ਧੰਨਵਾਦ, ਗੁਰੂ ਦਾ ਕੋਟਨ ਕੋਟ ਧੰਨਵਾਦ। ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।